ਸਵਾਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਕੱਲ ਦਾ ਦਿਨ ਤੁਸੀਂ ਹੋ ਸਕਦਾ ਕਿ ਮਿਸ ਕੀਤਾ ਹੋਵੇ, ਮੈਨੂੰ ਨਾ ਵੀ ਕੀਤਾ ਹੋਵੇ ਤੇ ਮੈਂ ਅਗਾਊਂ ਮਾਫੀ ਮੰਗ ਲੈਂਦਾ, ਕਿਉਂਕਿ ਕੱਲ੍ਹ ਦੇ ਦਿਨ ਅਸੀਂ ਕਿਸੇ ਹੋਰ ਜਗ੍ਹਾ 'ਤੇ ਗਏ ਸੀ। ਬਹੁਤਾ ਕਰਕੇ ਆਪ ਜੀ ਨੂੰ ਪਤਾ ਹੀ ਲੱਗ ਗਿਆ ਕਿ ਕੈਲਗਰੀ ਸੀਗੇ। ਸੋ ਕੈਲਗਰੀ ਤੋਂ ਇੱਥੇ ਆਉਣ ਦੇ ਚੱਕਰ ਦੇ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਉਹਦੇ 'ਚ ਹਾਜ਼ਰੀ ਨਹੀਂ ਲਵਾ ਪਾਇਆ ਮੈਂ। ਕਲਪਨਾ ਸਾਹਿਬ ਸੀਗੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਕੱਲੇ ਹੀ, ਐਂਡ ਉਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਉਹਦੀ ਕਾਫੀ ਫੀਡਬੈਕ ਆਈ, ਤੁਸੀਂ ਪਸੰਦ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅਤੇ ਅੱਜ ਵੀ ਅਸੀਂ ਆਪਣੇ ਸਮੇਂ ਮੁਤਾਬਕ ਹਾਜ਼ਰ ਹੋ ਚੁੱਕੇ ਹਾਂ ਅਤੇ ਖਬਰਾਂ ਦੇ ਨਾਲ ਨਾਲ ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਜਾਣਕਾਰੀਆਂ ਉਹ ਵੀ ਸਾਂਝੀਆਂ ਕਰਾਂਗੇ। ਜਿੱਥੋਂ ਹੋ ਕੇ ਆਏ ਹਾਂ ਕੁਛ ਗੱਲਾਂ ਬਾਤਾਂ ਉੱਥੋਂ ਦੀਆਂ ਵੀ ਕਰ ਲਾਂਗੇ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਗੱਲਾਂ ਬਾਤਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਤਾ। ਸਿਹਤਾਂ ਕਿੱਦਾਂ? ਸਿਹਤਾਂ ਆਨੰਦ ਨੇ ਜੀ, ਬੱਲੇ ਬੱਲੇ। ਹਾਂਜੀ, ਤੁਹਾਡੀ ਚਰਚਾ ਬੜੀ ਹੈ ਕੱਲ੍ਹ ਦੀ, ਕਹਿੰਦੇ ਸ਼ਹਿਰ 'ਚ। ਮੇਰੇ ਕੋਈ ਲੈ ਬੰਦਾ ਹੁਣ ਹੱਸੀ ਜਾਂਦਾ। ਨਹੀਂ ਠੀਕ ਹੈ ਜੀ, ਠੀਕ ਹੈ, ਜੋ ਤੁਸੀਂ ਕਹਿੰਦੇ ਠੀਕ ਹੈ, ਬਣਦੀ ਏ। ਕਈ ਸ਼ਹਿਰਾਂ 'ਚ ਚਰਚਾ ਹੋਈ ਫਿਰਦੀ ਨਾਲੇ। ਹਾਂ ਨਹੀਂ ਚਲੋ ਇੱਦਾਂ ਆ, ਸਾਰਿਆਂ ਦੇ ਨਾਲ ਹੀ ਆ, ਭਰਾਵਾਂ ਦੇ ਨਾਲ ਹੀ ਆ। ਭਰਾਵਾਂ ਨੂੰ ਤੇ ਨਾਲ ਰੱਖਿਆ ਨਹੀਂ ਨਹੀਂ ਹੁਣ ਤੁਸੀਂ ਨਾਲ ਗਏ ਹੀ ਨਹੀਂ, ਤੁਸੀਂ ਹੋਰ ਪਾਸੇ ਫਸੇ ਹੋ ਸੀ ਮਹਾਰਾਜ, ਨਹੀਂ ਤਾਂ ਤੁਹਾਨੂੰ ਵੀ ਦਿਖਾਉਂਦੇ ਕਿ ਭਾਈ ਵਿਆਹ ਦੁਨੀਆ ਨਹੀਂ। ਪਰ ਚਲੋ ਵਧੀਆ ਕੋਸ਼ਿਸ਼ ਇਹ ਹੈ ਕਿ ਵੀ ਬੰਦਾ ਵੈਸੇ ਇੰਨਾ ਵੀ ਲਗਾਤਾਰ ਬਿਜ਼ੀ ਨਹੀਂ ਹੋਣਾ ਚਾਹੀਦਾ। ਨਹੀਂ ਥੋੜ੍ਹੀ ਵਿੱਚ ਬ੍ਰੇਕ ਚਾਹੀਦੀ ਹੈ ਜੀ। ਚਲੋ ਗੱਲ ਇਹ ਆ ਵੀ ਜਿਹੜੇ ਸ਼ਹਿਰੋਂ ਆਏ ਆ ਥੋੜ੍ਹੀ ਜਿਹੀ ਗੱਲ ਉਹਦੀ ਕਰ ਲਈਏ ਜੀ, ਕਿਉਂਕਿ ਇੱਥੇ ਆਏ ਆ ਅਤੇ ਇੱਥੇ ਆ ਕੇ ਅਚਾਨਕ ਲੱਗਦਾ ਵੀ ਯਾਰ ਇੱਥੇ ਕਣੀਆਂ ਪੈਣੋਂ ਨਹੀਂ ਹਟਦੀਆਂ ਅਤੇ ਉੱਥੇ ਧੁੱਪ ਚੰਗੀ ਭਲੀ ਆ, ਫਿਰ ਹਰਿਆਲੀ ਵੀ ਥੋੜ੍ਹੀ ਆ, ਅਤੇ ਫਿਰ ਉੱਥੋਂ ਦਾ ਜਿਹੜਾ ਕਹਿ ਲਓ ਕਿ ਵੀ ਭਾਈਚਾਰਾ ਉਹਦਾ ਆਪਸੀ ਤੇਹ ਮੋਹ ਵੇਖਿਆ। ਫਿਰ ਇਹ ਵੀ ਵੇਖਿਆ ਵੀ ਕਿਸ ਹਿਸਾਬ ਨਾਲ ਪੰਜਾਬੀ ਜਿਹੜੇ ਆ ਉਹ ਇਸ ਵਿਦੇਸ਼ਾਂ ਵਾਲੀ ਧਰਤੀ 'ਤੇ ਗਰੋ ਕਰ ਰਹੇ ਆ। ਅਤੇ ਉੱਥੇ ਵੇਖ ਕੇ ਅਤੇ ਉਹਨੇ ਰੌਣਕ ਮੇਲੇ ਦੇ ਵਿੱਚ ਚੰਦ ਘੰਟਿਆਂ 'ਚ ਇਹ ਵੀ ਭੁੱਲ ਜਾਂਦਾ ਵੀ ਆਪਾਂ ਪੰਜਾਬ ਹੈ ਕਿ ਪੰਜਾਬੋਂ ਬਾਹਰ ਹੈ ਕਿ ਨਹੀਂ ਇੱਦਾਂ ਹੀ ਆ ਜੀ। ਕਿਉਂਕਿ ਜਦੋਂ ਸਾਰਿਆਂ ਨੂੰ ਪੁੱਛਿਆ ਉਹ ਕਹਿੰਦੇ 5-7 ਸਾਲ ਪਹਿਲਾਂ ਨਹੀਂ ਸੀ ਇੱਦਾਂ ਹੁੰਦਾ, ਹੁਣ ਭਾਈਚਾਰਾ ਬਹੁਤ ਹੋ ਗਿਆ। ਅਤੇ ਇੱਕ ਗੱਲ ਹੋਰ ਜਿਹੜੀ ਵਾਰ-ਵਾਰ ਕਹਿੰਦੇ ਠੰਡ ਖੁਸ਼ਕ ਆ ਇੱਥੇ ਦੀ, ਪਰ ਲੋਕ ਬਹੁਤ ਖੁੱਲ੍ਹ ਦਿਲੇ ਆ, ਪੰਜਾਬੀ ਖਾਸ ਤੌਰ ਦੇ ਉੱਤੇ। ਜਿਸ ਤਰੀਕੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਾ ਨਗਰ ਕੀਰਤਨ 'ਤੇ ਇਕੱਠ ਹੋਇਆ, ਇਕੱਠ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੂਤ ਨਹੀਂ ਹੋਈ, ਕੋਈ ਐਸੀ ਗੱਲ ਨਹੀਂ ਹੋਈ ਜਿਹੜੀ ਨਿਯਮਾਂ ਦੇ ਖਿਲਾਫ ਆਪਾਂ ਕਹੀ ਜਾ ਸਕਦੇ। ਦੂਰੋਂ ਸੰਗਤ ਆਈ, ਕਿੰਨੀ ਦੇਰ ਪੈਦਲ ਚੱਲੀ। ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਅਹਿਮ ਜਿਹੜੀ ਗੱਲ ਹੋਈ ਕਿ ਜਦੋਂ ਲੱਖਾਂ ਦੀ ਗਿਣਤੀ 'ਚ ਸੰਗਤ ਹੋਵੇ, ਕਿੰਨਾ ਵੇਸਟ ਹੁੰਦਾ, ਕੂੜਾ ਹੁੰਦਾ, ਗਾਰਬੇਜ ਹੁੰਦਾ, ਕਿ ਪਲਾਸਟਿਕ ਦੀਆਂ ਪਲੇਟਾਂ, ਠੰਡਿਆਂ ਦੇ ਕੇਨ, ਜੂਸ ਦੀਆਂ ਬੋਤਲਾਂ, ਪਾਣੀ ਦੀਆਂ ਬੋਤਲਾਂ। ਉਹ ਜਾਣੀ ਅੱਧੀ ਰਾਤ ਤੋਂ ਵੀ ਬਾਅਦ ਤੱਕ ਨੌਜਵਾਨ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਸਾਂਭਦੇ ਰਹਿ ਕੇ ਜਿਹੜੇ ਪਾਰਕ ਦੇ ਵਿੱਚ ਜਾ ਕੇ ਨਗਰ ਕੀਰਤਨ ਸਮਾਪਤ ਹੋਇਆ ਸੀ, ਕਿ ਉੱਥੇ ਭਾਈ ਦੂਜੇ ਦਿਨ ਲੋਕਾਂ ਨੇ ਆਉਣਾ। ਅਤੇ ਇੱਦਾਂ ਨਾ ਕੋਈ ਕਹਿ ਦੇਵੇ ਕਿ ਭਾਈ ਆ ਦੇਖੋ ਕੱਲ੍ਹ ਇਕੱਠ ਹੋਇਆ ਸੀ ਇਸ ਭਾਈਚਾਰੇ ਦਾ, ਤਾਂ ਉੱਥੇ ਖਲਾਰਾ ਪਿਆ, ਛੋਟੇ ਬੱਚੇ ਕੀ ਔਰਤਾਂ ਕੀ। ਇੱਕ ਦਿਨ ਬਾਅਦ ਤੱਕ ਵੀ ਉਹ ਸਾਰਾ ਕੁਝ ਸਾਂਭਦੇ ਰਿਹਾ ਅਤੇ ਐਨ ਪਾਰਕ ਚਮਕਦਾ ਕੀਤਾ ਉਹਨਾਂ ਨੇ। ਨਹੀਂ ਗੱਲ ਹੈਗੀ ਆ। ਦੇਖੋ ਉਹ ਪੂਰਾ ਦਿਨ ਜਿਹੜੀ ਗੱਲ ਮੈਨੂੰ ਲੱਗਦਾ ਹੈ ਕਿ ਸੁਨੇਹਾ ਦੇਣ ਵਾਲੀ ਆ, ਉਹ ਇਹ ਆ ਕਿ ਦੇਖੋ ਪੋਲੀਟੀਕਲ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਆਉਣਾ ਪੈਂਦਾ, ਭਾਵੇਂ ਕਹ ਲਓ ਕਿ ਵੀ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ। ਦੂਜੀ ਗੱਲ ਇਹ ਹੋ ਗਈ ਕਿ ਵੀ ਜਿੰਨਾ ਕੁ ਚਲੋ ਰੂਟ ਸੀਗਾ ਉਹਦੇ ਵਿੱਚ ਤੇ ਚਲੋ ਨਗਰ ਕੀਰਤਨ ਸੀ, ਨਾਲ ਲੋਕ ਵੀ ਪਹੁੰਚੇ, ਪਰ ਉਹਦੇ ਨਾਲ ਜਿਹੜੀ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਸੀ ਜੀ, ਵੀ ਮੰਨ ਲਓ ਜੇ ਬੱਸ ਆ ਤਾਂ ਉਹ ਵੀ ਫ੍ਰੀ ਆ, ਜੇ ਟ੍ਰੇਨ ਆ ਤਾਂ ਉਹ ਵੀ ਫ੍ਰੀ ਆ ਉਨੇ ਸਮੇਂ ਦੇ ਲਈ। ਹੁਣ ਗੱਲ ਇਹ ਆ ਵੀ ਜਦੋਂ ਫ੍ਰੀ ਉਹ ਸਰਵਿਸ ਆ ਅਤੇ ਉਹਦੇ ਵਿੱਚ ਇਹ ਤਾਂ ਗੱਲ ਹੈਗੀ ਨਾ ਵੀ ਬੰਦੇ ਨੂੰ ਲੱਗਦਾ ਵੀ ਯਾਰ ਇਹ ਕਿਉਂ ਜੀ, ਬੰਦਾ ਬੰਦਾ ਸਵਾਲ ਕਰਦਾ। ਜਦੋਂ ਫਿਰ ਸਵਾਲ ਕਰਦਾ ਫਿਰ ਉਹ ਕਨੈਕਸ਼ਨ ਜੁੜਦਾ ਵੀ ਇਸ ਕਰਕੇ ਆ ਜੀ, ਇਸ ਕਰਕੇ ਫਿਰ ਇਹ ਬੰਦੇ ਕੌਣ ਆ। ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਇਨਡਾਇਰੈਕਟ ਵੇ ਨਾਲ ਹੋਰਨਾਂ ਭਾਈਚਾਰਿਆਂ ਤੱਕ ਇੱਕ ਪਹੁੰਚ ਬਣਦੀ ਆ, ਉਹ ਇੱਕ ਬਹੁਤ ਵੱਡਾ ਸੁਨੇਹਾ। ਇਹ ਸੰਧਾਲੀਆ ਸਾਹਿਬ ਉੱਥੇ ਸਾਰੇ ਸੱਜਣ ਗੱਲਾਂ ਕਰਦੇ ਸੀ ਕਿ ਅਲਬਰਟਾ ਦੇ ਵਿੱਚੋਂ ਕੈਲਗਰੀ ਤੋਂ ਸਟੈਂਪੀਡ ਹੁੰਦੀ ਹੈ, ਉਹ ਕੋਈ ਮੇਰਾ ਖਿਆਲ ਆ ਕਿ ਇੱਥੋਂ ਦੇ ਸਥਾਨਕ ਲੋਕਾਂ ਦਾ ਤਿਉਹਾਰ ਹੈ, ਜੁਲਾਈ ਦੇ ਵਿੱਚ ਹੋਣਾ, ਕਿ ਸਭ ਤੋਂ ਵੱਧ ਇਕੱਠ ਉੱਥੇ ਹੁੰਦਾ ਅਤੇ ਉਹਦੇ ਤੋਂ ਬਾਅਦ ਇਕੱਠ ਇਹੀ ਸੀ। ਜਾਣੀ ਇਕੱਠ ਉਹਨਾਂ ਪ੍ਰੋਗਰਾਮਾਂ 'ਚ ਵੀ ਹੁੰਦਾ ਅਤੇ ਆਪਣਿਆਂ ਦੇ ਵਿੱਚ ਵੀ ਬਥੇਰਾ ਸੀ। ਪਰ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੀ ਕੋਈ ਐਸੀ ਘਟਨਾ ਨਹੀਂ ਘਟੀ ਜਿਹਦੇ ਨਾਲ ਕਿਸੇ ਦੇ ਮੱਥੇ ਦੇ ਉੱਤੇ ਤਿਉੜੀਆਂ ਪੈਣ। ਅਤੇ ਲੰਗਰ ਪ੍ਰਸ਼ਾਦੇ, ਅਵੇਅਰਨੈਸ, ਗ੍ਰੀਨ ਨਗਰ ਕੀਰਤਨ, ਕਿਆ ਬਾਤਾਂ, ਕਿੰਨੀ ਅੱਗੇ ਦੀ ਜਾ ਕੇ ਸੋਚ ਪ੍ਰਬੰਧਕਾਂ ਦੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਗੇ ਲੈ ਕੇ ਜਾਣੀਆਂ ਚਾਹੀਦੀਆਂ। ਅਤੇ ਪ੍ਰਬੰਧਕਾਂ ਨੇ ਜਿੰਨੀਆਂ ਪਲੇਟਾਂ, ਕੱਪ, ਉਹਨਾਂ ਦਾ ਪ੍ਰਬੰਧ ਜਿਹੜਾ ਡੂਨਿਆਂ ਦਾ ਕੀਤਾ ਸੀ, ਉਹ ਸਾਰੀਆਂ ਉਸ ਜਿਹੜੀਆਂ ਕਿ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ, ਗਲ ਕੇ ਖਾਦ ਹੀ ਬਣ ਜਾਂਦੀਆਂ। ਦੂਜੀ ਚੀਜ਼ ਜਿਹੜੀ ਬੜੀ ਇੰਪੋਰਟੈਂਟ ਮੈਨੂੰ ਲੱਗਦਾ ਵੀ ਉਹਦੀ ਵੀ ਲੋੜ ਆ। ਬਹੁਤਾ ਕਰਕੇ ਕਿ ਲਗਭਗ 99.99% ਜਿੰਨੇ ਕੁ ਬੰਦੇ ਨੂੰ ਆਪਾਂ ਵੇਖਿਆ ਜਾਂ ਕੰਮ ਕਰਦੇ ਦੇਖਿਆ, ਕੋਈ ਵੀ ਬੰਦਾ ਇਸ ਚੀਜ਼ ਦਾ ਚਾਹਵਾਨ ਨਹੀਂ ਸੀ ਵੀ ਮੇਰੀ ਫੋਟੋ ਹੋਵੇ, ਮੇਰਾ ਨਾਂ ਹੋਵੇ, ਪਤਾ ਲੱਗੇ ਵੀ ਫਲਾਨਾ ਸੋਹ ਨੇ ਕੀਤਾ ਹੀ ਇਹ ਕੰਮ। ਅਗਲਾ ਕਹਿੰਦਾ ਭਾਜੀ ਤੁਸੀਂ ਬਾਕੀ ਕਰ ਲਓ ਯਾਰ, ਕੋਈ ਨਹੀਂ, ਅਸੀਂ ਸੇਵਾ ਕਰਨੀ, ਅਸੀਂ ਕਰੀ ਜਾਂਦੇ। ਮਤਲਬ ਪਿੱਛੇ ਰਹਿ ਕੇ ਜਿਹੜੀ ਇਹ ਸੇਵਾ ਭਾਵਨਾ ਇਹ ਬਹੁਤ ਵੱਡੀ ਆ। ਅਤੇ ਸੰਧਾਲੀਆ ਸਾਹਿਬ ਦੂਸਰੀ ਨਾਲ ਲੱਗਦੀ, ਹਾਲਾਂਕਿ ਹੈ ਤਾਂ ਬਿਲਕੁਲ ਉਲਟ ਪਾਸੇ ਦੀ ਗੱਲ।
ਆਪਾਂ ਦੇਖੋ ਨਗਰ ਕੀਰਤਨ ਵਾਲੀ ਰਾਤ ਨੂੰ ਹੀ ਉੱਥੇ ਕੰਵਰ ਗਰੇਵਾਲ ਹੋਰਾਂ ਦਾ ਸ਼ੋਅ ਸੀ। ਜਾਣੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਵੀ ਪਹੁੰਚੇ ਜਿਹੜੇ ਸਰੋਤੇ ਨੇ, ਉਹਨਾਂ ਨੂੰ ਸੁਣਨ ਵਾਲੇ ਨੇ ਕਿ ਜੇ ਕੋਈ ਬੰਦਾ ਸੰਜੀਦਾ ਗਾਉਂਦਾ ਹੈ, ਜੇ ਕੋਈ ਬੰਦਾ ਚੰਗਾ ਗਾਉਂਦਾ ਹੈ, ਤੇ ਜਿਹਦੇ ਸ਼ਬਦਾਂ ਦੇ ਵਿੱਚ ਪੰਜਾਬ ਦਾ, ਮਨੁੱਖਤਾ ਦਾ ਫਿਕਰ ਹੈ, ਉਹਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ। ਠੀਕ ਹੈ, ਕਈ ਉਹ ਵੀ ਬੰਦੇ ਜਿਹੜੇ ਇਸ ਵੇਲੇ ਸਿਖਰ ਦੇ ਉੱਤੇ ਨੇ, ਜਿਹੜੇ ਸ਼ਾਇਦ ਸੇਧ ਘੱਟ ਦਿੰਦੇ ਆ। ਤੇ ਮੈਨੂੰ ਤਾਂ ਕਦੀ ਕਦੀ ਐਂ ਵੀ ਲੱਗਦਾ ਹੁੰਦਾ ਕਿ ਕਈ ਬੰਦਿਆਂ ਨੂੰ ਸੁਣ ਕੇ ਸ਼ਾਇਦ ਘਰ ਜਾ ਕੇ ਲੜਨ ਨੂੰ ਜੀ ਕਰਦਾ ਹੋਊਗਾ, ਰਾਜ ਕਿਸੇ ਦਾ ਸਿਰ ਪਾੜਨ ਜੀ ਕਰਦਾ ਹੋਊ, ਜਿੱਦਾਂ ਦੇ ਬੋਲ ਹੁੰਦੇ ਆ। ਪਰ ਵਧੀਆ ਸੰਜੀਦਾ ਗਾਉਣ ਵਾਲੇ ਨੇ ਕੰਵਰ ਗਰੇਵਾਲ ਹੋਰੀ, ਤੇ ਉਹਨਾਂ ਨੂੰ ਉੱਥੇ ਵੀ ਸੁਣਨ ਵਾਲੇ ਕਾਫੀ ਸੀ। ਤੇ ਕੱਲ ਰਾਤ ਵੈਨਕੂਵਰ ਦੇ ਵਿੱਚ ਵੀ ਤੁਸੀਂ ਦੇਖੋ ਕਿ ਪਰਿਵਾਰਾਂ ਦੇ ਪਰਿਵਾਰ ਆਏ, ਨੌਜਵਾਨ ਵੀ ਆਏ, ਤੇ 3 ਘੰਟੇ ਇਸ ਤਰੀਕੇ ਦੇ ਨਾਲ ਲੋਕਾਂ ਨੇ ਸੁਣਿਆ। ਹੁਣ ਮੈਂ ਹੈਰਾਨ ਸੀ ਕਿ ਕੋਈ ਪੰਜਾਬੀ ਕਲਾਕਾਰ ਘੰਟੇ ਡੇਢ ਘੰਟੇ ਬਾਅਦ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾ ਸਕਦਾ ਉੱਥੇ, ਤੇ ਲੋਕ ਕਰ ਰਹੇ ਨੇ। ਉਹ ਵੀ ਉਸ ਵੇਲੇ, ਦੂਸਰੇ ਦਿਨ ਤੁਸੀਂ ਕੰਮਾਂ ਤੇ ਜਾਣਾ, ਤੇ ਰਾਤ ਨੂੰ 11 11:30 ਵਜੇ ਤੱਕ ਸਾਰੇ ਉੱਥੇ ਬੈਠੇ ਕੀਲ ਕੇ ਰੱਖੇ ਬਸ ਸਾਰੇ। ਬਿਲਕੁਲ ਸਹੀ। ਸੋ ਇਹ ਆਓ ਗੱਲਾਂ, ਕਿਉਂਕਿ ਇਹ ਅਸੀਂ ਗੱਲਾਂ ਇਸ ਕਰਕੇ ਕਰ ਰਹੇ ਹਾਂ ਵੀ ਜਿਹੜੀ ਤੇ ਦੂਸਰੇ ਪਾਸੇ ਦੀ ਗੱਲ ਹੁੰਦੀ, ਉਹ ਜਿੱਦਾਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹਾਂ ਵੀ 100 ਚੋਂ ਜੇ 0.01% ਵੀ ਹੋਵੇ ਤੇ ਨਾਲ ਹੀ ਚੱਕੀ ਜਾਂਦੀ, ਉਹ ਹੋ ਆਹ ਪਾਓ ਖਲਾਰਾ ਇੱਕ ਤਰ੍ਹਾਂ ਦੂਰ ਤੱਕ ਪਤਾ ਲੱਗੇ, ਭੰਡੀ ਪ੍ਰਚਾਰ ਹੋਵੇ। ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਕਈ ਵਾਰ ਸਾਹਮਣੇ ਰੱਖਿਆ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ। ਸੋ ਇਹ ਉਹ ਚੰਗੀਆਂ ਗੱਲਾਂ ਨੇ ਜਿਹੜੀਆਂ ਕਿ ਇਸ ਵਿਦੇਸ਼ੀ ਧਰਤੀ 'ਤੇ ਆ ਕੇ ਵੀ ਆਪਾਂ ਸਾਂਭੀਆਂ ਨੇ, ਜਾਂ ਕਹਿ ਲਓ ਕਿ ਭਾਈਚਾਰਾ ਅੱਗੇ ਤੋਂ ਬਾਅਦ ਦੂਜਾ। ਕਿਉਂਕਿ ਹੁਣ ਇਹ ਚੀਜ਼ ਤੇ ਆਪਾਂ ਉੱਥੇ ਵੇਖ ਕੇ ਆ ਵੀ ਗਾਂ ਜਿਹੜੇ ਇੱਥੋਂ ਦੇ ਜੰਮੇ ਪਲੇ ਜਵਾਕ ਨੇ ਜੀ, ਉਹ ਵੀ ਜਿੱਦਾਂ ਉਹਦੇ 'ਚ ਇਨਵੋਲਵ ਹੋ ਰਿਹਾ ਤੇ ਉਹ ਸਿੱਖ ਰਹੇ ਆ ਸਾਰਾ ਕੁਝ ਵੀ ਅੱਛਾ ਯਾਰ ਇਹ ਸਾਡਾ ਕਲਚਰ ਆ। ਹਾਲਾਂਕਿ ਉਹਨਾਂ ਨੂੰ ਹੋ ਸਕਦਾ ਵੀ ਪੰਜਾਬੀ ਬੋਲਣ ਦੇ ਵਿੱਚ ਉਨੀ ਮੁਹਾਰਤ ਨਾ ਹੋਵੇ ਜਿੰਨੀ ਉਹ ਅੰਗਰੇਜ਼ੀ 'ਚ ਚੱਲਦੇ ਆ, ਪਰ ਜਿਹੜੀਆਂ ਚੀਜ਼ਾਂ ਕਲਚਰ ਦੇ ਤੌਰ ਤੇ ਉਹਨਾਂ ਨੂੰ ਸਿੱਖਣੀਆਂ ਸਿਖਾਉਣੀਆਂ ਚਾਹੀਦੀਆਂ, ਉਧਰਲੇ ਪਾਸੇ ਅਗਲੇ ਗਰੋ ਕਰ ਰਹੇ, ਉਹ ਵਧੀਆ ਚੀਜ਼ ਹੈ। ਨਹੀਂ ਇਦਾਂ ਹੀ ਆ ਜੀ, ਇਹ ਆਪਣੇ ਆਪ 'ਚ ਵੱਡੀ ਗੱਲ ਹੈ। ਬਾਕੀ ਮੈਂ ਹੁਣ ਇੱਧਰੋਂ ਤੁਰ ਕੇ ਸਿੱਧਾ ਜੇ ਪੰਜਾਬ ਤੁਹਾਨੂੰ ਲੈ ਜਾਂ, ਤੁਸੀਂ ਹੈਰਾਨ ਹੋਵੋਗੇ। ਉਹ ਪਹਿਲੇ ਹੈਰਾਨ ਹੋ ਜਾਓ। ਨਹੀਂ ਮੈਂ ਤੇ ਪੰਜਾਬ ਦਾ ਨਾਂ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਕੋਈ ਆਖੀ ਜਾਂਦਾ ਅੱਧੀ ਸਦੀ, ਕੋਈ ਕਹਿੰਦਾ ਸਵਾ ਸਦੀ, ਕੋਈ ਕਹਿੰਦਾ 1.5 ਸਦੀ ਦਾ ਰਿਕਾਰਡ ਟੁੱਟ ਗਿਆ। ਪਤਾ ਨਹੀਂ ਕਹਿੰਦੇ, ਉਹ ਕਹਿੰਦੇ ਵੀ ਪਿੱਛੋਂ ਨਾ ਸੂਰਜ ਨੂੰ ਜਿਹੜੀਆਂ ਅੱਗੇ ਫੇਸ ਸਪਲਾਈ ਆਉਂਦੀ ਸੀ ਨਾ, ਉਹ ਡਬਲ ਹੋ ਗਈ ਹੈ, ਕਿਉਂਕਿ ਪੰਜਾਬ 'ਚ ਬੱਤੀ ਘਟ ਗਈ ਹੈ, ਸੂਰਜ ਬੱਤੀ ਖਿੱਚੀ ਜਾਂਦਾ ਉਧਰੋਂ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਉਹਨੂੰ ਸੂਰਜ ਨੂੰ ਕੋਲਾ ਕਿੱਥੋਂ ਸਪਲਾਈ ਹੁੰਦਾ। ਉੱਥੇ ਕਿਹੜੀ ਟ੍ਰੇਨ ਚੱਲਦੀ ਆ, ਉੱਥੇ ਕਿਹੜੀ ਝਾਰਖੰਡ ਦੀ ਖੱਡ ਹੈ ਜਿਹੜੀ ਸਿੱਧਾ ਕਨੈਕਸ਼ਨ ਸੂਰਜ ਨਾਲ ਜੁੜਿਆ ਕਿ ਭਾਈ ਮੁੜ ਕੇ ਫਿਰ ਕਿਰਨਾਂ ਤੇ ਕਿਰਨਾਂ ਜਿਹੜੀਆਂ ਚੜੀ ਜਾਂਦੀਆਂ। ਸੰਧਾਲੀਆ ਸਾਹਿਬ ਜਲਾਲਾਬਾਦ ਇਲਾਕੇ ਦੇ ਵਿੱਚ ਇੱਕ ਬੰਦਾ ਫੜਿਆ ਜੀ, ਵਿੱਚੋਂ ਗੱਲ ਕੀ ਨਿਕਲਦੀ ਹੈ, ਕਸੂਰ ਕਿਹਦਾ, ਉਹ ਬਾਅਦ ਦੀ ਗੱਲ ਹੈ। ਪਰ ਜੋ ਸ਼ੁਰੂ ਦੇ ਵਿੱਚ ਦਰਜ ਕੀਤਾ ਗਿਆ, ਕਹਿੰਦੇ ਜੀ ਉਹ ਨਜਾਇਜ਼ ਮਾਈਨਿੰਗ ਕਰਦਾ ਸੀ। ਹੁਣ ਇੱਕ ਜਗ੍ਹਾ ਦੇ ਉੱਤੇ ਜਿਹੜੀਆਂ ਤਸਵੀਰਾਂ ਆਈਆਂ, ਖੇਤ ਇੱਕ ਨੀਵਾਂ, ਇੱਕ ਉੱਚਾ, ਕਾਫੀ ਉੱਚਾ। ਹੁਣ ਉੱਚਾ ਖੇਤ ਮੀਂਹ ਪਵੇ ਤਾਂ ਮਿੱਟੀ ਉਹਦੀ ਨੀਵੇਂ ਖੇਤ 'ਚ ਜਾਂਦੀ ਹੁੰਦੀ ਹੈ। ਇਸੇ ਕਰਕੇ ਕਈ ਲੋਕ ਇਤਰਾਜ਼ ਕਰਦੇ ਹੁੰਦੇ ਆ, ਯਾਰ ਸਾਡੇ ਖੇਤ ਲਾਗੇ ਮਿੱਟੀ ਨਾ ਬਣਾਈ, ਜੇ ਮਿੱਟੀ ਬਣਾਉਣੀ ਆ ਤਾਂ 5-7 ਫੁੱਟ ਛੱਡ ਕੇ ਬਣਾਈ। ਬੜੇ ਝਗੜੇ ਹੁੰਦੇ ਆ। ਜਾਣੀ ਇਹ ਉਹ ਗੱਲਾਂ ਨੇ ਜਿਹੜੀਆਂ ਜ਼ਮੀਨ ਦੇ ਨਾਲ ਜੁੜੇ ਹੋਏ ਬੰਦੇ ਨੂੰ ਸਮਝ ਆ, ਨਹੀਂ ਤਾਂ ਅਗਲਾ ਕਹਿੰਦਾ ਆਪਣੇ ਖੇਤ 'ਚੋਂ ਪਟਾਈ ਤੁਹਾਨੂੰ ਕੀ। ਪਰ ਉਹ ਫਿਰ ਖੇਤ ਉਹਨੇ ਮੰਨ ਲਓ ਪਾਣੀ ਵੀ ਲਾਇਆ ਤਾਂ ਮਿੱਟੀ ਹੌਲੀ ਹੌਲੀ ਉਧਰਲੇ ਪਾਸੇ ਜਾਈ ਜਾਣੀ ਆ। ਹੁਣ ਜਿਹੜਾ ਬੰਦਾ ਫੜਿਆ ਉਹ 'ਤੇ ਇਲਜ਼ਾਮ ਹੈ ਕਿ ਉਹਨੇ ਨਜਾਇਜ਼ ਮਾਈਨਿੰਗ ਕੀਤੀ, ਤੇ ਜਿਹੜੀਆਂ ਚੀਜ਼ਾਂ ਉਹਦੇ ਕੋਲੋਂ ਬਰਾਮਦ ਕੀਤੀਆਂ, ਕਹਿੰਦੇ ਜੀ 1 ਕਹੀ, 2 ਤਸਲੇ ਲਵਾਂਡੇ, 100 ਰੁਪਈਆ ਪੂਰਾ। ਅੱਛਾ, ਨਕਦ ਰਾਸ਼ੀ? ਹਾਂ, ਨਕਦ ਰਾਸ਼ੀ। ਤੇ ਕਹਿੰਦੇ ਜੀ ਨਜਾਇਜ਼ ਮਾਈਨਿੰਗ ਕਰਦਾ। ਹੋ ਸਕਦਾ ਉਹ ਰੌਲਾ ਪਾਉਂਦਾ, ਕਹਿੰਦਾ ਨਾ ਮੇਰੇ ਤੋਂ ਟਿੱਪਰ ਫੜਿਆ, ਨਾ ਕੋਈ ਆ ਫੜਿਆ, ਮੈਂ ਤਾਂ ਖੇਤ ਪੱਧਰਾ ਕਰਨ ਡਿਆ। ਹੋ ਸਕਦਾ ਕਿ ਭਾਈ ਉੱਥੋਂ ਕੋਈ ਇਦਾਂ ਦਾ ਮਾੜਾ ਚੰਗਾ ਕੰਮ ਹੁੰਦਾ ਵੀ ਹੋਵੇ, ਅਸੀਂ ਨਹੀਂ ਕਹਿੰਦੇ, ਇਹ ਤਾਂ ਪੁਲਿਸ ਪ੍ਰਸ਼ਾਸਨ ਦੇਖੂਗਾ। ਪਰ ਜਦੋਂ ਆਮ ਲੋਕ ਕਹਿੰਦੇ ਨਾ ਜੀ ਉਹਦੇ ਕੋਲ 100 ਰੁਪਈਆ ਵੀ ਜੇਬ 'ਚੋਂ ਨਿਕਲਿਆ, ਉਹਦੇ ਕੋਲ ਕਈ ਵੀ ਨਿਕਲੀ, ਉਹਦੇ ਕੋਲ 1-2 ਲਵਾਂਡੇ ਵੀ ਨਿਕਲੇ ਤਸਲੇ, ਫਿਰ ਕਿਤੇ ਨਾ ਕਿਤੇ ਲੋਕ ਥੋੜ੍ਹਾ ਜਿਹਾ ਮੁਸਕਰਾਉਂਦੇ ਵੀ ਆ। ਉਹ ਕਹਿੰਦੇ ਨਾ ਆਪ ਪੰਜਾਬ ਮੇਂ ਹੋ, ਜ਼ਰਾ ਮੁਸਕਰਾ ਦਿਓ। ਨਹੀਂ ਦੇਖੋ, ਗੱਲ ਇਹ ਆ ਵੀ ਇਹ ਖਬਰ ਕੀ ਆ ਕੀ ਨਹੀਂ ਆ, ਇਹਦੀ ਜ਼ਰੂਰ ਡੂੰਘਾਈ 'ਚ ਜਾਣਾ ਚਾਹੀਦਾ, ਕਿਉਂਕਿ ਇਹ ਨਾ ਹੋਵੇ ਕਿ ਵੀ ਉਹ ਕਹਿੰਦੇ ਨਾ ਵੀ ਕਾਨੂੰਨ ਨੇ ਹੁਣ ਕਾਨੂੰਨ ਦਾ ਕੰਮ ਕਰਨਾ, ਦੀ ਸਹੀ ਨੂੰ ਸਹੀ, ਗਲਤ ਨੂੰ ਗਲਤ ਕਰਨਾ। ਤੇ ਕਿਸੇ ਵੇਲੇ ਇਹ ਹੁੰਦਾ ਵੀ ਯਾਰ ਅੱਛਾ ਹੁਣ ਹੱਥ ਤੇ ਪਾਉਣਾ ਹੀ, ਉਹ ਕਹਿੰਦੇ ਹੁਣ ਯਾਰ ਕਾਗਜ਼ ਵੀ ਕਾਲੇ ਕਰਕੇ ਭੇਜਣੇ ਉੱਪਰ ਵੀ ਯਾਰ ਕੁਛ ਨਾ ਕੁਛ ਦੱਸੋ ਵੀ ਆਪਾਂ ਬੰਦੇ ਫੜੇ ਕਿ ਨਹੀਂ ਫੜੇ। ਉਹ ਕਹਿੰਦੇ ਚਲੋ ਫਿਰ ਇਹਨੂੰ ਫੜ ਲਓ। ਮਤਲਬ ਜੇ ਤੇ ਆਪਾਂ ਉਸੇ ਹਿਸਾਬ ਨਾਲ ਕਾਗਜ਼ ਭਰਨ ਦਾ ਕਰਕੇ ਹੀ ਉਹ ਸਾਰੀਆਂ ਗਿਣਤੀਆਂ ਕਰਨੀਆਂ, ਉਹਦਾ ਕੋਈ ਫਾਇਦਾ ਨਹੀਂ ਜੀ। ਤੇ ਜੇ ਵਾਕਈ ਆਪਾਂ ਉਸ ਚੀਜ਼ ਨੂੰ ਸਹੀ, ਗਲਤ ਨੂੰ ਗਲਤ ਕਰਨਾ, ਤੇ ਫਿਰ ਜੇ ਉਸ ਪਾਸੇ ਤੁਰਿਆ ਜਾਵੇ ਤੇ ਲੋਕ ਵੀ ਬੱਲੇ ਬੱਲੇ ਕਰਨਗੇ, ਤੇ ਆਪਾਂ ਨੂੰ ਇੱਥੇ ਬਹਿ ਕੇ ਹੁਣੇ ਕਿਹੜੀਆਂ ਗੱਲਾਂ ਕਰਦੇ ਕਿੱਥੇ ਜਾ ਲਵਾਂਡਿਆਂ ਦੇ ਜਾ ਵੜੇ ਇੱਕਦਮ ਠਾ ਹੈ ਨਾ, ਉਹ ਨਹੀਂ ਕਰਨਾ ਪਊਗਾ। ਨਹੀਂ ਕਰਨਾ ਪਊਗਾ। ਬਾਕੀ ਸੰਧਾਲੀਆ ਸਾਹਿਬ ਇੱਦਾਂ ਆ ਗੱਲ ਕਿ ਆਪਾਂ ਪਿਛਲੇ ਕਈ ਦਿਨਾਂ ਤੋਂ ਬੇਨਤੀਆਂ ਕਰਦੇ ਸੀ ਕਿ ਭਾਈ ਕੇਂਦਰ ਸਰਕਾਰ ਦੇ ਕੋਲੇ ਮੌਕਾ, ਭਾਰਤੀ ਜਨਤਾ ਪਾਰਟੀ ਦੇ ਕੋਲ ਚਾਂਸ ਹੈ, ਪੰਜਾਬ ਵਾਲੇ ਲੀਡਰ ਜਾਣ ਉੱਥੇ ਗੱਲਬਾਤ ਕਰਨ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਭਾਈ ਸਾਡੀ ਕਣਕ, ਗਰਮੀ ਅਚਾਨਕ ਪੈ ਗਈ, ਕਣਕ ਦੇ ਦਾਣੇ ਸੁੰਗੜ ਗਏ ਆ, ਇਸ ਕਰਕੇ ਜਿਹੜੀ ਤੁਸੀਂ 6-7% ਸੁੰਗੜੀ ਹੋਈ ਕਣਕ ਖਰੀਦਣ ਦਾ ਇੱਕ ਨਿਯਮ ਰੱਖਿਆ, ਉਹਨੂੰ ਜਰਾ ਵਧਾ ਦਿਓ। 22% ਦੀ ਮੇਰੇ ਖਿਆਲ ਮੰਗ ਰੱਖੀ ਸੀ। ਬਹੁਤ ਸਾਰੀਆਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਕਿਹਾ ਸੀ ਨਹੀਂ ਜੀ ਪੰਜਾਬ ਦੇ ਕਿਸਾਨ ਦੀ ਸਾਰ ਲਓ,
ਇੱਕ ਤਾਂ ਝਾੜ ਘਟ ਗਿਆ, ਦੂਜੀ ਤੁਸੀਂ ਮੰਡੀਆਂ ਦੇ ਵਿੱਚੋਂ ਜੇ ਕਣਕ ਖਰੀਦੋਗੇ ਨਹੀਂ, ਲਿਫਟਿੰਗ ਨਹੀਂ ਹੋਊਗੀ, ਇਹਨਾਂ ਨੂੰ ਪੈਸੇ ਵੇਲੇ ਸਿਰ ਜੇ ਨਾ ਮਿਲੇ ਜਾਂ ਅੱਗੋਂ ਕੋਈ ਦਿੱਕਤ ਆਈ ਤੇ ਇਹਨਾਂ ਵਿਚਾਰਿਆਂ ਦੇ ਪੱਲੇ ਫੱਕਾ ਨਹੀਂ ਰਹਿਣਾ। ਹੁਣ ਇੱਕ ਟੀਮ ਆਈ, ਕਿੰਨੀ ਕੁਛ ਹੋਇਆ ਨਾ, ਇੱਕ ਟੀਮ ਆਈ, ਉਹ ਨਮੂਨੇ ਲੈ ਕੇ ਗਏ। ਅਸੀਂ ਜੀ ਅੱਜ ਕੱਲ ਪਰਸੋਂ ਕੇਂਦਰ ਸਰਕਾਰ ਵੱਲੋਂ ਸੁਨੇਹਾ ਜੀ, ਚਲੋ ਠੀਕ ਆ ਯਾਰ, ਤੁਸੀਂ ਕਿਹੜਾ ਆਪ ਦਾਣੇ ਦੱਬ ਕੇ ਛੋਟੇ ਕਰ ਦਿੱਤੇ ਆ, ਖਰੀਦਨੇ ਆ, ਕੋਈ ਫੈਸਲਾ ਨਾ ਆਇਆ। ਦੂਜੀ ਟੀਮ ਕਹਿੰਦੇ ਜੀ ਭੇਜਣੀ ਆ, ਉਧਰੋਂ ਮੰਡੀਆਂ ਬੰਦ ਹੋਣ ਨੂੰ ਫਿਰਨ, ਦੂਸਰੀ ਟੀਮ ਭੇਜ ਦਿੱਤੀ, ਦੂਸਰੀ ਟੀਮ ਭੇਜਤੀ, ਫੈਸਲਾ ਫਿਰ ਨਾ ਆਵੇ। ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਆਉਣ ਲੱਗ ਪੈਂਦਾ, ਨਹੀਂ ਜੀ ਦਿੱਲੀ ਨੇ ਐਂ ਕਰਨਾ ਜੀ, ਕੇਂਦਰ ਸਰਕਾਰ ਉਹ ਤਾਂ ਪੰਜਾਬ ਤੋਂ ਕੁਛ, ਪਰ ਸਿੱਧਾ ਹੀ 6-7% ਸੁੰਗੜੀ ਕਣਕ ਖਰੀਦਣ ਦਾ ਨਿਯਮ ਬਦਲ ਕੇ 18% ਤੱਕ ਕਰਤਾ। ਦੇਖੋ ਜੇ 6 ਤੋਂ 12 ਕਰਦੇ, 8 ਕਰਦੇ, 11 ਕਰਦੇ, ਥੋੜਾ ਜਿਹਾ ਔਖਾ ਲੱਗਣਾ ਸੀ। ਜੇ 22% ਤੱਕ ਵੀ ਕਣਕ ਸੁੰਗੜੀ ਹੈ, ਜੇ 18 ਤੱਕ ਵੀ ਉਹਨਾਂ ਨੇ ਮਾਨਤਾ ਦੇ ਦਿੱਤੀ, ਕੋਈ ਗੱਲ ਨਹੀਂ, ਦਾਣੇ ਸੁੰਗੜ ਕੇ ਲੈ ਆਓ, ਅਸੀਂ ਪੂਰਾ ਹੀ ਭਾਅ ਦੇਵਾਂਗੇ, ਕੋਈ ਨਿਯਮਾਂ ਦੇ ਵਿੱਚ ਹੇਰ-ਫੇਰ ਕਰਕੇ ਅਸੀਂ ਤੁਹਾਨੂੰ ਸੁੱਖ ਦੇਣਾ ਹੈ। ਕੇਂਦਰ ਸਰਕਾਰ ਦਾ ਧੰਨਵਾਦ ਵੀ ਹੈ, ਨਹੀਂ ਤਾਂ ਰੌਲਾ ਗੌਲਾ ਪੈਣਾ ਸੀ, ਕਿਸਾਨ ਜਥੇਬੰਦੀਆਂ ਨੂੰ ਧਰਨੇ ਦੇਣੇ ਪੈਣੇ ਸੀ, ਪੰਜਾਬ ਸਰਕਾਰ ਨੇ ਕਹਿਣਾ ਸੀ ਜੀ ਆਹ ਕਰਦੇ ਆ। ਹੁਣ ਉਹ ਵੀ ਆਪਣਾ ਕੰਮ ਕਰਨਗੇ, ਇਹ ਵੀ ਆਪਣਾ ਕੰਮ ਕਰਨਗੇ, ਕਿਸਾਨ ਨੂੰ ਨੁਕਸਾਨ ਤਾਂ ਹੋਇਆ, ਪਰ ਅਗਲੇ ਨੁਕਸਾਨ ਤੋਂ ਕਿਸਾਨ ਦਾ ਪੂਰਾ ਬਚਾਅ ਹੋ ਗਿਆ ਜੀ। ਇਹ ਵੱਡੀ ਗੱਲ ਆ। ਹੋ ਸਕਦਾ ਵੀ ਆਪਾਂ ਜਦੋਂ ਪਰਸੈਂਟੇਜ 'ਚ ਸਮਝਾਈਏ ਤੇ ਨਾ ਸਮਝ ਆਵੇ। ਆਮ ਤੌਰ ਤੇ ਸਾਈਕਲ ਤੇ ਜਿਹੜਾ ਬੰਦਾ ਕੋਈ ਕਣਕ ਲੈ ਕੇ ਗਿਆ ਹੋਵੇ, ਮੈਂ ਆਟਾ ਪਿਆ ਲਿਆਵਾਂ ਜੀ, ਉੱਥੇ ਜੇ ਠੀਕ ਠਾਕ ਜੇ ਹਿਸਾਬ ਨਾਲ ਸਾਈਕਲ ਹੋਵੇ ਤੇ ਮਣਕ ਦੇ ਅੰਦਰ ਬਾਹਰ ਦੀ ਕਣਕ ਜਿਹੜੀ ਹੁੰਦੀ ਹੈ, ਉਹ ਬੰਦਾ ਖੜਦਾ ਤੋੜੇ 'ਚ ਵੀ ਯਾਰ ਇੰਨੀ ਕੁ ਲੈ ਜਾਓ, ਬਹੁਤਾ ਆਪਾਂ ਕੱਲ ਹੀ ਐਵੇਂ ਜਾਂ ਤੇ ਕਲੀਅਰ ਤੋੜਾਂਗੇ ਸਾਈਕਲ ਦਾ, ਹੈ ਨਾ, ਤੇ ਜਾਂ ਮੁੜ ਕੇ ਐਵੇਂ ਬੋਰੀ ਪਾਟੂ ਮੁੜ ਕੇ ਚੁੱਕ ਕੇ ਰੱਖਣ ਥੱਲਣ ਦਾ ਵੀ ਰੌਲਾ ਬੰਦਾ ਨਾ ਹੋਵੇ, ਹੱਥ ਪਾਉਣ ਨੂੰ ਨਹੀਂ ਕਹਿਣਾ ਪੈਂਦਾ, ਬੰਦਾ ਚੱਕ ਦਿੰਦਾ। ਇੱਕ ਨਾਲ ਇਹ ਵੀ ਹੁੰਦਾ ਵੀ ਨਹੀਂ ਨਿੱਕਿਆ ਆਪਣਾ ਇਹਦੇ ਨਾਲ ਸਰਨਾ ਨਹੀਂ, ਥੋੜੇ ਜਿਹੇ ਤੇ ਹੋਰ ਖੜੋ, ਫਿਰ ਕਹਿੰਦਾ 20 ਕਿਲੋ ਇਦਾਂ ਕਰੋ ਵੀ ਉਹ ਜਿਹੜਾ ਵਿਚਾਲੇ ਆ ਨਾ ਡੰਡਾ, ਉਹ ਜਿੱਥੇ ਹੁੰਦੇ ਆ ਆਪਣੇ ਪੈਡਲ, ਉੱਤੇ ਰੱਖ ਲਓ, 2 ਮਿੰਟ ਮੜਗਾੜ ਭਾਵੇਂ ਬਿੰਗਾ ਹੋ ਜਾਏ, ਆ ਥੋੜੀ ਜਿਹੀ ਢਿੱਲੀ ਕਰਕੇ ਕਵਰ ਜਿਹਾ ਹੁੰਦਾ। ਉਹ ਮਤਲਬ ਇਹ ਹੋ ਗਿਆ ਵੀ ਚਲੋ ਮਣ ਨੂੰ ਆਪਾਂ ਛੱਡ ਦਈਏ, ਜਿਹੜੀ ਉਹ 20 ਕਿਲੋ ਆ ਨਾ, ਉਹਦੇ ਤੇ ਆਈਏ ਵੀ ਜੇ 100 ਕਿਲੋ ਦੀ ਬੋਰੀ ਆ, 18% ਅਗਲਿਆਂ ਨੇ ਕਹਿ ਦਿੱਤਾ, ਇਹਦਾ ਮਤਲਬ 100 ਕਿਲੋ ਦੀ ਬੋਰੀ ਚੋਂ 18 ਕਿਲੋ ਦਾਣੇ, ਵੀ ਜੇ ਉਹ ਮਾੜੇ ਵੀ ਹੋਣ, ਨਿੱਕੇ ਵੀ ਹੋਣ, ਕਮਜ਼ੋਰ ਵੀ ਹੋਣ, ਤਾਂ ਵੀ ਅਗਲਿਆਂ ਨੇ ਕਿਹਾ ਵੀ ਚੱਲਦੇ ਆ। ਸੋ ਇਹ ਇੱਕ ਵੱਡੀ ਗੱਲ ਹੈ ਵੀ ਹਰੇਕ 100 ਕਿਲੋ ਦੀ ਬੋਰੀ ਪਿੱਛੇ ਉਸੇ ਬੋਰੀ ਚੋਂ 18 ਕਿਲੋ ਦਾਣੇ ਇਹੋ ਜਿਹੇ ਵੀ ਨਿਕਲ ਸਕਦੇ ਆ ਜਿਹੜੇ ਕਿ ਮਾੜੇ ਨੇ, ਕਮਜ਼ੋਰ ਨੇ, ਮਾਪਦੰਡਾਂ ਤੇ ਨਹੀਂ ਖਰੇ ਉਤਰਦੇ। ਫਿਰ ਵੀ ਜੇ ਕੇਂਦਰ ਸਰਕਾਰ ਨੇ ਕਿਹਾ ਵੀ ਕੋਈ ਗੱਲ ਨਹੀਂ ਲੈ ਆਓ, ਤੇ ਵੱਡੀ ਗੱਲ ਹੈ। ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜਿੱਥੇ ਅਗਲੇ ਬੰਦੇ ਠੀਕ ਕੰਮ ਕਰਦੇ, ਉੱਥੇ ਅਗਲਿਆਂ ਦਾ ਧੰਨਵਾਦ ਕਰਨਾ ਬਣਦਾ। ਨਹੀਂ ਬਿਲਕੁਲ ਜੀ। ਇੱਥੇ ਤੇ ਮਣ 'ਚ ਕਿੰਨੇ ਕਿਲੋ ਹੁੰਦੇ ਆ ਤੁਸੀਂ ਦੱਸ ਦਿਓ। 40 ਲਿਖ। ਅੱਛਾ, ਮੈਂ ਸ਼ਾਇਦ ਮਾਫੀ ਚਾਹਾਂਗੇ, ਹੁਣ ਨਾ ਲਿਖਿਓ ਯਾਰ। ਇਹ ਨਾ ਵੈਸੇ ਜਦੋਂ ਕਲਾਸ ਲੱਗੀ ਹੁੰਦੀ ਆ, ਮੇਰੇ ਵਰਗੇ ਨੂੰ ਜਵਾਬ ਇੱਕੋ ਹੀ ਸਵਾਲ ਦਾ ਆਉਂਦਾ, ਪਹਿਲਾਂ ਹੀ ਉਹਨੇ ਕਹਿਣਾ ਜਨਵਰੀ ਤੋਂ ਅੱਗੇ ਕਿਹੜਾ ਮਹੀਨਾ, ਫਰਵਰੀ ਹੈ, ਜਾਨੀ ਉਹਨਾਂ ਨੇ ਬੇਸ਼ੱਕ ਕਿਹਾ ਵੀ ਹੋਵੇ, ਤੁਸੀਂ ਮੈਂ ਜਿਹਨੂੰ ਕਹੂੰਗੀ ਉਹਨੇ ਦੱਸੋ। ਇੱਕ ਨਾ ਉਹ ਚੀਜ਼ ਵੀ ਹੋ ਗਈ ਨਾ, ਕਹਿੰਦਾ ਯਾਰ ਜੂਨ ਬੜਾ ਐਤਕੀ ਤੰਗ ਹੋਏ, ਕਹਿੰਦਾ ਤੁਸੀਂ ਗੱਲਾਂ ਜੂਨ ਨੂੰ ਰੋਣ ਨੇ ਸਾਡਾ ਜੁਲਾਈ, ਕਹਿੰਦਾ ਯਾਰ ਅਸੀਂ ਜੂਨ ਮਹੀਨੇ ਦੀ ਗੱਲ ਨਹੀਂ ਕਰਨ, ਵਿਦਿਆਰਥੀ ਵਿਚਾਰੇ ਮਿਰਗੇ ਵੀ ਹੁੰਦੇ, ਹੁਣ ਕੀ ਕਰੀਏ। ਚਲੋ ਇਹ ਮਨ ਕਣਕ ਵਾਲੀ ਗੱਲ ਰਹਿਣ ਦਿਓ, ਤੁਸੀਂ ਹੋਰ ਕਰ ਲਓ ਕੁਛ। ਨਹੀਂ ਨਹੀਂ ਕੋਈ ਗੱਲ ਨਹੀਂ, ਪੰਸੇਰੀ ਕਰ ਲਓ। ਹਾਂਜੀ ਪੰਸੇਰੀ ਕਰ ਲਓ ਜੀ। ਕੀ ਦੱਸੋ? ਨਹੀਂ ਉਹ ਲਿਖਣਗੇ ਫਿਰ ਹੁਣ ਵੀ ਪੰਸੇਰੀ ਹੁੰਦੀ ਕੀ ਆ। ਹਾਂ ਚਲੋ ਠੀਕ ਹੈ, ਪੰਸੇਰੀ ਦਾਣੇ, ਪੰਸੇਰੀ ਦਾਣੇ। ਲਓ ਜੀ, ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਹੁਣ ਲੋਕ ਮਿਲਣੀ ਵਾਲੇ ਪਾਸੇ ਨੂੰ ਆਪਾਂ ਚੱਲਣਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ 2 ਮਹੀਨੇ ਮੁਕੰਮਲ ਹੋ ਗਏ। 2 ਮਹੀਨੇ ਪਹਿਲਾਂ ਭਗਵੰਤ ਮਾਨ ਹੋਰਾਂ ਨੇ ਸਹੁੰ ਚੱਕੀ ਸੀ। ਲੋਕਾਂ ਨੂੰ ਅੱਜ ਤੱਕ ਦੀ ਕਾਰਗੁਜ਼ਾਰੀ ਕਿੱਦਾਂ ਦੀ ਲੱਗੀ ਹੈ, ਮਾੜੀ ਲੱਗੀ ਹੈ, ਚੰਗੀ ਲੱਗੀ ਹੈ? ਕਿਉਂਕਿ ਕਿਸੇ ਦੇ ਲੱਗਣੀ ਹੈ ਗੋਡੇ ਤੇ ਕਿਸੇ ਦੇ ਲੱਗਣੀ ਹੈ ਗਿੱਟੇ, ਸਾਰਿਆਂ ਨੂੰ ਇੱਕੋ ਜਿਹੀ ਤੇ ਲੱਗਣੀ। ਕਿਸੇ ਨੂੰ ਸੇਕਾ, ਕਈ ਹੁੰਦੇ ਬੀਬੀਆਂ, ਉਹਨਾਂ ਨੂੰ ਹੁੰਦਾ ਕਿ ਅੱਗ ਦੇ ਨੇੜੇ ਵੀ ਸੇਕਣਾ ਜੀ, ਠੰਡ ਬਹੁਤ ਲੱਗਦੀ ਹੈ। ਕਈ ਬੀਬੀਆਂ ਠੰਡ ਨੂੰ ਮੰਨਦੀਆਂ ਨਹੀਂ ਹੁੰਦੀਆਂ। ਹੁਣ ਇਦਾਂ ਵੀ ਕੰਮ ਚੱਲੀ ਜਾਂਦਾ। ਇਹਦੀ ਸਰਕਾਰ ਦੇ ਪ੍ਰਤੀ ਵੀ ਲੋਕਾਂ ਦੀ ਰਾਏ ਵੱਖੋ ਵੱਖਰੀ ਹੋਏਗੀ। ਪਰ ਅਚਾਨਕ ਆ ਜਿਹੜਾ ਕੰਮ ਹੋ ਗਿਆ ਕਿ ਭਾਈ ਲੋਕ ਮਿਲਣੀ ਕਰਨੀ ਹੈ, ਲੋਕਾਂ ਦੇ ਦਰਸ਼ਨ ਦਿਦਾਰੇ ਕਰਨੇ ਆ, ਜਿਨ੍ਹਾਂ ਦੀਆਂ ਕੁਝ ਸ਼ਿਕਾਇਤਾਂ ਨੇ ਆ ਕੇ ਦੱਸੋ। ਲੋਕ ਸੱਦ ਲਏ, ਇੱਕ ਦਿਨ ਪਹਿਲਾਂ ਅਖਬਾਰਾਂ 'ਚ ਆ ਗਿਆ, ਪਰ ਉੱਥੇ ਸੀਮਤ ਲੋਕ ਸੱਦੇ ਸੀ ਟੈਲੀਫੋਨ ਕਰਕੇ ਕਿ ਭਾਈ ਤੁਹਾਡੀਆਂ ਸ਼ਿਕਾਇਤਾਂ ਸਾਡੇ ਕੋਲੇ ਪਹੁੰਚੀਆਂ, ਤੁਸੀਂ ਆ ਜਾਓ, ਮੁੱਖ ਮੰਤਰੀ ਸਾਹਿਬ ਤੁਹਾਡੀਆਂ ਸਿੱਧੀਆਂ ਸ਼ਿਕਾਇਤਾਂ ਹੱਲ ਕਰਨਗੇ, ਤੁਹਾਨੂੰ ਮੂਹਰੇ ਬਿਠਾ ਕੇ ਤਾਂ ਅਫਸਰ ਨਾਲ ਆਉਣਗੇ। ਪਰ ਕਿਉਂਕਿ ਪੰਜਾਬ ਦੇ ਵਿੱਚ ਅੱਜ ਤੱਕ ਇੰਨਾ ਕੁਝ ਘਟਿਆ ਵਾਪਰਿਆ, ਬਹੁਤ ਸਾਰੇ ਲੋਕਾਂ ਦੇ ਮਸਲੇ ਅੱਧ ਵਿਚਾਲੇ ਪਏ ਨੇ, ਇਸ ਕਰਕੇ ਲੋਕ ਜਿਹਨੂੰ ਵੀ ਲੱਗਾ ਅੱਛਾ ਮੁੱਖ ਮੰਤਰੀ ਸਾਹਿਬ ਆਪ ਮਿਲਣਗੇ, ਮੈਂ ਆਪਣਾ ਮਸਲਾ ਹੱਲ ਕਰਾ ਕੇ ਆਉਣਾ, ਉਹਦੇ ਘਰ ਦੇ ਮੂਹਰੇ ਜਾਂ ਜਿੱਥੇ ਵੀ ਕਿਤੇ ਉਹ ਮਿਲਣੀ ਰੱਖੀ ਸੀ, ਸੈਂਕੜੇ ਦੀ ਗਿਣਤੀ 'ਚ ਲੋਕ ਖੜੇ ਹੋ ਗਏ ਆ ਕੇ, ਜਦ ਕਿ ਅੰਦਰ ਉਹਨਾਂ ਨੂੰ ਵੜਨ ਦਿੱਤਾ ਜਾਂਦਾ ਜਿਹਨਾਂ ਦਾ ਲਿਸਟ 'ਚ ਨਾ ਆ। ਕਿਉਂਕਿ ਇੱਕ ਬੀਬੀ ਸੀ, ਉਹ ਬੀਬੀ ਕਹਿੰਦੀ ਜੀ ਮੈਂ ਭਗਵੰਤ ਮਾਨ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਲਾਲ ਲਕੀਰ ਦੇ ਅੰਦਰ ਮੇਰੀ ਥਾਂ ਆ, ਉਹ ਇੱਕ ਬੰਦਾ ਦੱਬਣ ਨੂੰ ਫਿਰਦਾ, ਅਫਸਰਾਂ ਨੂੰ ਸ਼ਿਕਾਇਤਾਂ ਬਹੁਤ ਕੀਤੀਆਂ, ਸੁਣਦਾ ਕੋਈ ਨਹੀਂ। ਉਹਨੂੰ ਵੀ ਟੈਲੀਫੋਨ ਆਇਆ, ਬੀਬੀ ਜੀ ਭਗਵੰਤ ਮਾਨ ਸਾਹਿਬ ਤੁਹਾਨੂੰ ਇਸ ਦਿਨ ਇੰਨੇ ਵਜੇ ਲੋਕ ਮਿਲਣੀ ਪ੍ਰੋਗਰਾਮ 'ਚ ਮਿਲਣਗੇ, ਆ ਜਾਓ। ਉਹਨੂੰ ਤਾਂ ਬੀਬੀ ਨੂੰ ਅੰਦਰ ਵੜ ਲਿਆ। ਬਾਕੀ ਜਿਹੜੇ ਬਿਨਾਂ ਸੱਦੇ ਤੋਂ ਆਏ ਸੀ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਤੇ ਉੱਥੇ ਉਹਨਾਂ ਰੌਲਾ ਪਾ ਲਿਆ ਕਿ ਭਾਈ ਅਸੀਂ ਤਾਂ ਮੁੱਖ ਮੰਤਰੀ ਨੂੰ ਮਿਲਣਾ। ਉਹਨਾਂ ਦੀਆਂ ਸ਼ਿਕਾਇਤਾਂ ਫੜ ਲਈਆਂ ਗਈਆਂ। ਸੋ ਜਿਹੜੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਅੰਦਰ ਮਿਲੇ,
ਸੀਗੇ ਆਮ ਲੋਕ ਹੀ। ਕੋਈ ਕਹਿੰਦਾ ਸੀ ਜੀ ਮੇਰੇ ਤੋਂ 18,000 ਰੁਪਈਆ ਜਾਂ 18 ਲੱਖ ਰੁਪਈਆ ਇਸ ਏਜੰਟ ਨੇ ਲੈ ਲਿਆ, ਕੋਈ ਕਹਿੰਦਾ ਜੀ ਇੱਥੇ ਖਾਤੇ 'ਚ ਪਾਇਆ ਮੇਰੇ ਨਾਲ ਧੋਖਾ ਕੀਤਾ। ਉਹ ਤਾਂ ਸੰਤੁਸ਼ਟ ਹੋ ਕੇ ਨਿਕਲੇ ਜੀ ਕਿ ਮੁੱਖ ਮੰਤਰੀ ਸਾਹਿਬ ਬੜੇ ਮਲਾਪੜੇ ਨੇ, ਵਧੀਆ ਤਰੀਕੇ ਨਾਲ ਮਿਲੇ। ਪਰ ਜਿਹੜੇ ਬਾਹਰ ਸੀ, ਜਿਹੜੇ ਮਿਲਣ ਆਏ ਸੀ, ਜਿਨ੍ਹਾਂ ਨੂੰ ਮੌਕਾ ਨਹੀਂ ਮਿਲ ਸਕਿਆ, ਜਿਨ੍ਹਾਂ ਦੇ ਲਿਸਟਾਂ ਦੇ ਵਿੱਚ ਨਾਂ ਨਹੀਂ ਸੀ, ਉਹ ਤੰਗ ਪਰੇਸ਼ਾਨ ਵੀ ਸੀ ਕਿ ਭਾਈ ਫਿਰ ਜੇ ਇਦਾਂ ਕਰਨੀ ਸੀ ਤਾਂ ਸੱਦਿਆ ਕਾਹਨੂੰ, ਜਦ ਕਿ ਸੱਦਾ ਸੀਮਤ ਲੋਕਾਂ ਨੂੰ ਸੀ। ਨਹੀਂ, ਇਹ ਚੀਜ਼ ਤਾਂ ਹੈਗੀ ਆ। ਇਹਦੇ ਤੇ ਹੁਣ ਇੱਕ ਚਰਚਾ ਤੇ ਇਹ ਚੱਲੀ ਜਾਂਦੀ ਆ ਕਿ ਵੀ ਇਹ ਜੋ ਕੁਝ ਵੀ ਹੋਇਆ ਇਹਦੇ 'ਚ ਸ਼ਾਇਦ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਸੀ। ਕੁਝ ਲੋਕਾਂ ਦਾ ਇਹ ਕਹਿਣਾ ਵੀ ਨਹੀਂ, ਇਹਨੂੰ ਸ਼ਾਇਦ ਉਸ ਤਰੀਕੇ ਨਾਲ ਪ੍ਰੋਜੈਕਟ ਨਹੀਂ ਕੀਤਾ ਗਿਆ ਜਿਵੇਂ ਇਹ ਚੀਜ਼ ਸੀਗੀ। ਵੀ ਮੰਨ ਲਓ ਵੀ ਇੱਕ, ਕਿਉਂਕਿ ਆਲਰੇਡੀ ਪਿਛਲੇ ਦਿਨਾਂ 'ਚ ਵੀ ਆਪਾਂ ਉਹ ਗੱਲ ਸੁਣੀ ਸੀ, ਸ਼ਾਇਦ ਉਹ ਪ੍ਰੋਸੀਜਰ ਅਜੇ ਵੀ ਚੱਲਦਾ ਹੋਵੇ, ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ CM ਆਫਿਸ ਹੋਊਗਾ, ਵੀ ਤੁਸੀਂ ਜਿਹੜੀ ਤੁਹਾਡੀ ਸ਼ਿਕਾਇਤ ਹੋਰ ਕਿਤੇ ਨਹੀਂ ਬਣਦੀ, ਤੁਸੀਂ ਆਪਣੇ ਉਸ ਦਫ਼ਤਰ ਦੇ ਵਿੱਚ ਜਾ ਕੇ ਜਮ੍ਹਾਂ ਕਰਾ ਦਿਓ। ਜਿੰਨੇ ਤੁਹਾਡੇ ਕਾਗਜ਼ ਹੈ ਅਗਲੇ ਬੰਦੇ ਸਕੈਨ ਕਰਕੇ ਉਹਦੀ ਸਾਰੀ ਡਾਕੂਮੈਂਟ ਬਣਾ ਕੇ ਤੇ ਉਹ ਸਿੱਧਾ CM ਆਫਿਸ ਭੇਜ ਦੇਣਗੇ। ਰਸੀਦ ਲੋਕਾਂ ਨੂੰ, ਰਸੀਦ ਤੁਹਾਡੇ ਕੋਲ ਹੋਊਗੀ। ਉਸ ਤੋਂ ਬਾਅਦ ਉੱਥੇ ਜਾ ਕੇ ਚੈੱਕ ਕਰ ਲਿਆ ਜਾਊਗਾ ਵੀ ਸਾਡੇ ਐਂਡ ਤੇ ਕਰਨ ਵਾਲਾ ਕਿਹੜਾ ਕਿਹੜਾ ਕੰਮ ਆ। ਉਹ ਕੰਮ ਕਰਕੇ ਜੇ ਕਾਗਜ਼ ਕਿਸੇ ਦੀ ਲੋੜ ਹੋਈ ਤੁਹਾਡੇ ਨਾਲ ਸੰਪਰਕ ਕਰਕੇ ਫਿਰ ਬੁਲਾ ਲਿਆ ਜਾਊਗਾ। ਉਹ ਹੋ ਗਿਆ ਇੱਕ ਤਰੀਕਾ ਵੀ ਤੁਹਾਡੀ ਐਪਲੀਕੇਸ਼ਨ ਪਹਿਲਾਂ ਗਈ, ਉਹ ਐਪਲੀਕੇਸ਼ਨ ਉੱਥੇ ਲੱਗੀ ਹੋਈ ਆ, ਉਹਦੇ ਤੇ ਪ੍ਰੋਸੈਸ ਹੋਇਆ, ਅਗਲਿਆਂ ਨੂੰ ਜੇ ਲੱਗਿਆ ਵੀ ਯਾਰ ਇਹਨਾਂ ਦਾ ਕੰਮ ਇੱਥੇ ਹੋਣ ਵਾਲਾ ਤੇ ਜਾਂ ਤੇ ਅਗਲਿਆਂ ਨੂੰ ਸੱਦ ਲਾਂਗੇ, ਜਾਂ ਜਿੱਦਾਂ ਉਹ ਬਹੁਤ ਸਾਰੇ ਲੋਕ ਉੱਥੇ ਕਹਿੰਦੇ ਸੀ ਵੀ ਸਾਨੂੰ, ਜਿਹੜੇ ਲੋਕ ਪਹਿਲਾਂ ਸਾਡੀ ਗੱਲ ਨਹੀਂ ਸੀ ਸੁਣਦੇ, ਉਹਨਾਂ ਦੇ ਸਾਨੂੰ ਫੋਨ ਆਏ ਵੀ ਤੁਸੀਂ ਇਸ ਤਰੀਕ ਨੂੰ ਇੱਥੇ ਆ ਕੇ ਮਿਲੋ ਜੀ, ਅਸੀਂ ਤੁਹਾਡਾ ਕੰਮ ਕਰਵਾ ਦਿੰਦੇ ਹਾਂ ਜੀ। ਇਹਦਾ ਮਤਲਬ ਵੀ ਜਿਹੜੀ ਤੇ ਤਾਰ ਸਿੱਧੀ ਜੁੜੀ ਉਸ ਤਾਰ 'ਚ ਕਰੰਟ ਆਇਆ ਪੂਰਾ। ਪਰ ਮੁਸ਼ਕਿਲ ਇੱਕ ਇਹ ਵੀ ਆ ਵੀ ਇਹ ਚੀਜ਼ਾਂ ਉਹ ਹੁੰਦੀਆਂ ਪਈਆਂ ਜਿਹੜੀਆਂ ਪਹਿਲੀ ਵਾਰਾਂ ਘਟ ਰਹੀਆਂ, ਤੇ ਲੋਕ ਤੁਹਾਨੂੰ ਪਤਾ ਹੀ ਆ ਵੀ ਹਰੇਕ ਬੰਦਾ ਕੋਈ ਸਾਲਾਂ ਦਾ, ਕੋਈ ਦਹਾਕਿਆਂ ਦਾ ਤੰਗ ਪਰੇਸ਼ਾਨ ਆ, ਤੇ ਹਰੇਕ ਨੂੰ ਲੱਗਦਾ ਵੀ ਯਾਰ ਮੇਰਾ ਮਸਲਾ ਹੱਲ ਹੋ ਜੇ, ਮੇਰੀ ਜਾਨ ਛੁੱਟ ਜੇ। ਤੇ ਜਦੋਂ ਵੀ ਕਿਸੇ ਨੇ ਉਹ ਵੱਡਾ ਸਾਰਾ ਪੋਸਟਰ ਦੇਖਿਆ, ਉਹ ਕੋਈ ਬਰੀਕੀਆਂ 'ਚ ਤੇ ਪੈਂਦੇ ਨਹੀਂ ਵੀ ਇਹ ਕਿਉਂ ਆ ਤੇ ਕਿੱਦਾਂ ਨਹੀਂ ਆ। ਕੰਡੀਸ਼ਨਸ ਅਪਲਾਈ ਤਾਂ ਪੜਦੇ ਨਹੀਂ। ਕੰਡੀਸ਼ਨ ਵਾਲੇ ਦੇ ਪਾਸੇ ਆਪਾਂ ਜਾਂਦੇ ਨੇ, ਆਪਾਂ ਲੋਕ ਮਿਲਣੀ, ਤਰੀਕ ਤੇ ਜਗ੍ਹਾ ਸਥਾਨ ਵੇਖ ਕੇ ਤੇ ਨਾਲ ਹੀ ਤੁਰ ਪੈਂਦੇ ਵੀ ਸ਼ਾਇਦ ਸਾਡੀ ਵੀ ਗੱਲ ਬਣ ਜਾਵੇ। ਸੋ ਇਹ ਗੱਲ ਹੋ ਸਕਦੀ ਹੈ ਵੀ ਇੱਕ ਮਿਸਮੈਨੇਜਮੈਂਟ ਹੋ ਗਈ, ਪਰ ਉਹਦੇ ਨਾਲ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ, ਕਿਉਂਕਿ ਉਹ ਲੋਕ ਕਹਿਣ ਲੱਗ ਪਏ, ਉਹ ਕਹਿੰਦੇ ਯਾਰ ਦੇਖ ਲਓ ਇੱਕ ਤਰ੍ਹਾਂ ਦੇ ਡਰਾਮੇ ਹੋ ਰਹੇ ਆ, ਹੋਰ ਇਹ ਕੁਝ ਹੋ ਨਹੀਂ ਰਿਹਾ। ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਢਾਂਚਾ ਬਣਾਉਣਾ ਤਾਂ ਬਹੁਤ ਜ਼ਰੂਰੀ ਹੈ। ਹੁਣ ਜਿਹੜਾ ਬੰਦਾ ਪਠਾਨਕੋਟ 'ਚ ਬੈਠਾ, ਸ਼੍ਰੀ ਮੁਕਤਸਰ ਸਾਹਿਬ ਬੈਠਾ ਜਾਂ ਬਠਿੰਡੇ 'ਚ ਬੈਠਾ, ਜੇ ਉਹ ਚੰਡੀਗੜ੍ਹ ਜਾ ਕੇ ਕੰਮ ਕਰਾਊਗਾ ਤਾਂ ਐਨਰਜੀ, ਟਾਈਮ, ਸਾਰਾ ਕੁਝ ਵੇਸਟ ਹੁੰਦਾ, ਪੈਸੇ ਵੀ ਲੱਗਦੇ ਆ, ਕਿਰਾਇਆ ਭਾੜਾ, ਤੇਲ ਬੰਦਾ ਖਰਚਦਾ। ਪਰ ਦੂਸਰੇ ਪਾਸੇ ਜਿੱਥੇ ਕਿ ਉਹ ਕੰਮ ਕਰਨ ਵਾਲਾ ਢਾਂਚਾ ਅਫਸਰਸ਼ਾਹੀ ਪਹੁੰਚ ਗਈ ਹੈ, ਕਦੇ ਕਦੇ ਐਂ ਵੀ ਲੱਗਦਾ ਕਿ ਭਾਈ ਉੱਪਰਲੇ ਪਾਸੇ, ਕਿਉਂਕਿ ਹੁਣ ਚਰਚਾ ਚੱਲਦੀ, ਪੱਤਰਕਾਰਤਾ ਅੰਦਰ ਜਾਣ ਨਹੀਂ ਦਿੱਤੇ, ਕਿ 2-3 ਅਫਸਰਾਂ ਦੇ ਉੱਤੇ ਮੌਕੇ ਤੇ ਕਾਰਵਾਈ ਕਰਨ ਦਾ ਹੁਕਮ ਦੇ ਦਿੱਤਾ ਕਿ ਜਦੋਂ ਲੋਕਾਂ ਨੂੰ ਦਿਖਾਇਆ ਜੀ ਆ ਦੇਖੋ, 1 ਦਰਖਾਸਤ, 2 ਦਰਖਾਸਤ, 3 ਦਰਖਾਸਤ, 5 ਦਰਖਾਸਤਾਂ, ਸਾਨੂੰ ਸੱਦਦੇ ਆ, ਬਿਠਾ ਕੇ ਮੋੜ ਦਿੰਦੇ ਆ, ਮੂਹਰਲੇ ਬੰਦੇ ਨੂੰ ਸੱਦਦੇ ਨਹੀਂ, ਉਹ ਵੱਡਾ ਹੈ। ਉਸੇ ਵੇਲੇ ਕਹਿੰਦੇ ਖਾਸ ਤੌਰ ਦੇ ਉੱਤੇ ਮਾਲ ਮਹਿਕਮੇ ਦੇ ਕੁਝ ਅਧਿਕਾਰੀ, ਉਹਨਾਂ ਦੇ ਉੱਤੇ ਕਾਰਵਾਈ ਕਰਨ ਨੂੰ, ਜਾਂਚ ਪੜਤਾਲ ਕਰਨ ਨੂੰ ਕਹਿਤਾ ਕਿ ਭਾਈ ਦੱਸੋ ਆ ਕੰਮ ਕਿਉਂ ਹੋਇਆ। ਅਫਸਰਸ਼ਾਹੀ ਨੂੰ ਸੁਨੇਹਾ ਦੇਣਾ ਤਾਂ ਬਹੁਤ ਜ਼ਰੂਰੀ ਹੈ ਕਿ ਭਾਈ ਜੇ ਹੇਠਲੇ ਪਾਸੇ ਕੋਈ ਬੰਦਾ ਤੁਹਾਡੇ ਕੋਲੇ ਆਉਂਦਾ, ਤੁਸੀਂ ਉਹਦਾ ਕੰਮ ਨਹੀਂ ਕਰਦੇ, ਕਿਸੇ ਦਬਾਅ ਜਾਂ ਨੇੜਤਾ, ਹਿੱਸੇਦਾਰੀ ਦੇ ਪੱਖ ਤੋਂ ਰਹਿੰਦੇ ਹੋ, ਤਾਂ ਫਿਰ ਹੋ ਸਕਦਾ ਬੰਦਾ ਕੱਲ੍ਹ ਨੂੰ ਮੁੱਖ ਮੰਤਰੀ ਨੂੰ ਚਿੱਠੀ ਪਾ ਦੇਵੇ ਤੇ ਮੁੱਖ ਮੰਤਰੀ ਆਪ ਸੱਦ ਲਵੇ। ਬਹੁਤ ਵਧੀਆ ਗੱਲ ਹੈ ਕਿ ਸੁਨੇਹਾ ਦੇਣਾ, ਪਰ ਢਾਂਚਾ ਤਾਂ ਕਾਇਮ ਕਰਨਾ ਪਊਗਾ ਨਾ ਕਿ ਲੋਕਾਂ ਦੇ ਕੰਮ ਆਪਣੇ ਘਰ ਦੇ ਨੇੜੇ ਹੀ ਹੋਣ, ਕਿਉਂਕਿ ਸਾਰਿਆਂ ਪੰਜਾਬ ਦੇ 3.25 ਕਰੋੜ ਲੋਕਾਂ ਨੂੰ ਤਾਂ ਭਗਵੰਤ ਮਾਨ ਹੋਰਾਂ ਨੂੰ ਮਿਲ ਨਹੀਂ ਲੈਣਾ ਮੁੱਖ ਮੰਤਰੀ ਸਾਹਿਬ ਨੇ। ਹੁਣ 20 ਨੂੰ ਮਿਲ ਲੈਣਗੇ, 40 ਨੂੰ ਮਿਲ ਲੈਣਗੇ, ਲੱਖ ਬੰਦੇ ਨੂੰ ਮਿਲ ਲੈਣਗੇ ਸਾਰੇ 5 ਸਾਲਾਂ 'ਚ। ਸੋ ਜੇ ਢਾਂਚਾ ਦਰੁਸਤ ਕਰ ਦੇਣ ਤਾਂ ਸ਼ਾਇਦ ਉਹਨਾਂ ਨੂੰ ਇਹ ਜਨਤਾ ਦਰਬਾਰ, ਲੋਕ ਮਿਲਣੀ ਪ੍ਰੋਗਰਾਮ ਕਰਨਾ ਹੀ ਨਾ ਪਵੇ। ਪਰ ਫਿਰ ਵੀ ਚਲੋ, ਜੇ 4 ਲੋਕਾਂ ਦੇ ਕੰਮ ਹੋਏ ਆ ਤਾਂ ਠੀਕ ਆ ਭਾਈ, ਹੁਣ ਹੀ ਹੋ ਗਏ। ਹਾਂ, ਉਹ ਅਫਸਰ ਜਿਨ੍ਹਾਂ ਦੇ ਕੋਲ ਲੋਕ ਗੇੜੇ ਮਾਰਦੇ ਸੀ, ਹੁਣ ਇੱਕ ਮੈਂ ਬੀਬੀ ਦਾ ਬਿਆਨ ਸੁਣਿਆ, ਉਹ ਕਹਿੰਦੇ ਜੀ ਜਿਹੜਾ ਅਫਸਰ ਸਾਡੀ ਪਹਿਲਾਂ ਗੱਲ ਨਹੀਂ ਸੁਣਦਾ, ਉਹ ਕਹਿੰਦੇ ਦੂਜੇ ਨੂੰ ਚੱਕ ਲਿਆਉਣੇ ਆ। ਚੱਕ ਲਿਆਉਣ ਵਾਲਾ ਤਾਂ ਕਨਸੈਪਟ ਹੀ ਨਹੀਂ ਚਾਹੀਦਾ ਕਿ ਭਾਈ ਚੱਕਣਾ ਕਾਹਤੋਂ ਆ। ਜੋ ਤੁਹਾਡੇ ਕੋਲ ਸ਼ਿਕਾਇਤ ਆਈ ਹੈ ਵੈਰੀਫਾਈ ਕਰੋ, ਇਨਸਾਫ ਕਰ ਦਿਓ। ਜੇ ਬੰਦਾ ਲੱਗਦਾ ਕਿ ਭਾਈ ਇੰਨਾ ਹੀ ਦੋਸ਼ੀ ਹੈ, ਕਾਨੂੰਨ ਮੁਤਾਬਕ ਅੰਦਰ ਜਾਣਾ ਚਾਹੀਦਾ, ਹਿਰਾਸਤ 'ਚ ਲੈ ਕੇ ਤਾਂ ਅੱਗੇ ਫਿਰ ਅੱਗੇ ਤੋਰ ਦਿਓ। ਪਰ ਚੱਕ ਲੈਣਾ, ਰੱਖ ਦੇਣਾ, ਛੱਡ ਦੇਣਾ, ਨਾ ਪਾ ਦੇਣਾ, ਨਾ ਕੱਢ ਦੇਣਾ, ਇਹ ਧਾਰਨਾਵਾਂ ਹੁਣ ਤਬਦੀਲ ਹੋ ਜਾਣ ਤਾਂ ਚੰਗਾ। ਇੱਕ ਆਪਾਂ ਮੇਰਾ ਖਿਆਲ ਹੋਰ ਬੇਨਤੀ ਕਰਦੇ ਹਾਂ, ਹੋ ਸਕਦਾ ਕਿ ਜੇ ਇੰਨੀਆਂ ਚੇਂਜਿਸ ਕਰ ਰਹੀ ਹੈ ਸਰਕਾਰ, ਤੇ ਹਰੇਕ ਪਾਸੇ ਹੁੰਦਾ ਵੀ ਯਾਰ ਆਪਾਂ ਹੁਣ ਅੱਗੇ ਵਧਣਾ, ਆਪਾਂ ਪਿੱਛੇ ਨੂੰ ਨਹੀਂ ਜਾਣਾ ਹਨ। ਪਰ ਮੈਨੂੰ ਲੱਗਦਾ ਹੁੰਦਾ ਵੀ ਕੁਝ ਚੀਜ਼ਾਂ ਜਿਹੜੀਆਂ ਪਹਿਲੀਆਂ ਸੀ, ਪਿਛਲੀਆਂ ਸੀ, ਉਹ ਚੰਗੀਆਂ ਸੀ। ਹੁਣ ਇੱਕ ਆਮ ਪਿੰਡਾਂ 'ਚ ਰਿਵਾਜ ਹੁੰਦਾ ਮਨਾਦੀ ਦਾ ਜੀ। ਹੁਣ ਜੇ ਮਨਾਦੀ ਨਹੀਂ ਕਰਾਉਣੀ ਤੇ ਉਹਦਾ ਵੀ ਇੱਕ ਅਲੱਗ ਤਰੀਕਾ ਆ ਗਿਆ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ, ਕਿਉਂਕਿ ਲਾਊਡ ਸਪੀਕਰ ਤੇ ਹੁੰਦਾ ਹੀ ਹੈ, ਵੀ ਉੱਥੋਂ ਜਿਹੜੀ ਅਨਾਊਂਸਮੈਂਟ ਕਰਾ ਦਿਓ। ਹੁਣ ਹੋ ਸਕਦਾ ਵੀ ਆਪਾਂ ਇਹ ਸੋਚੀਏ ਵੀ ਓਕੇ ਜੀ, ਲਓ ਜੀ ਫਲਾਣੇ ਮੀਡੀਆ ਹਾਊਸ ਦੇ ਜ਼ਰੀਏ, ਫਲਾਣੇ ਨਿਊਜ਼ਪੇਪਰ ਦੇ ਜ਼ਰੀਏ ਆਪਾਂ ਇੱਕ ਵੱਡੀ ਐਡ ਦੇ ਦਿੱਤੀ, ਲੋਕ ਪੜ੍ਹ ਲੈਣਗੇ। ਲੋਕ ਸਾਰੇ ਨਹੀਂ ਪੜ੍ਹ ਪਾਉਂਦੇ, ਉਹ ਚੰਦ ਲੋਕ ਹੁੰਦੇ ਜਿਹੜੇ ਅਖਬਾਰ ਪੜ੍ਹਦੇ ਜਾਂ TV ਦੇਖਦੇ ਆ, ਜਾਂ ਹੋ ਸਕਦਾ ਵੀ ਉਸ ਦਿਨ ਦੀ ਉਹ ਅਖਬਾਰ ਪੜ੍ਹ ਨਾ ਸਕਣ ਜਾਂ ਉਸ ਦਿਨ ਉਹ TV ਦੇਖ ਨਾ ਸਕਣ। ਅਗਲਿਆਂ ਨੇ ਤੇ ਸਕਿੰਟਾਂ ਦੇ ਹਿਸਾਬ ਨਾਲ ਜਾਂ ਉਨੇ ਕੁ ਥਾਂ ਦੇ ਹਿਸਾਬ ਨਾਲ ਉਹ ਚੀਜ਼ ਪੇਸ਼ ਕਰਤੀ। ਪਰ ਪਿੰਡ ਦੇ ਉਸ ਧਾਰਮਿਕ ਸਥਾਨ ਤੋਂ ਅਨਾਊਂਸਮੈਂਟ ਕੀ ਹੁੰਦੀ ਹੈ,
ਉਹ ਬੰਦਾ ਹਰੇਕ ਸੁਣ ਲੈਂਦਾ। ਉਹ ਸਵੇਰੇ ਤੇ ਸ਼ਾਮ ਕੀਤੀ ਜਾ ਸਕਦੀ ਜਾਂ 2-3 ਦਿਨ ਲਗਾਤਾਰ ਕੀਤੀ ਜਾ ਸਕਦੀ। ਹੁਣ ਸਰਕਾਰ ਕੋਲੇ ਮਹਿਕਮਾ ਜਿਹਦਾ ਡਿਪਾਰਟਮੈਂਟ ਦਾ ਕੰਮ ਹੀ ਹੁੰਦਾ ਵੀ ਲੋਕ ਸੰਪਰਕ ਵਿਭਾਗ, ਵੀ ਅਸੀਂ ਲੋਕਾਂ ਦੇ ਨਾਲ ਸੰਪਰਕ ਕਰਨਾ। ਤੇ ਜਿਹੜਾ ਉਹ ਮਹਿਕਮਾ ਹੈ, ਉਸ ਮਹਿਕਮੇ ਦੇ ਅਫਸਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾ ਸਕਦੀ ਵੀ ਤੁਸੀਂ ਹਰੇਕ ਪਿੰਡ ਦੇ ਸਰਪੰਚ ਨੂੰ ਕਹਿ ਦਿਓ ਵੀ ਤੁਸੀਂ ਆਪਣੇ ਆਪਣੇ ਪਿੰਡ 'ਚ ਆਹ ਇੱਕ ਅਨਾਊਂਸਮੈਂਟ ਕਰਾ ਦਿਓ ਜੀ ਵੀ ਸਰਕਾਰ ਇਸ ਤਰ੍ਹਾਂ ਦਾ ਪ੍ਰਬੰਧ ਕਰ ਰਹੀ ਵੀ ਤੁਹਾਡਾ ਆਪਣਾ ਜ਼ਿਲ੍ਹਾ, ਉਸ ਜ਼ਿਲ੍ਹੇ ਦੇ ਇੱਥੇ ਆ ਕੇ ਇੱਕ ਦਫ਼ਤਰ ਆ, ਤੁਸੀਂ ਪਹਿਲਾਂ ਆਹ ਕੰਮ ਕਰ ਲੈਣਾ, ਜੇ ਨਹੀਂ ਹੁੰਦਾ ਤਾਂ ਫਿਰ ਤੁਸੀਂ ਫਲਾਣੇ ਥਾਂ ਸੰਪਰਕ ਕਰ ਲਓ। ਤੇ ਜਿਹੜੀਆਂ ਤੁਹਾਡੇ ਪਿੰਡ 'ਚੋਂ ਸ਼ਿਕਾਇਤਾਂ ਨੇ, ਜੇ ਸਰਪੰਚ ਸਾਹਿਬ ਜਾਂ ਬਹੁਤ ਵਾਰ ਬੰਦੇ ਆਪ ਉਹਨੂੰ ਕਹਿ ਦੇਣ ਵੀ ਯਾਰ ਤੂੰ ਸਾਡੇ ਨਾਲ ਚੱਲ ਵੜੀ, ਉਦੋਂ ਤੇਰਾ ਕੰਮ ਕਰਾ ਦਿਆਂਗੇ, ਉਹ ਜ਼ਿਆਦਾ ਸੌਖਾ ਤਰੀਕਾ ਨੇ ਵੀ ਅਗਲੇ ਦੀ ਇੱਕ ਤੇ ਇਨਫੋਰਮੇਸ਼ਨ ਪਿੰਡ ਲੈਵਲ ਤੇ ਆ ਗਈ, ਦੂਸਰਾ ਪਿੰਡ ਲੈਵਲ ਤੇ ਉਹਨੂੰ ਬੰਦਾ ਮਿਲ ਪਿਆ ਜਿਹਨੇ ਉਹਦੇ ਨਾਲ ਸੰਪਰਕ ਕਰਨਾ, ਤੀਸਰਾ ਉਹਨੇ ਹੀ ਉਹਨੂੰ ਬੱਸੇ ਬਿਠਾ ਕੇ ਜਾਂ ਗੱਡੀ ਤੇ ਲੱਦ ਕੇ ਉੱਥੇ ਲੈ ਜਾਣਾ ਤੇ ਅਗਲੇ ਦਾ ਕੰਮ ਉੱਥੇ ਨਿਬੜ ਜਾਣਾ। ਬਜਾਏ ਇਹਦੇ ਕਿ ਦੂਸਰੇ ਪਾਸੇ ਆਪਾਂ ਟੌਰ ਬਣਾਉਣ ਨਾਲੋਂ ਇਹ ਜਿਹੜਾ ਕੰਮ ਇਸ ਤਰ੍ਹਾਂ ਹੋਣ ਲੱਗ ਪਿਆ, ਹੋ ਸਕਦਾ 2-3 ਮਹੀਨੇ ਜਦੋਂ ਲਗਾਤਾਰ ਚੱਲਿਆ ਲੋਕਾਂ 'ਚ ਆਪੇ ਸੁਨੇਹਾ ਚੱਲੇ ਜਾਣ, ਉਹ ਨਹੀਂ ਲੋੜ ਨਹੀਂ ਆਪਣੇ ਗੁਰੂ ਇੱਥੇ ਜ਼ਿਲ੍ਹੇ 'ਚ ਹੈਗਾ ਦਫ਼ਤਰ, ਤੂੰ ਚੱਲੀ ਮੇਰੇ ਨਾਲ, ਮੈਂ ਤੈਨੂੰ ਉੱਥੇ ਲੈ ਕੇ ਜਾਊਂਗਾ। ਲੇਟ ਵੀ ਨਹੀਂ ਹੁੰਦੇ ਕੰਮ, ਗੱਲ ਵੀ ਸੁਣਦੇ ਆ। ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਆਪੇ ਤੁਰ ਪੈਣੀ ਗੱਲ, ਆਪੇ ਤੁਰ ਪੈਣੀ ਆ। ਨਹੀਂ ਇਹ ਜ਼ਰੂਰੀ ਹੈ ਜੀ, ਦੇਖੋ ਢਾਂਚਾ ਬਣਨਾ ਜ਼ਰੂਰੀ ਆ। ਢਾਂਚਾ ਹੋਊਗਾ ਤਾਂ ਲੋਕਾਂ ਨੂੰ, ਕਿਉਂਕਿ ਉੱਪਰ ਤੱਕ ਪਹੁੰਚ ਹੀ ਨਹੀਂ ਹੁੰਦੀ। ਚੰਡੀਗੜ੍ਹ ਕਿੰਨੇ ਕੁ ਲੋਕਾਂ ਨੇ ਦੇਖਿਆ ਹੋਊਗਾ। ਹੁਣ ਆਪਣੇ ਪਰਿਵਾਰਾਂ ਦੇ ਵਿੱਚ ਹੋ ਸਕਦਾ ਕਿ ਜਿੰਨੇ ਆਪਾਂ ਨੂੰ ਪਰਿਵਾਰ ਦੇ ਮੈਂਬਰ ਸੁਣਦੇ ਆ, ਆਪਾਂ ਆਪੋ ਆਪਣੇ ਪਰਿਵਾਰ ਦਾ ਆਂਢੀਆਂ ਗੁਆਂਢੀਆਂ ਦਾ ਹਿਸਾਬ ਲਾ ਲਿਓ। ਤੁਹਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਹੋਣਗੀਆਂ ਚੰਡੀਗੜ੍ਹ ਨਹੀਂ ਗਈਆਂ, ਬੰਦੇ ਵੀ ਮੁੰਡੇ ਵੀ ਹੋਣਗੇ ਕਈ ਜਿਹੜੇ ਚੰਡੀਗੜ੍ਹ ਨਹੀਂ ਕਦੀ ਗਏ। ਤਾਂ ਹੁਣ ਜਦੋਂ ਨਹੀਂ ਆਪਾਂ ਉੱਥੇ ਤੱਕ ਕੱਪੜੇ, ਨਹੀਂ ਉੱਥੇ ਤੱਕ ਪਹੁੰਚ, ਤਾਂ ਫਿਰ ਸਾਰੇ ਉਸ ਤਰੀਕੇ ਇਨਸਾਫ ਨਾਲ ਸਾਡੇ ਢਾਂਚਾ ਦਰੁਸਤ ਹੋ ਜਾਵੇ, ਬਹੁਤ ਵਧੀਆ। ਹੁਣ ਨਸ਼ੇ ਤੇ ਆਉਂਦੇ ਆ ਕਿਉਂਕਿ ਢਾਂਚੇ ਦੇ ਨਾਲ ਹੀ ਆਉਂਦਾ। ਮੁੱਖ ਮੰਤਰੀ ਹੋਰਾਂ ਨੇ ਪਿਛਲੇ ਦਿਨੀ ਐਸਐਸਪੀਜ਼ ਦੇ ਨਾਲ, ਡੀਸੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ। ਐਸਟੀਐਫ ਦੀਆਂ ਤਾਕਤਾਂ ਵਧਾਈਆਂ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ 2-2 ਟੀਮਾਂ ਹੋਣਗੀਆਂ, ਸਰਹੱਦੀ ਜ਼ਿਲ੍ਹਿਆਂ 'ਚ ਟੀਮਾਂ ਹੋਣਗੀਆਂ 4। ਇਨਸਾਫ ਪ੍ਰਾਪਤੀ ਤੱਕ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਤੀ ਕਿ ਜੇ ਕੋਈ ਬੰਦਾ ਫੜ ਲਿਆ, ਪਹਿਲਾਂ ਦਾਅਵਾ ਕਰਤਾ, ਮੁੜ ਕੇ ਕੇਸ ਜਾ ਕੇ ਅਦਾਲਤ ਵਿੱਚ ਕਮਜ਼ੋਰ ਪੈ ਗਿਆ ਤਾਂ ਜ਼ਿੰਮੇਵਾਰੀ ਤੁਹਾਡੀ। ਜੇ ਕਿਸੇ ਥਾਣੇ ਦੀ ਹੱਦ ਦੇ ਅੰਦਰ, ਹੱਦ ਦਾ ਮਤਲਬ ਜਿੰਨੇ ਪਿੰਡ ਸ਼ਹਿਰ ਉਹਨਾਂ 'ਚ ਪੈਂਦੇ ਆ, ਉਹਦੇ ਅੰਦਰ ਨਸ਼ਾ ਵਿਕਦਾ ਪਤਾ ਲੱਗ ਗਿਆ ਤਾਂ ਫਿਰ ਥਾਣੇਦਾਰ ਸਾਹਿਬ, ਐਸਐਚਓ ਸਾਹਿਬ, ਉਹਨਾਂ ਦੀ ਜ਼ਿੰਮੇਵਾਰੀ। ਜੇ ਕਿਸੇ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਕਦਾ, ਐਸਐਸਪੀ ਸਾਹਿਬ ਦੀ ਜ਼ਿੰਮੇਵਾਰੀ। ਤੈਅ ਕਰਤੀਆਂ ਜ਼ਿੰਮੇਵਾਰੀਆਂ। ਇਹਦੇ ਬਾਵਜੂਦ ਵੀ ਸੰਧਾਲੀਆ ਸਾਹਿਬ ਇਹ ਮਸਲਾ ਵੱਡਾ ਹੋ ਗਿਆ। ਹੁਣ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੇ ਭਾਵੇਂ ਪ੍ਰਵਾਸੀ ਮਜ਼ਦੂਰ ਹੀ ਆ, ਹੈਗਾ ਤਾਂ ਪੰਜਾਬ 'ਚ ਹੀ ਰਹਿੰਦਾ ਨਾ। ਹੁਣ ਜਦੋਂ ਪ੍ਰਵਾਸੀ ਮਜ਼ਦੂਰ ਭਾਵੇਂ ਬਿਹਾਰ ਦਾ ਹੈ, ਭਾਵੇਂ ਉੱਤਰ ਪ੍ਰਦੇਸ਼ ਦਾ, ਜਦੋਂ ਪੰਜਾਬ 'ਚ ਰਹਿੰਦੇ ਨੂੰ 5-7-8 ਸਾਲ ਹੋ ਗਏ, ਉਹਦੇ ਕੋਲੇ ਲੋਹੇ ਦਾ ਮੰਜਾ ਸੀ ਘਰੇ। 4 ਸਾਲ ਦੀ ਆਪਦੀ ਬੱਚੀ ਲੋਹੇ ਦੇ ਮੰਜੇ ਦੇ ਪਾਵੇ ਦੇ ਨਾਲ ਹੀ ਮਾਰ ਦਿੱਤੀ, ਸਿਰ 'ਚ ਮਾਰਿਆ, ਲੜਕੀ ਦੀ ਮੌਤ ਹੋ ਗਈ। ਇੱਕ ਹੋਰ ਮੁੰਡਾ ਪੰਜਾਬ ਦੇ ਵਿੱਚ ਹੀ ਗੱਲ ਹੈ, ਉਹ ਨਸ਼ੇ ਦਾ ਟੀਕਾ ਲਾਉਂਦਾ ਸੀ ਸਿਰਿੰਜ ਵਿੱਚ ਹੀ, ਮੁੰਡਾ ਵੀ ਚਲਾ ਗਿਆ। ਹੁਣ ਜਦੋਂ ਇਸ ਪੱਧਰ ਤੱਕ ਕੰਮ ਚੱਲ ਪਿਆ, ਠੀਕ ਹੈ, ਮੁੜ ਵਸੇਵੇ ਦੀ ਗੱਲ ਹੈ, ਸਾਰੀਆਂ ਚੀਜ਼ਾਂ ਨੇ, ਸਰਕਾਰ ਉਦਮ ਕਰੇ, ਪਰ ਜਦੋਂ ਲਗਾਤਾਰ ਰੋਜ਼ ਘਟਨਾਵਾਂ ਘਟਦੀਆਂ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਟਵੀਟ ਕੀਤਾ, ਉਹ ਕਹਿੰਦੇ ਬਹੁਤ ਵਧੀਆ 2 ਮਹੀਨੇ ਦੀ ਕਾਰਗੁਜ਼ਾਰੀ ਹੈ, ਇੰਨੇ ਕਿਸਾਨ ਸੁਸਾਈਡ ਕਰ ਗਿਆ, ਇੰਨੇ ਓਵਰਡੋਜ਼ ਦੇ ਕਰਕੇ ਮੁੰਡੇ ਮਰ ਗਿਆ। ਸਭ ਤੋਂ ਵੱਡਾ ਅੰਕੜਾ ਓਵਰਡੋਜ਼ ਦਾ ਉਹਨਾਂ ਨੇ ਦਿੱਤਾ ਕਿ ਇੰਨੇ ਮੁੰਡੇ ਜਿਹੜੇ ਉਹ ਮਰ ਰਹੇ ਨੇ, ਤਾਂ ਮੰਨ ਲਓ ਨਸ਼ਾ ਅਜੇ ਚੱਲਦਾ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਬਹੁਤ ਤੇਜ਼ ਰਫ਼ਤਾਰ ਦੇ ਨਾਲ ਇਧਰਲੇ ਪਾਸੇ ਕੰਮ ਕਰਨਾ ਪਊਗਾ, ਕਿਉਂਕਿ ਜੇ ਨਸ਼ਾ ਅਜੇ ਵੀ ਆਈ ਜਾਂਦਾ, ਸਪਲਾਈ ਹੋਈ ਜਾਂਦਾ, ਇਹਦਾ ਮਤਲਬ ਕਿ ਚੇਨ ਨੂੰ ਤੋੜਨ ਦੇ ਲਈ ਅਜੇ ਹੰਭਲਾ ਜਿਹੜਾ ਹੋਰ ਮਾਰਨਾ ਪਊਗਾ। ਨਹੀਂ, ਉਹ ਬੜਾ ਜ਼ਰੂਰੀ ਹੈ, ਕਿਉਂਕਿ ਕਾਰਨ ਇਹ ਆ ਵੀ ਇਹਦੇ 'ਚ ਨੁਕਸਾਨ ਨਾਲੋਂ ਵੀ ਜ਼ਿਆਦਾ ਸਰਕਾਰ ਨੂੰ ਬਦਨਾਮੀ ਦਾ ਡਰ ਆ ਜੀ। ਤੇ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਚੀਜ਼ ਦੇਖ ਕਰਾਂ, ਕਹਿ ਲਓ ਕਿ ਬਦਨਾਮੀ ਵਾਲੇ ਰਾਹ ਪੈ ਜਾਵੇ ਨਾ, ਉਹਨੂੰ ਮੋੜਾ ਕੱਟਣਾ ਔਖਾ। ਕਿਉਂਕਿ ਹੁਣ ਤੇ ਆ ਜੇ ਲੋਕਾਂ ਨੂੰ ਆਸ, ਕਿਉਂਕਿ ਹਰੇਕ ਥਾਂ ਤੇ ਜਦੋਂ ਵੀ ਕਿਸੇ ਵੀ ਆਮ ਆਦਮੀ ਪਾਰਟੀ ਦੇ ਨਿੱਕੇ ਵੱਡੇ ਲੀਡਰ ਨੂੰ ਅਗਲੇ ਮਿਲਦੇ ਤੇ ਅਗਲੇ ਕਹਿੰਦੇ ਜੀ ਅਸੀਂ ਤੇ ਹੁਣੇ ਆਏ ਆ, ਦੇਖੋ ਜੀ ਸਾਨੂੰ ਟਾਈਮ ਦਿਓ, ਅਸੀਂ ਤੁਹਾਨੂੰ ਕਰਕੇ ਦਿਖਾਉਣਾ। ਅਗਲੇ ਬੰਦੇ ਦੇ ਮੰਨਣ 'ਚ ਆ ਜਾਂਦੇ ਵੀ ਯਾਰ ਠੀਕ ਹੈ ਚਲੋ ਤੁਸੀਂ ਕਰ ਲਿਓ, ਪਰ ਇਹ ਨਾ ਹੋਵੇ ਵੀ ਉਹ ਕਰਦਿਆਂ ਕਿਉਂਕਿ ਟਾਈਮ ਤੇ ਭੱਜਿਆ ਜਾਂਦਾ, ਜਾਂ ਤੇ ਇਹ ਹੋਵੇ ਨਾ ਵੀ ਆਪਾਂ ਕੋਈ ਘੜੀ ਰੱਖੀ, ਉਹਦਾ ਸੈੱਲ ਕੱਢ ਦਈਏ ਤੇ ਟਾਈਮ ਰੁਕ ਜਵੇ ਤੇ ਆਪਾਂ ਕਹਿੰਦੇ ਲੈ ਕੋਈ ਚਿੰਤਾ ਨਹੀਂ ਕਰਨ ਦੀ ਲੋੜ, ਪਰਸੋਂ ਦਾ ਸੈੱਲ ਕੱਢਿਆ, ਘੜੀ ਉੱਥੇ ਹੀ ਆ, ਟਾਈਮ ਤੁਰਿਆ ਨਹੀਂ ਕਿਸੇ ਪਾਸੇ, ਟਾਈਮ ਤੇ ਤੁਰਿਆ ਹੀ ਜਾਣਾ। ਇਹ ਟਾਈਮ ਜਿਹੜਾ ਤੁਰਿਆ ਜਾਣਾ, ਮੈਨੂੰ ਲੱਗਦਾ ਵੀ ਉਹਨੂੰ ਬ੍ਰੇਕ ਨਹੀਂ ਲੱਗਣੀ। ਬ੍ਰੇਕ ਇਹੋ ਜਿਹੀਆਂ ਚੀਜ਼ਾਂ ਨੂੰ ਲਾਉਣ ਦੇ ਲਈ ਲੋੜ ਆ। ਬਾਕੀ ਚਲੋ ਆਪਣੇ ਵੱਲੋਂ ਉਹਨਾਂ ਨੇ ਕੋਸ਼ਿਸ਼ ਕੀਤੀ। ਹੁਣ ਜਿੱਦਾਂ ਹਰੇਕ ਗੱਲ ਆਣ ਕੇ ਇੱਥੇ ਰੁਕ ਜਾਂਦੀ ਆ ਵੀ ਮੇਰੇ ਖਿਆਲ ਨਾਲ ਉੱਪਰੋਂ ਕਿਹਾ ਜਾਂਦਾ ਜੀ ਥੱਲੇ ਕੰਮ ਚੱਲਦਾ ਨਹੀਂ, ਜੇ ਨਹੀਂ ਚੱਲਦਾ ਤੇ ਉਸ ਤੋਂ ਬਾਅਦ ਅਗਲੇ ਦਿਨ ਖਬਰ ਆ ਜਾਂਦੀ ਵੀ ਇੱਥੋਂ ਉੱਥੇ ਬਦਲੀਆਂ ਤਬਦੀਲੀਆਂ ਕੀਤੀਆਂ ਗਈਆਂ। ਇਹ ਨਾ ਹੋਵੇ ਕਿ ਬਦਲੀਆਂ ਤਬਦੀਲੀਆਂ ਦੇ ਵਿੱਚ ਹੀ ਕੰਮ ਚੱਲਦਾ ਰਹੇ, ਕਿਉਂਕਿ ਗਿਣਤੀ ਮਿਣਤੀ ਪ੍ਰਸ਼ਾਸਨ ਦੇ ਵਿੱਚ ਵੀ ਛੋਟੇ ਵੱਡੇ ਅਫਸਰਾਂ ਦੀ ਤੇ ਉਨੀ ਰਹਿਣੀ ਹੈ, ਤੇ ਜ਼ਿਲ੍ਹੇ ਵੀ ਉਹਨੇ ਰਹਿਣੇ, ਥਾਂ ਵੀ ਉਹਨੇ ਰਹਿਣੇ, ਕੁਰਸੀਆਂ ਵੀ ਉਹਨੀਆਂ ਰਹਿਣੀਆਂ, ਤੇ ਕੰਮ ਵੀ ਉਹ ਰਹਿਣੇ ਆ। ਹਾਂ, ਜੇ ਤੇ ਆਪਾਂ ਬੰਦੇ ਵਟਾਉਂਦੇ ਰਹੇ ਵੀ ਫਲਾਨਾ ਇੱਥੇ ਆ, ਉੱਥੋਂ ਉੱਥੇ ਆ, ਉੱਥੋਂ ਉੱਥੇ ਆ, ਤੇ ਫਿਰ ਕੰਮ ਕਰਨ ਦਾ ਟਾਈਮ ਕਦੋਂ ਮਿਲੂਗਾ? ਕਿਉਂਕਿ ਜੇ ਉੱਥੇ ਬਹਿਣਗੇ ਅਗਲੇ ਨੂੰ ਲੱਗੂਗਾ ਵੀ ਯਾਰ ਮੇਰੀ ਜ਼ਿੰਮੇਵਾਰੀ ਆ, ਮੈਂ ਹੁਣ ਇੰਨਾ ਕੁ ਕੰਮ ਕਰ ਲਿਆ, ਬਾਕੀ ਹੁਣ ਮੈਂ ਉੱਤੇ ਰਿਪੋਰਟ ਦੇ ਦੇਣੀ ਆ, ਫਿਰ ਤੇ ਗੱਡੀ ਚੱਲ ਜੂ, ਨਹੀਂ ਤੇ ਫਿਰ ਨਹੀਂ, ਮੁਸ਼ਕਿਲ ਹੀ ਆ। ਸੰਧਾਲੀਆ ਸਾਹਿਬ ਦੇਖੋ, ਬਦਲੀਆਂ ਅਫਸਰਸ਼ਾਹੀ ਤਾਂ ਉਹ ਰਹਿਣੀ ਆ,
ਕੰਮ ਉਹਨਾਂ ਤੋਂ ਹੀ ਲੈਣਾ ਪੈਣਾ। ਬਸ ਉਹਨਾਂ ਨੂੰ ਲੱਗੇ ਕਿ ਭਾਈ ਇਹਨਾਂ ਨੇ ਇਮਾਨਦਾਰੀ ਨਾਲ ਸਾਡੇ ਤੋਂ ਕੰਮ ਲੈਣਾ, ਕਿਉਂਕਿ ਬੰਦਾ ਇੱਕ ਉਹਨੂੰ ਇੱਥੋਂ ਬਦਲ ਕੇ ਇੱਥੇ ਕਰ ਦਿਓਗੇ, ਉਹਨੂੰ ਫਰੀਦਕੋਟ ਤੋਂ ਬਦਲ ਕੇ ਤੁਸੀਂ ਲੁਧਿਆਣੇ ਭੇਜ ਦਿਓਗੇ, ਪਟਿਆਲੇ ਵਾਲੇ ਨੂੰ ਬਦਲ ਕੇ ਤੁਸੀਂ ਫਗਵਾੜੇ ਭੇਜ ਦਿਓਗੇ, ਫਗਵਾੜੇ ਵਾਲੇ ਨੂੰ ਬਦਲ ਕੇ ਤੁਸੀਂ ਮਾਲਪੁਰ ਭੇਜ ਦਿਓਗੇ। ਇਹੀ ਹੋ ਸਕਦਾ, ਇਹਦੇ ਤੋਂ ਵੱਧ ਤਾਂ ਕੁਝ ਨਹੀਂ, ਕਿਉਂਕਿ ਇੱਕਦਮ ਸਾਰੀ ਅਫਸਰਸ਼ਾਹੀ ਨੂੰ ਇਧਰਲੇ ਪਾਸੇ ਕਰਕੇ ਨਵੇਂ ਬੰਦੇ ਤਾਂ ਰੱਖ ਨਹੀਂ ਲੈਣੇ ਕਿ ਭਾਈ ਆ ਸਾਰੀ ਅੱਜ ਚੱਕੀ ਆ ਨਵੇਂ ਬੰਦੇ ਭਰਤੀ ਕਰਕੇ ਰੱਖ ਲੈ, ਉਹ ਬੜੇ ਇਮਾਨਦਾਰ ਨੇ। ਗਰੰਟੀ ਕਿਹਦੀ ਹੈ? ਹਾਂ, ਜਿਹਨਾਂ ਨੂੰ ਲੱਗੂਗਾ ਕਿ ਭਾਈ ਸਾਡੀ ਜ਼ਿੰਮੇਵਾਰੀ ਤੈਅ ਹੋ ਗਈ ਹੈ, ਸਾਨੂੰ ਆ ਕੰਮ ਕਰਨਾ ਪਊਗਾ। ਹੁਣ ਜੇ ਕਿਸੇ ਜਿਹੜਾ ਸਟੇਸ਼ਨ ਹਾਊਸ ਆਫਿਸਰ SHO ਹੈ, ਉਹਦੇ ਇਲਾਕੇ ਦੇ ਵਿੱਚ ਕਿਤੇ ਨਸ਼ਾ ਵਿਕਦਾ, STF ਨੇ ਆਣ ਕੇ ਛਾਪਾ ਮਾਰ ਲਿਆ, ਕਿਤੋਂ ਪਤਾ ਲੱਗ ਗਿਆ, ਰਿਪੋਰਟ ਚਲੇਗੀ, ਵੀਡੀਓ ਚਲੇਗੀ, ਜਦੋਂ ਉਹਨੂੰ ਪਤਾ ਕਿ ਭਾਈ ਮੇਰੀ ਛੁੱਟੀ ਹੋ ਜਾਣੀ ਹੈ, ਮੇਰਾ ਕੰਮ ਖਰਾਬ ਹੋ ਜਾਣਾ ਹੈ, ਮੈਂ ਬਰਖਾਸਤ ਹੋ ਸਕਦਾ, ਆਪੇ ਹੀ ਕਾਇਮ ਹੋ ਜਾਊਗਾ। ਹਾਂ, ਜੇ ਅਜੇ ਵੀ ਸਿਫਾਰਸ਼ਾਂ ਨਾਲ ਬੰਦੇ ਲੱਗਦੇ ਰਹਿ, ਨੋਟਾਂ ਦੀਆਂ ਥੱਦੀਆਂ ਨਾਲ ਬੰਦੇ ਲੱਗਦੇ ਰਹਿ ਕਿ ਭਾਈ ਉਹ ਫਲਾਨੀ ਜਗ੍ਹਾ ਦੇ ਉੱਤੇ ਕਮਾਈ ਚੰਗੀ ਆ, ਮੈਂ ਕਿਤੇ ਉੱਥੇ ਲੈ ਲਵਾਂ, ਵਾਰੇ ਨਿਆਰੇ 4 ਉੱਪਰ ਦੇ ਦੇਂਗੇ, 4 ਆਪਣੀ ਜੇਬ 'ਚ ਪਾਵਾਂਗੇ, ਜਦੋਂ ਤੱਕ ਉਹ ਕੰਮ ਨਹੀਂ ਬੰਦ ਹੁੰਦਾ ਸੰਧਾਲੀਆ ਸਭ ਉਨੀ ਦੇਰ ਔਖਾ। ਹੁਣ ਕਿੰਨਾ ਕੁ ਬੰਦ ਹੋ ਗਿਆ, ਕਿੰਨਾ ਕੁ ਨਹੀਂ ਹੋ ਗਿਆ, ਹੁਣ ਸਿੱਧੂ ਸਾਹਿਬ ਵੀ ਤਾਂ ਕਹੀ ਜਾਂਦੇ, ਕਹਿੰਦੇ ਵੱਡੀ ਪਰਸੈਂਟੇਜ ਆ। ਮੈਂ ਨਹੀਂ ਕਹਿੰਦਾ ਆ ਵੀ ਰਿਪੋਰਟ ਤਿਆਰ ਹੋਈ ਆ, ਵੀ ਰਿਪੋਰਟ ਤਿਆਰ ਹੋਈ ਹੈ। ਇਹਨਾਂ ਰਿਪੋਰਟਾਂ 'ਚ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇੰਨੇ ਕੁ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਨਸ਼ੇ ਤੋਂ ਪੀੜਤ ਨੇ। ਆਦੀ ਸ਼ਬਦ ਨਹੀਂ ਉਹ ਵਰਤਦੇ ਸੀ ਕਿ ਪੀੜਤ ਨੇ, ਤੇ ਭਗਵੰਤ ਮਾਨ ਦੀ ਸਰਕਾਰ ਇਹਦੇ ਮੁੱਦੇ ਤੇ ਕੰਮ ਕਰੇ। ਹੁਣ ਵਿਰੋਧੀ ਤਾਂ ਕਹਿਣਗੇ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਟਵੀਟ ਕਰਦੇ ਆ, ਕਿਉਂਕਿ ਸਿੱਧੂ ਸਾਹਿਬ ਹਰ ਉਸ ਬੰਦੇ ਦੇ ਘਰ ਜਾਣ ਲੱਗ ਪਿਆ ਜਿਹੜਾ ਓਵਰਡੋਜ਼ ਦੇ ਕਰਕੇ ਮਰ ਰਿਹਾ, ਤੇ ਨਸ਼ੇ ਦਾ ਮੁੱਦਾ ਕਹਿੰਦੇ ਵੱਡਾ। ਹੁਣ ਇਸ ਕਰਕੇ ਸਰਕਾਰ ਛੇਤੀ ਐਕਸ਼ਨ ਲੈ ਲਵੇ ਇਧਰਲੇ ਪਾਸੇ, ਨਹੀਂ ਤਾਂ ਕਈ ਵਾਰੀ ਇਦਾਂ ਦਾ ਕੰਮ ਹੀ ਬਹੁਤ ਵੱਡੀ ਬਦਨਾਮੀ ਦਾ ਕਾਰਨ ਬਣ ਜਾਊ। ਬਿਲਕੁਲ ਜੀ, ਚਲੋ ਆਸ ਕਰਦੇ ਹਾਂ ਵੀ ਇਸ ਪਾਸੇ ਕੁਛ ਨਾ ਕੁਛ ਸਰਕਾਰ ਕਰੂਗੀ, ਤੇ ਦੂਜੇ ਪਾਸੇ ਆਸ ਕਿਸਾਨਾਂ ਨੂੰ ਵੀ ਹੈਗੀ ਹੈ। ਹੁਣ ਕਿਸਾਨ ਜਥੇਬੰਦੀਆਂ ਜੁੜੀਆਂ ਸਿਰ ਜੋੜ ਕੇ ਬੈਠੀਆਂ, ਤੇ ਉਹ ਕਹਿੰਦੇ ਦੇਖੋ ਜੀ ਗੱਲ ਆ ਵੀ ਖੇਤੀ ਮਾਡਲ ਬਦਲਣਾ ਪੈਣਾ, ਕਿਉਂਕਿ ਜੇ ਆਪਾਂ ਇਸੇ ਮਾਡਲ ਤੇ ਬੈਠ ਰਹੇ ਤੇ ਫਿਰ ਗੱਲ ਬਣਨੀ ਨਹੀਂ। ਹੁਣ ਖੇਤੀ ਮਾਡਲ ਬਦਲਣ ਦੇ ਲਈ ਉਹ ਕਹਿੰਦੇ ਵੀ ਸਰਕਾਰਾਂ ਦਾ ਕੰਮ ਹੁੰਦਾ, ਕਿਉਂਕਿ ਸਰਕਾਰਾਂ ਨੇ ਬਾਂਹ ਫੜਨੀ ਹੈ ਵੀ ਸਰਕਾਰ ਸਾਨੂੰ ਦੱਸੇ ਵੀ ਭਾਈ ਆਹ ਨਹੀਂ ਆਹ ਕਰਨਾ, ਆਹ ਨਹੀਂ ਆਹ ਕਰਨਾ। ਕੁਛ ਅਸੀਂ ਆਪਣੇ ਵੱਲੋਂ ਸਲਾਹਾਂ ਦਿੱਤੀਆਂ ਪਿਛਲੀਆਂ ਮੀਟਿੰਗਾਂ 'ਚ, ਕੁਛ ਸਾਡੀਆਂ ਮੰਗਾਂ ਨੇ, ਉਹਨਾਂ ਮੰਗਾਂ ਨੂੰ ਮੰਨ ਲਿਆ ਜਾਵੇ, ਸਲਾਹ ਦੇ ਉੱਪਰ ਸਾਨੂੰ ਆਸ਼ਵਾਸਨ ਦਿੱਤਾ ਜਾਵੇ ਵੀ ਆਹ ਕੰਮ ਹੋ ਗਿਆ ਤੇ ਉਸ ਪਾਸੇ ਤੁਰੀਏ। ਕਿਉਂਕਿ ਜੇ ਇਹੋ ਕੁਛ ਹੀ ਆਪਾਂ ਕਰਦੇ ਰਹੇ ਵੀ ਝੋਨਾ ਹੁਣ ਯਾਰ 18 ਨੂੰ ਨਹੀਂ 26 ਨੂੰ ਲਾ ਲਓ, ਉਹ ਆਖਣ ਨਹੀਂ 26 ਨੂੰ ਨਹੀਂ 10 ਨੂੰ ਲਾਉਣਾ ਹੀ, ਰਿਹਾ ਤੇ ਝੋਨਾ ਹੀ ਨਾ। ਵੀ ਅਸਲ ਜੜ ਜਿਹੜੀ ਆ ਉਹ ਆ ਝੋਨਾ, ਤੇ ਝੋਨੇ ਤੋਂ ਖਹਿੜਾ ਛਡਾਉਣ ਦੀ ਲੋੜ ਆ। ਹੁਣ ਇੱਕ ਜਥੇਬੰਦੀ ਦੇ ਲੀਡਰ ਸਾਹਿਬਾਨ ਦਾ ਮੈਂ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਯਾਰ ਵੀ ਦਾਲਾਂ ਜੀ ਜਿੰਨੀਆਂ ਪੰਜਾਬ ਖਾਂਦਾ ਉਸ ਲਗਭਗ ਉਹਦਾ 90 ਤੋਂ ਵੱਧ % ਬਾਹਰੋਂ ਮੰਗਵਾਉਣਾ ਪੈਂਦਾ, ਉਹ ਭਾਵੇਂ ਦੂਜੀਆਂ ਸਟੇਟਾਂ ਤੋਂ ਹੋਵੇ ਜਾਂ ਦੂਜੇ ਦੇਸ਼ਾਂ ਤੋਂ ਹੋਵੇ। ਹੁਣ ਜਿਹੜੀ ਚੀਜ਼ ਤਾਂ ਅਸੀਂ ਖਾਂਦੇ ਉਹ ਅਸੀਂ ਬਾਹਰੋਂ ਮੰਗਾਉਂਦੇ ਹਾਂ, ਤੇ ਜਿਹੜੀ ਚੀਜ਼ ਜਿਹੜੇ ਚੌਲ ਪੰਜਾਬੀ ਖਾਂਦੇ ਨਹੀਂ ਉਹ ਆਪਾਂ ਇੱਥੇ ਪੈਦਾ ਕਰੀ ਜਾਂਦੇ ਹਾਂ। ਇਹੋ ਹੀ ਇੱਕੋ ਇੱਕ ਚੀਜ਼ ਆ ਜਿਹਦੇ ਤੇ ਇਸ ਵਕਤ ਆਪਾਂ ਨੂੰ ਕੰਮ ਕਰਨ ਦੀ ਲੋੜ ਹੈ ਵੀ ਜੇ ਦਾਲਾਂ ਆਪਾਂ ਖਾਂਦੇ ਹਾਂ, ਆਪਣੀਆਂ ਇੱਥੇ ਲੱਗਦੀਆਂ ਹੈਗੀਆਂ ਵੀ ਮਹਿੰਗੀਆਂ, ਬਾਹਰੋਂ ਮੰਗਾਉਣ ਨਾਲੋਂ ਚੰਗਾ ਨਹੀਂ ਵੀ ਆਪਾਂ ਪੈਦਾ ਕਰ ਲਈਏ। ਤੇ ਜਿਹੜੇ ਚੌਲ ਆਪਣੇ ਝੋਨੇ ਦਾ ਕਰਕੇ ਪਾਣੀ ਮੁੱਕੀ ਜਾਂਦਾ, ਸਭ ਤੋਂ ਹੇਠਲੇ ਤੱਕ ਤੋਂ ਆਪਾਂ ਪਾਣੀ ਕੱਢ ਕੇ ਤੇ ਮਿੱਟੀ ਬਿਲਕੁਲ ਖੁਸ਼ਕ ਕਰੀ ਜਾਂਦੇ ਹਾਂ, ਉਹ ਤੋਂ ਆਪਾਂ ਖਹਿੜਾ ਛਡਾ ਲਈਏ। ਸੁਜੈਸ਼ਨ ਉਹਨਾਂ ਦਾ ਅੱਛਾ, ਹੁਣ ਇਹ 'ਤੇ ਕੰਮ ਹੁੰਦਾ ਕਿ ਨਹੀਂ ਹੁੰਦਾ, ਇਹ ਉਹਨਾਂ ਦੀਆਂ ਮੰਗਾਂ। ਸੰਧਾਲੀਆ ਸਾਹਿਬ ਮਸਲਾ ਜਦੋਂ ਕਿਸਾਨਾਂ ਨੂੰ ਪੁੱਛੀਦਾ, ਉਹ ਕਹਿੰਦੇ ਜੀ ਪ੍ਰੋਡਕਸ਼ਨ ਘਟਦੀ ਹੈ। ਇੱਕ ਖੇਤ ਦੇ ਵਿੱਚੋਂ ਜਿਹੜੀ ਪੈਦਾਵਾਰ ਹੁੰਦੀ ਹੈ ਉਹ ਦਾਲ ਦੀ ਥੋੜ੍ਹੀ ਹੁੰਦੀ ਹੈ। ਕਈ ਥਾਂ ਦੇ ਉੱਤੇ ਮਿੱਟੀ ਕਹਿੰਦੇ ਦਾਲਾਂ ਬੀਜਣ ਦੇ ਲਈ ਯੋਗ ਨਹੀਂ ਹੈ, ਉੱਥੇ ਦਾਲਾਂ ਨਹੀਂ ਹੋ ਸਕਦੀਆਂ। ਠੀਕ ਹੈ, ਪਰ ਜਿੱਥੇ ਹੋ ਸਕਦੀਆਂ ਉੱਥੇ ਕਰਨੀਆਂ ਚਾਹੀਦੀਆਂ। ਤੇ ਸਰਕਾਰ ਵੀ ਮੈਨੂੰ ਲੱਗਦਾ ਕਿ ਇੱਥੇ ਵੀ ਜਿੱਦਾਂ ਕੇਂਦਰ ਸਰਕਾਰ ਨੇ 18% ਸੁੰਗੜੀ ਹੋਈ ਕਣਕ ਦਾ ਫੈਸਲਾ ਦੇ ਦਿੱਤਾ, ਉਹਨਾਂ ਦਾ ਵੀ ਤਾਂ ਵਿਦੇਸ਼ੀ ਮੁਦਰਾ ਦਾ ਭੰਡਾਰ ਜਾਂਦਾ ਹੀ ਆ ਨਾ, ਜਦੋਂ ਵਿਦੇਸ਼ਾਂ ਤੋਂ ਮੰਗਾਉਂਦੇ ਆ। ਉਹ ਕਹਿਣ ਕੋਈ ਗੱਲ ਨਹੀਂ, ਤੁਹਾਡੇ ਝੋਨਾ ਕਿੰਨਾ ਹੁੰਦਾ ਭਾਈ, ਤੁਹਾਡੇ ਕਣਕ ਕਿੰਨੀ ਹੁੰਦੀ ਹੈ, ਜੇ ਤੁਸੀਂ ਸਾਰਾ ਸਾਲ ਦਾਲਾਂ ਬੀਜੋਗੇ ਤੇ ਫਿਰ ਅਸੀਂ ਇਧਰਲੇ ਪਾਸੇ ਨੂੰ ਆਣ ਕੇ ਦੇਖ ਲਾਂਗੇ ਕਿ ਕਹਾਣੀ ਜਿਹੜੀ ਕਿੱਧਰਲੇ ਪਾਸੇ ਨੂੰ बढ़ਦੀ ਹੈ। ਕਿ ਜੇ ਤਾਂ ਇਦਾਂ ਕੰਮ ਚੱਲੀ ਜਾਊਗਾ ਕਿ ਆਪਾਂ ਦਾਲ ਪਾਈ, ਮੰਨ ਲਓ ਕਿ 25000 ਦਾ ਝੋਨਾ ਹੋਇਆ, ਜੇ 25000 ਦਾ ਝੋਨਾ ਹੋ ਗਿਆ ਤਾਂ ਦਾਲ ਉੱਥੇ ਬੀਜ ਲਈ ਹੈ, ਉਹ 15000 ਦੀ ਨਿਕਲੀ ਹੈ, 10000 ਦੇ ਦਿਓ ਕਿਸਾਨ ਨੂੰ ਕਿ ਭਾਈ ਆਪਾਂ ਤੇਰੀ ਹਾਨੀ ਪੂਰਤੀ ਘਾਟਾ ਪੂਰਤੀ ਕਰਨੀ ਹੈ। ਤੇ ਸੰਧਾਲੀਆ ਸਾਹਿਬ ਹੋ ਸਕਦਾ ਕਿ ਜਿਹੜਾ ਬਾਹਰੋਂ ਆਪਾਂ ਉਹ ਦਾਲਾਂ ਮੰਗਵਾਉਂਦੇ ਆ, ਉਹਦਾ ਢੋਆ ਢੁਆਈ ਦਾ ਖਰਚਾ, ਉਹਦਾ 20 ਚੀਜ਼ਾਂ ਹੋਰ ਨੇ, ਵਿਦੇਸ਼ੀ ਮੁਦਰਾ ਦਾ ਭੰਡਾਰ ਜਾਂਦਾ, ਕਿਸਾਨ ਨੂੰ ਫਾਇਦਾ ਹੋ ਜੂ, ਸਾਡੀ ਧਰਤੀ ਹੇਠਲਾ ਪਾਣੀ ਬਚ ਜੂ, ਸਾਡੀ ਵਿਦੇਸ਼ਾਂ ਦੇ ਉੱਤੇ ਨਿਰਭਰਤਾ ਖਤਮ ਹੋ ਜੂ। ਉਹ ਕਿੰਨੀ ਵਧੀਆ ਤਰੀਕੇ ਦੇ ਨਾਲ ਕਿਹੜੀ ਦਾਲ ਤੁਸੀਂ ਉਗਾਉਣਾ ਚਾਹੁੰਦੇ ਹੋ ਉਹਦੇ ਮੁਤਾਬਕ ਕਿਸਾਨ ਨੂੰ ਜਿਹੜੀ ਉਹ ਸਹੂਲਤ ਦੇ ਦਿਓ। ਕਰਨਾ ਤਾਂ ਪਊਗਾ। ਮੈਂ ਕਹਿੰਦਾ ਕਿ ਕਿਸਾਨ ਜਥੇਬੰਦੀ ਦਾ ਧੰਨਵਾਦ ਕਿ ਜਿਹੜੇ ਘੱਟੋ ਘੱਟ ਬਦਲਮੀ ਖੇਤੀ ਦੀ ਚਰਚਾ ਕਰਦੇ ਆ। ਨਹੀਂ ਤਾਂ ਕਈ ਵਾਰੀ ਲੋਕ ਇੱਦਾਂ ਕਹਿਣ ਲੱਗ ਪੈਂਦੇ ਹੁੰਦੇ ਆ, ਉਹ ਯਾਰ ਇਹਨਾਂ ਨੇ ਤਾਂ ਧਰਨੇ ਹੀ ਲਾਉਣੇ ਆ। ਧਰਨੇ ਨਹੀਂ ਲਾਉਣੇ। ਹੁਣ ਬਲਵੀਰ ਸਿੰਘ ਰਾਜੇਵਾਲ ਹੋਰੀ ਭਾਵੇਂ ਸਿਆਸਤ ਵੀ ਕਰਦੇ ਆ, ਇਲੈਕਸ਼ਨ ਵੀ ਲੜੇ, ਇਹਦੇ ਬਾਵਜੂਦ ਵੀ ਉਹਨਾਂ ਨੇ ਇੱਕ ਚੰਗਾ ਸੁਝਾਅ ਦਿੱਤਾ। ਉਹ ਕਹਿੰਦੇ ਜੀ ਸਰਕਾਰ ਕਾਨੂੰਨ ਹੀ ਬਣਾ ਦੇਵੇ ਕਿ ਹਰ ਇੱਕ ਟਿਊਬਵੈੱਲ, ਮੋਟਰ ਜਿੱਥੇ ਕਨੈਕਸ਼ਨ ਹੈ, ਜਿੱਥੇ ਸਬਸਿਡੀ ਦਿੰਦੀ ਹੈ ਸਰਕਾਰ, ਉੱਥੇ 10 ਬੂਟੇ ਲਾਉਣੇ ਤੇ ਪਾਲਣੇ।
ਉਹ ਕਿਸਾਨ ਦੇ ਲਈ ਜ਼ਰੂਰੀ ਕਰ ਦਿਓ ਕਿ ਜੇ ਕਿਸਾਨ ਕਹਿੰਦੇ ਨਾ ਕਿ ਭਾਈ ਖੇਤਾਂ ਦੀਆਂ ਵੱਟਾਂ ਦੇ ਦੁਆਲੇ ਮੇਰੇ ਲਈ ਔਖਾ, ਉਹ ਜੀ ਸ਼ੌਰ ਹੁੰਦੀ ਹੈ, ਆਹ ਹੁੰਦਾ ਹੈ, ਫਿਰ ਜਦੋਂ ਕਈ ਵਾਰੀ ਸੜ ਸੁੜ ਜਾਂਦੇ ਆ ਬੂਟੇ, ਮੈਂ ਨਹੀਂ ਹੁਣ ਕਹਿੰਦਾ, ਉਹ ਕਹਿੰਦੇ ਜੀ 10 ਬੂਟੇ ਜ਼ਰੂਰੀ ਕਰ ਦਿਓ ਤੇ 5 ਸਾਲ ਦਾ ਇੱਕ ਕਾਰਡ ਬਣਾ ਦਿਓ, ਤੇ ਕਾਰਡ ਉਹ ਹਰ 5 ਸਾਲ ਬਾਅਦ ਰੀਨਿਊ ਹੋਵੇ, ਤੇ ਕਾਰਡ ਰੀਨਿਊ ਕਰਨ ਤੋਂ ਪਹਿਲਾਂ ਪ੍ਰੈਕਟੀਕਲੀ ਜ਼ਮੀਨ ਤੇ ਜਾ ਕੇ ਚੈਕਿੰਗ ਹੋਏ 10 ਬੂਟੇ ਚੱਲਦੇ ਆ, ਰੁੱਖ ਬਣੇ ਕਿ ਨਹੀਂ ਬਣੇ। ਦੂਸਰਾ ਉਹ ਕਹਿੰਦੇ ਜੀ ਜਿਹਦਾ 10 ਮਰਲੇ ਦਾ ਘਰ ਹੈ, 10 ਮਰਲੇ 'ਚ ਉਹਦੇ ਲਈ 4 ਬੂਟੇ ਜ਼ਰੂਰੀ ਕਰ ਦਿਓ। ਆ ਵਿਦੇਸ਼ਾਂ 'ਚ ਆਪਾਂ ਦੇਖਿਆ ਹੀ ਆ, ਲੋਕਾਂ ਦਾ ਘਰ ਛੋਟਾ ਹੋਵੇ ਵੱਡਾ ਹੋਵੇ, ਘਾਹ ਲਾਉਣਾ ਹੀ ਪੈਂਦਾ। ਦਰਖਤ ਕਿਤੇ ਹੈਗਾ ਤੁਹਾਨੂੰ ਵਢਾਉਣਾ ਸਭ ਤੋਂ ਵੱਧ ਔਖਾ, ਨਹੀਂ ਤਾਂ ਆਪਾਂ ਕਹਿੰਦੇ ਸਾਡੇ ਵਿਹੜੇ ਦਰਖਤ ਆ, ਅਸੀਂ ਵੱਢੀਏ, ਅਸੀਂ ਰੱਖੀਏ, ਅਸੀਂ ਪੀਂਘ ਪਾਈਏ, ਅਸੀਂ ਹਲਾਈਏ, ਅਸੀਂ ਦਰਖਤ ਛਿੱਲੀਏ, ਅਸੀਂ ਉਹਨੂੰ ਪਾਣੀ ਪਾਈਏ ਨਾ ਪਾਈਏ, ਉਹ ਸਾਡੇ ਉੱਤੇ ਨਿਰਭਰ ਕਰਦਾ, ਕਿਸੇ ਹੋਰ ਤੇ ਥੋੜੀ। ਆਪਾਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਹੁੰਨੇ। ਘਾਹ ਜਿੱਥੇ ਲੱਗਣਾ ਵਿਹੜੇ ਦੇ ਵਿੱਚ 19% ਲੱਗਣਾ, ਜਾਂ ਤੁਸੀਂ ਇੱਕ ਇੱਟ ਨਹੀਂ ਫਾਲਤੂ ਲਾ ਸਕਦੇ। ਹੁਣ ਉਹ ਕਹਿੰਦੇ 4 ਮਰਲੇ 10 ਮਰਲੇ ਦੇ ਘਰ 'ਚ 4 ਬੂਟੇ, 5 ਮਰਲੇ ਦੇ ਘਰ ਦੇ ਵਿੱਚ 2 ਬੂਟੇ, ਉਹ ਵੀ ਕਹਿੰਦੇ 5 ਸਾਲ ਦਾ ਕਾਰਡ ਹੋਵੇ, ਉਹ ਵੀ ਦੇਖ ਕੇ ਰੀਨਿਊ ਹੋਵੇ ਕਿ ਭਾਈ ਬੂਟਾ ਪਾ ਲਿਆ। ਜੇ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਹੋ ਸਕਦਾ ਕੋਈ ਬੰਦਾ ਗੁੱਸੇ ਹੋਵੇ, ਕਿਸੇ ਬੰਦੇ ਦੇ ਵਿਚਾਰ ਡਿਫਰੈਂਟ ਹੋਣ, ਪਰ ਜਿਸ ਤਰੀਕੇ ਜੰਗਲਾਤ ਅਧੀਨ ਰਕਬਾ ਘਟ ਰਿਹਾ, ਜਿੱਦਾਂ ਦੀ ਸਾਡੀ ਹਵਾ ਹੁੰਦੀ ਜਾ ਰਹੀ ਹੈ, ਜਿੰਨੀ ਸਾਨੂੰ ਰੁੱਖਾਂ ਦੀ ਲੋੜ ਹੈ, ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਰਾਜਾ ਸਾਹਿਬ ਦਾ ਸੁਝਾਅ ਵੀ ਠੀਕ ਹੈ। ਨਹੀਂ, ਸੁਝਾਅ ਬਿਲਕੁਲ ਵਧੀਆ ਉਹਨਾਂ ਦਾ, ਪਰ ਕਾਰਨ ਇੱਕ ਇਹ ਵੀ ਸੀਗਾ ਕਿ ਵੀ ਇਹ ਅਕਲ ਤੇ ਆਪਾਂ ਨੂੰ ਵੈਸੇ ਆ ਜਾਣੀ ਚਾਹੀਦੀ। ਲੈ ਦੱਸ, ਵੈਸੇ ਕਿੱਥੇ ਆਉਂਦੀ, ਕਿਤੇ ਆਹੀ ਤੇ ਪ੍ਰੋਬਲਮ ਹੈ। ਕਿਉਂਕਿ ਚੱਕਰ ਆ ਵੀ ਬੜੀ ਵਾਰਾਂ ਇਹ, ਕਿਉਂਕਿ ਮੈਂ ਜਿਸ ਏਰੀਏ ਨੂੰ ਬਿਲੋਂਗ ਕਰਦਾ, ਉੱਥੇ ਬਾਬਾ ਸੇਵਾ ਸਿੰਘ ਹੋਰਾਂ ਨੇ ਸੜਕਾਂ ਦੇ ਨਾਲ ਰੁੱਖ ਲਾਏ, ਉਹਨਾਂ ਨੂੰ ਦੇਖ ਕੇ ਵੀ ਨਹੀਂ ਆਈ। ਮੈਂ ਉਹੀ ਕਹਿ ਰਿਹਾ ਵੀ ਦਹਾਕਿਆਂ ਤੋਂ ਲੱਗੇ ਨੇ ਉਹ। ਇਹ ਮੈਂ ਤਾਂ ਕਰ ਰਿਹਾ ਬੇਨਤੀ ਕਿਉਂਕਿ ਉਹਨਾਂ ਨੇ ਜੇ ਰੁੱਖ ਲਾਏ, ਉਹਨਾਂ ਨੇ ਸਾਂਭੇ ਵੀ, ਤੇ ਸਾਂਭਣ ਦਾ ਕੰਮ ਇੱਥੋਂ ਤੱਕ ਹੋ ਗਿਆ ਵੀ ਜੇ ਕਣਕ ਵੱਢੀ ਤੇ ਅਗਲੇ ਨੇ ਤਾਂ ਵਾਹ ਕੇ ਜਾਣੀ ਹੈ ਪੈਲੀ, ਜੇ ਝੋਨਾ ਵੱਢਿਆ ਤੇ ਤਾਂ ਅਗਲੇ ਨੇ ਪੈਲੀ ਵਾਹ ਕੇ ਜਾਣੀ ਹੈ। ਪਾਣੀ ਪਾਉਣ ਨੂੰ ਉਹਨਾਂ ਨੇ ਟੈਂਕਰ ਰੱਖੇ ਟਰੱਕਾਂ ਦੇ ਵਿੱਚ ਜਾਂ ਟਰਾਲੀਆਂ ਦੇ ਨਾਲ, ਟੈਂਕਰ ਬਣਾ ਕੇ ਪਾਣੀ ਪਾ ਕੇ ਜਾਂਦੇ ਰਹੇ। ਉਹਨਾਂ ਦੀ ਕਾਂਟ ਛਾਟ, ਉਹਨੂੰ ਸੰਭਾਲਣ ਦੀ ਗੱਲ। ਉਹਦੇ ਬਾਵਜੂਦ ਵੀ ਮੈਂ ਵੇਖਿਆ ਸੀ ਵੀ ਕਦੀ ਕਦਾਈ ਜਦੋਂ ਬੰਦਾ ਕੋਈ ਮਿਰਗਾ ਹੋ ਜਾਂਦਾ ਵੀ ਲੈ ਵੀ ਤੀਲੀ ਲਾਈ ਤੇ ਆਪ ਘਰੇ, ਤੇ ਉਦੋਂ ਬਾਅਦ ਜੇ ਕੋਈ ਬਲਦਾ ਤੇ ਬਲ ਗਿਆ ਰੁੱਖ, ਉਹ ਕੰਮ ਨਹੀਂ ਹੋਣਾ ਚਾਹੀਦਾ। ਵੀ ਜੇ ਕੋਈ ਲਾ ਰਿਹਾ ਤੇ ਐਟਲੀਸਟ ਯਾਰ ਆਪਾਂ ਉਹਨੂੰ ਸੰਭਾਲਣ ਦੇ ਵਿੱਚ ਹਿੱਸਾ ਪਾ ਲਈਏ। ਪਹਿਲੀ ਗੱਲ ਤੇ ਲਾਉਣਾ ਚਾਹੀਦਾ, ਜੇ ਲਾਉਣ ਜੋਗੇ ਨਹੀਂ ਤਾਂ ਸੰਭਾਲ ਜ਼ਰੂਰ ਲਈਏ। ਹਾਂ, ਜੇ ਆਪਾਂ ਉਹ ਕੰਮ ਨਹੀਂ ਕੀਤਾ ਤੇ ਅੱਜ ਆਪਾਂ ਦੇਖਦੇ ਹਾਂ ਵੀ ਹਾਏ ਗਰਮੀ, ਹਾਏ ਗਰਮੀ, ਹੁਣ ਗਰਮੀ ਵੱਧ ਗਈ। ਉਹਨਾਂ ਨੇ ਸੁਝਾਅ ਦਿੱਤਾ, ਮੇਰੇ ਖਿਆਲ ਨਾਲ ਸਰਕਾਰ ਜ਼ਰੂਰ ਇੱਥੇ ਕੰਮ ਕਰੇ। ਬਾਕੀ ਇਹ ਵੀ ਗੱਲ ਹੈਗੀ ਆ ਵੀ ਜੇ ਸਰਕਾਰ ਕੁਛ ਕਹਿੰਦੀ ਆ ਤੇ ਲੋਕ ਆਖੇ ਲੱਗਦੇ ਆ, ਕਿਉਂਕਿ ਮਾਨ ਸਾਹਿਬ ਨੇ ਤੇ ਆਪ ਕਿਹਾ, ਕਹਿੰਦੇ ਵੀ ਮੂੰਗੀ ਥੱਲੇ ਰਕਬਾ ਹੀ ਬਹੁਤ ਜ਼ਿਆਦਾ ਆ ਗਿਆ, ਅਸੀਂ ਕਿਹਾ ਸੀ ਵੀ ਮੂੰਗੀ ਲਾਓ, ਅਸੀਂ ਤੁਹਾਨੂੰ ਇਹਦੀ MSP ਦਿਆਂਗੇ, ਤੇ ਲੋਕਾਂ ਨੇ ਉਸ ਚੀਜ਼ ਨੂੰ ਸਾਥ ਦਿੱਤਾ। ਪਰ ਉਹਦੇ 'ਚ ਇੱਕ ਚਰਚਾ ਇਹ ਵੀ ਚੱਲਣ ਲੱਗ ਪਈ ਵੀ ਜਿਹੜੀ ਹੁਣ ਮੂੰਗੀ ਲਾਈ ਉੱਤੇ ਸ਼ਾਇਦ ਵੀ ਕੋਈ ਸੁੰਡੀ ਸੰਡੀ ਦਾ ਹਮਲਾ ਹੋ ਗਿਆ। ਹੁਣ ਕਹਿੰਦੇ ਵੀ ਸਪਰੇਆਂ ਸਪਰੂਆਂ ਦੀ ਚਰਚਾ ਵੀ ਚੱਲ ਪਈ ਵੀ ਮਾਰੇ ਉੱਥੇ ਵੀ ਸਾਡੀ ਬਾਂਹ ਫੜ ਲਓ, ਪਤਾ ਲੱਗੇ ਅਸੀਂ ਤੇ ਮੂੰਗੀ ਲਾਈ ਸੀ ਤੇ ਉਦੋਂ ਬਾਅਦ ਸੁੰਡੀ ਕਹਿੰਦੇ ਵੀ ਆਹ ਤੁਸੀਂ ਵਧੀਆ ਕੀਤਾ, 4 ਦਿਨ ਮੇਰੇ ਸੌਖੇ ਲੰਘ ਜਾਣਗੇ ਤੇ ਸਾਡੇ ਪੱਲੇ ਪਿਆ ਕੁਛ ਨਹੀਂ। ਬਠਿੰਡੇ ਮਾਨਸੇ ਵਾਲੇ ਨੰਬਰ ਲੈ ਗਿਆ ਜੀ ਉਹ 'ਚੋਂ, ਕਿਉਂਕਿ ਮੂੰਗੀ ਪਿਛਲੇ ਸਾਲ ਜਿੰਨੇ ਏਰੀਏ ਦੇ ਵਿੱਚ, ਖੇਤਰ ਦੇ ਵਿੱਚ ਪੰਜਾਬ 'ਚ ਲਾਈ ਸੀ, ਕਾਸ਼ਤ ਕੀਤੀ ਗਈ ਸੀ, ਐਤਕੀ ਦੁੱਗਣੀ ਹੋ ਗਈ। ਤੇ ਉਹਦੇ ਵਿੱਚੋਂ ਮੇਰੇ ਖਿਆਲ ਮਾਨਸਾ ਜਿਹੜਾ ਉਹ ਸਭ ਤੋਂ ਉੱਪਰ ਚਲਾ ਗਿਆ। ਉਹਦੇ ਤੋਂ ਬਾਅਦ ਬਾਕੀ ਪਟਿਆਲਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ, ਲੁਧਿਆਣੇ 'ਚ ਵੀ, ਜਾਣੀ ਕਿ ਜੇ ਹੋਕਾ ਦਿੱਤਾ ਸੀ ਕਿ ਭਾਈ ਆ ਤੀਸਰੀ ਫਸਲ ਦੇ ਰੂਪ ਦੇ ਵਿੱਚ ਮੂੰਗੀ ਬੀਜ ਲਓ, ਉਹਦੇ ਤੋਂ ਬਾਅਦ ਆਹ ਝੋਨਾ ਜਾਂ ਬਾਸਮਤੀ ਤੁਸੀਂ ਬੀਜ ਸਕਦੇ ਹੋ। ਇਹਦਾ ਮਤਲਬ ਲੋਕਾਂ ਦਾ ਹੰਗਾਰਾ ਦੁੱਗਣਾ ਹੋ ਜਾਣਾ ਛੋਟੀ ਗੱਲ ਨਹੀਂ। ਮੇਰੇ ਖਿਆਲ ਲੱਖ ਏਕੜ ਤੱਕ ਹੀ ਹੋ ਗਿਆ ਨਾ ਕੰਮ। ਹੁਣ ਇੰਨੀ ਜੇ ਮੂੰਗੀ ਦੀ ਕਾਸ਼ਤ ਹੋ ਗਈ, ਉਹ ਇਕੱਲਾ ਇਹ ਨਹੀਂ ਕਿ ਝੋਨਾ ਲੇਟ ਹੋਊਗਾ, ਝੋਨਾ ਲੇਟ ਹੋਣ ਕਰਕੇ ਥੱਲੇੋਂ ਪਾਣੀ ਘੱਟ ਕੱਢਣਾ ਪਊਗਾ ਕਿਉਂਕਿ ਬਰਸਾਤਾਂ ਹੋ ਜਾਣੀਆਂ। ਸਗੋਂ ਤੁਸੀਂ ਦੇਖੋ ਕਿ ਉਹ ਮੂੰਗੀ ਕਿੰਨੀ ਹੋਣੀ ਆ। ਉਹ ਮੂੰਗੀ ਸਰਕਾਰ ਨੇ ਖਰੀਦਣੀ ਹੈ, MSP ਤੇ ਖਰੀਦਣੀ ਹੈ, ਤੇ ਸਰਕਾਰ ਨੂੰ ਉਨੀਓ ਵੱਧ ਮੂੰਗੀ ਜਿਹੜੀ ਜਦੋਂ ਆਪਣੇ ਕੋਲੇ ਹੋ ਗਈ ਵਿਦੇਸ਼ਾਂ ਤੋਂ ਘੱਟ ਮੰਗਵਾਉਣੀ ਪਊਗੀ। ਸਗੋਂ ਪੰਜਾਬ ਦੇ ਵਿੱਚ ਜੇ ਮੰਨ ਲਓ ਉਨੀ ਮੂੰਗੀ ਨਹੀਂ ਲੱਗਦੀ, ਸਾਨੂੰ ਬਾਕੀ ਦੇਸ਼ ਦੇ ਵਿੱਚ ਲੋੜ ਹੈ, ਅਸੀਂ ਪੰਜਾਬ ਵਾਲੇ ਉਧਰਲੇ ਪਾਸੇ ਨੂੰ ਸਪਲਾਈ ਕਰਾਂਗੇ। ਸਾਡਾ ਕਣਕ ਤਾਂ ਝੋਨਾ ਤਾਂ ਕਈ ਵਾਰੀ ਲਿਫਟਿੰਗ ਇਸ ਕਰਕੇ ਲੇਟ ਹੋ ਜਾਂਦੀ ਆ ਕਿ ਭਾਈ ਬਾਕੀ ਦੇਸ਼ 'ਚ ਵੀ ਬਹੁਤ ਹੁੰਦਾ, ਤੁਹਾਡਾ ਅਸੀਂ ਰੱਖੀਏ ਕਿੱਥੇ। ਇਹ ਆਪ ਪਿੱਟਦੇ ਹੁੰਦੇ ਆ ਕਿ ਭਾਈ ਸਾਡੇ ਇੱਥੇ ਅਗਲੀ ਫਸਲ ਆ ਚੱਲੀ ਆ, ਸਾਨੂੰ ਗਡਾਊਨ ਖਾਲੀ ਚਾਹੀਦੇ ਆ। ਉਹ ਤਾਂ ਹੱਸ ਕੇ ਰਹਿਣਗੇ ਤੁਹਾਡੇ ਤੋਂ ਮੂੰਗੀ ਕਿ ਭਾਈ ਆ ਕੋਈ ਗੱਲ ਨਹੀਂ, ਮੂੰਗੀ ਸਾਨੂੰ ਦੇ ਦਿਓ। ਦੂਜੇ ਕਹਿਣਗੇ ਜੀ ਨਹੀਂ ਸਾਨੂੰ ਦੇ ਦਿਓ, ਤੀਜੇ ਕਹਿਣਗੇ ਨਹੀਂ ਯਾਰ ਸਾਨੂੰ ਹੀ ਦੇ ਦਿਓ ਤੁਸੀਂ। ਇਸ ਕਰਕੇ ਵਧੀਆ ਤਰੀਕੇ ਦੇ ਨਾਲ ਭਾਅ ਜਿਹੜੀ ਹੈ ਉਹ ਮੂੰਗੀ ਵਿਕ ਸਕਦੀ ਹੈ। ਹਾਂ, ਇੱਕ ਗੱਲ ਸੰਧਾਲੀਆ ਸਭ ਜਿਹੜੀ ਤੁਸੀਂ ਆ ਕਹਿੰਦੇ ਆ ਕਿ ਸੁੰਡੀ ਪੈਣ ਲੱਗ ਪਈ ਹੈ, ਕਿਉਂਕਿ ਕਈ ਕਿਸਾਨਾਂ ਨੇ ਮੰਗ ਕੀਤੀ ਕਿ ਤੁਹਾਡੇ ਕਹਿਣ ਦੇ ਉੱਤੇ ਅਸੀਂ ਮੂੰਗੀ ਬੀਜਤੀ ਆ, ਸੁੰਡੀ ਪੈ ਗਈ, ਕੀ ਕਰੀਏ। ਖੇਤੀਬਾੜੀ ਮਾਹਿਰ ਕਹਿੰਦੇ ਕਿ 2-4 ਦਿਨ ਰੁਕ ਜਾਓ, ਜਿੰਨੀ ਗਰਮੀ ਹੈ ਇੱਥੇ ਬੰਦਾ ਨਹੀਂ ਬਚਣ ਡਿਆ, ਸੁੰਡੀ ਬਚ ਜਾਊ। ਉਹ ਕਹਿੰਦੇ ਜੀ ਅਸੀਂ ਹਿਸਾਬ ਕਿਤਾਬ ਲਾ ਲਿਆ, 2-4 ਦਿਨਾਂ ਦੇ ਵਿੱਚ ਆ ਜਿਹੜੀ ਸੁੰਡੀ ਤੁਹਾਨੂੰ ਨਜ਼ਰ ਆਉਂਦੀ ਆ, ਇੰਨੇ ਗਰਮੀ ਦੇ ਨਾਲ, ਤਾਪ ਦੇ ਨਾਲ, ਤਪਸ਼ ਦੇ ਨਾਲ ਆਪਣੇ ਆਪ ਹੀ ਖਤਮ ਹੋ ਜਾਣਾ। ਪਰ ਇੱਕ ਗੱਲ ਜਿਹੜੀ ਕਿਸਾਨਾਂ ਦੇ ਪੱਖ ਤੋਂ ਸੰਧਾਲੀਆ ਸਾਹਿਬ ਆਪੋ ਆਪਣੇ ਤਰਕ ਨੇ, ਪਰ ਜਦੋਂ ਚੇਂਜ ਲਿਆਉਣੀ ਹੈ, ਤਬਦੀਲੀ ਲਿਆਉਣੀ ਹੈ, ਜਦੋਂ ਸਾਨੂੰ ਪਤਾ ਹੈ ਕਿ ਭਾਈ ਆ ਦੇਖੋ ਸਾਹਮਣੇ ਸ਼ੇਰ ਆ ਗਿਆ, ਉਦੋਂ ਅਸੀਂ ਇਹ ਥੋੜੇ ਕਹਿੰਦੇ ਕਿ ਚੱਲ ਯਾਰ ਪਹਿਲਾਂ ਛੋਟਾ ਹਥਿਆਰ ਚਲਾਉਣੇ ਆ, ਜੇ ਇਹਦੇ ਨਾਲ ਸਰ ਗਿਆ ਵੱਡਾ ਬਚਾ ਲਵਾਂਗੇ।
ਉਦੋਂ ਪਤਾ ਹੁੰਦਾ ਕਿ ਜਾਂ ਹੁਣ ਮੈਂ ਆ ਜਾਂ ਸ਼ੇਰ ਆ, ਇੱਕ ਹੀ ਚੀਜ਼ ਆ। ਉਦੋਂ ਫਿਰ ਸਭ ਤੋਂ ਤਿੱਖਾ, ਸਭ ਤੋਂ ਤਾਕਤਵਰ ਹਥਿਆਰ ਹੀ ਚਲਾਵਾਂਗੇ ਨਾ। ਹੁਣ ਪੰਜਾਬ ਕੋਲ ਪਾਣੀ ਤਾਂ ਹੈ ਨਹੀਂ, ਹਵਾ ਸਾਡੀ ਖਰਾਬ ਹੋ ਗਈ, ਨਿਆਣੇ ਨਿੱਕੇ ਬਿਮਾਰ ਠਮਾਰ ਰਹਿੰਦੇ ਆ। ਉਸ ਸਥਿਤੀ ਦੇ ਵਿੱਚ ਵੀ ਜਦੋਂ ਬਹੁਤ ਸਾਰੇ ਪਿੰਡਾਂ ਤੋਂ ਇਦਾਂ ਦੇ ਸੁਨੇਹੇ ਆਏ, ਵਿਦੇਸ਼ਾਂ ਤੋਂ ਕਈ ਫੋਨ ਆਏ, ਵੀਡੀਓ ਭੇਜੀਆਂ, ਪੰਜਾਬ ਤੋਂ ਸੁਨੇਹੇ ਵੀ ਆਏ, ਆ ਦੇਖੋ ਜੀ ਬੜੇ ਔਖੇ ਹੋ ਕੇ ਨੌਜਵਾਨਾਂ ਨੇ ਰੁੱਖ ਲਾਏ ਸੀ, ਬੂਟੇ ਲਾਏ, ਰੁੱਖ ਬਣੇ ਸੜਕ ਦੇ ਕਿਨਾਰੇ। ਆ ਹੁਣ ਜਦੋਂ ਨਾੜ ਨੂੰ ਅੱਗ ਲਾ ਕੇ ਸਾੜਦੇ ਆ ਤਾਂ ਦੇਖੋ ਬੂਟੇ ਸੁਆਹ ਹੋ ਗਏ। ਪਹਿਲੀ ਫੋਟੋ ਭੇਜੀ, ਹਰੇ ਕਚੂਰ ਰੁੱਖ ਬਣੇ। ਦੂਜੀ ਫੋਟੋ ਭੇਜੀ, ਐਨ ਝੁਲਸਿਓ ਲੂਸੇ। ਕੋਈ ਨਾ ਕੋਈ ਤਾਂ ਹਿਸਾਬ ਕਿਤਾਬ ਸੰਧਾਲੀਆ ਸਭ ਰੱਖਣਾ ਪਊਗਾ, ਕਿਉਂਕਿ ਸਾਹ ਇਕੱਲਾ ਆਮ ਲੋਕਾਂ ਨੇ ਥੋੜੀ ਲੈਣਾ। ਕਿਸਾਨ ਨੇ, ਉਹਦੇ ਪਰਿਵਾਰ ਨੇ, ਸਾਰਿਆਂ ਨੇ ਸਾਹ ਲੈਣਾ। ਜੇ ਅਸੀਂ ਉਹ ਕਹਿੰਦੇ ਆ ਕਿ ਅਸੀਂ ਮੰਡੀ 'ਚ 5-7 ਦਿਨ ਖੱਜਲ ਹੁੰਦੇ ਆ, ਮੇਲੇ 'ਚ 5-7 ਦਿਨ ਖੱਜਲ ਹੁੰਦੇ ਆ, ਪਰ ਅਸੀਂ ਘੰਟਾ ਡੂਢ ਘੰਟਾ ਉੱਥੇ ਨਹੀਂ ਖੜ ਸਕਦੇ। ਜਾਂ ਉੱਥੇ ਪਹਿਲਾਂ ਮਾੜਾ ਮੋਟਾ ਕੋਈ ਤਰੀਕਾ ਤਾਂ ਹੋਊਗਾ ਨਾ ਕਿ ਪਹਿਲਾਂ ਉਹ ਵੱਧ ਹੀ ਉਹਨਾਂ ਜਾਂ ਉਧਰਲੇ ਪਾਸੇ ਇੱਧਰ ਨੂੰ ਕੱਢਦੀ ਹੈ। ਕੋਈ ਨਾ ਕੋਈ ਤਰੀਕਾ ਮੈਨੂੰ ਲੱਗਦਾ ਕਿ ਹੋਊਗਾ ਜ਼ਰੂਰ ਕਿ ਅਸੀਂ ਉਹ ਬਚਾ ਸਕਦੇ, ਪਰ ਅਸੀਂ ਬਚਾਏ ਨਹੀਂ, ਕਿਉਂਕਿ ਤੰਗਲੀ ਮੋਢੇ ਤੇ ਰੱਖ ਕੇ ਬਾਹਰ ਖੜੇ ਹੋ ਜਾਂਦੇ ਆ। ਨਹੀਂ, ਵਾਹੁਣ ਵਾਲਾ ਤਰੀਕਾ ਤਾਂ ਹੈਗਾ। ਮੈਂ ਤੁਹਾਨੂੰ ਦੱਸਣ ਡਿਆ ਵੀ ਮਤਲਬ ਮੇਰਾ ਖਿਆਲ ਵੀ ਕਈ ਕਿਲੋਮੀਟਰਾਂ ਤੱਕ ਉਹ ਸੜਕਾਂ ਨੇ, ਤੇ ਉਹਨਾਂ ਸੜਕਾਂ ਦੇ ਨਾਲ ਉਹਨਾਂ ਨੇ ਇੱਕ 2-2 3-3 ਸਿਆੜ ਲਾਏ ਵੀ, ਯਾਨੀ ਕਿ ਜਿੰਨੀ ਦੂਰ ਅੱਗ ਰਹਿ ਸਕੇ ਉਨੀ ਰਵੇ। ਹੁਣ ਉਹ ਜਿਹੜੇ ਟਰੈਕਟਰ ਨੇ ਉਹ ਬਾਬਿਆਂ ਦੇ, ਤੇਲ ਬਾਬਿਆਂ ਦਾ, ਬੰਦੇ ਬਾਬਿਆਂ ਦੇ। ਜੇ ਉਹ ਕਾਰ ਸੇਵਾ ਵਾਲੇ ਬਾਬੇ ਕਰ ਸਕਦੇ ਆ, ਤੇ ਫਿਰ ਜਿਹਦੀ ਆਪਣੀ ਜ਼ਮੀਨ ਉਹ ਤੇ ਵਾਹ ਹੀ ਸਕਦਾ ਨਾ। ਇਹ ਆਪਾਂ ਨੂੰ ਕਰਨਾ ਪੈਣਾ। ਮੈਂ ਇੱਕ ਖਬਰ ਪੜ੍ਹ ਰਿਹਾ ਸੀ, ਕਹਿੰਦੇ ਚੇਨਈ ਜਿਹੜਾ ਉਹ ਵੀ ਆਪਣੇ ਦੇਸ਼ ਦਾ ਹਿੱਸਾ, ਵੀ ਉੱਥੇ ਪਾਣੀ ਮੋਗਾ ਜੀ ਧਰਤੀ ਚੋਂ ਥੱਲੇ। ਹਾਂ, ਮੈਂ ਇਦਾਂ ਨਾ ਕਹਿਣਾ ਕਿ ਪਾਣੀ ਟੈਂਕੀ ਚੋਂ ਮੋਗਿਆ, ਥੱਲੇ ਹੈ ਹੀ ਨਹੀਂ, ਧਰਤੀ ਚੋਂ। ਕਹਿ ਰਿਹਾ ਵੀ ਚੇਨਈ ਦੀ ਜ਼ਮੀਨ ਜਿਹੜੀ ਹੈ ਉਹਦੇ 2000 ਫੁੱਟ ਤੱਕ ਵੀ ਕਹਿੰਦੇ ਬੋਰ ਕਰ ਲਓ, ਪਾਣੀ ਹੈ ਨਹੀਂ। ਵੀ ਤੁਸੀਂ ਜਿੰਨਾ ਮਰਜ਼ੀ ਪਾਈਪ ਸਿੱਟ ਲਓ, ਤੁਹਾਡੇ ਕੋਲ ਪੈਸੇ ਆ, ਟਕੇ ਆ, ਤੁਹਾਡੀ ਕੋਠੀ ਆ, ਤੁਸੀਂ ਮੰਤਰੀ ਹੋ, ਪਾਣੀ ਨਹੀਂ ਕੱਢ ਸਕਦੇ ਥੱਲੇ। ਤੁਸੀਂ ਇਹ ਦੇਖੋ ਵੀ ਕਿੱਥੇ ਆਪਣੇ ਹੁਣ ਆਮ ਕਈਆਂ ਏਰੀਆ ਦੇ ਵਿੱਚ ਤੁਸੀਂ ਦੇਖੋ ਵੀ 300-400 ਫੁੱਟ ਤੇ ਆਪਾਂ ਜਾ ਵੜੇ। ਇਹਦਾ ਮਤਲਬ ਵੀ ਚੇਨਈ ਨਾਲੋਂ ਆਪਾਂ ਅਜੇ ਫਿਰ ਵੀ ਚੌਥੇ ਕਿਸੇ ਜਾਂ ਤੇ ਆਪਣੀਆਂ ਡਾਡਾਂ ਪੈਣ ਲੱਗ ਪਈਆਂ ਜੀ। ਉਹਨਾਂ ਨੂੰ 2000 ਫੁੱਟ ਤੱਕ ਪਾਣੀ ਨਹੀਂ ਲੱਭਣ ਡਿਆ, ਤੇ ਤੁਸੀਂ ਹਾਲਾਤ ਦੇਖੋ ਵੀ ਕੀ ਬਣਦੇ ਪਏ। ਅਜੇ ਵੀ ਜੇ ਆਪਾਂ ਨਾ ਸਮਝੇ, ਆਪਾਂ ਨੂੰ ਲੱਗਾ ਵੀ ਸਰਕਾਰ ਕਰੇ, ਵੀ ਫਲਾਨਾ ਕਰੇ, ਜਾਂ ਆਪਾਂ ਕਿਸੇ ਵੇਲੇ ਉਹ ਯਾਰ ਕੋਈ ਨਹੀਂ, ਆਪਾਂ ਕਿਹੜਾ ਇੱਥੇ ਰਹਿਣਾ, ਆਪਣੀ ਕਿਹੜੀ ਗੱਲ ਹੈ, ਕੋਈ ਗੱਲ ਨਹੀਂ ਚੱਲੀ ਜਾਣ, ਜਾਂ ਉਹ ਯਾਰ ਕੋਈ ਨਹੀਂ, ਜੇ ਹੁਣ ਸਰਕਾਰ ਕਰੂ ਤੇ ਫਿਰ ਵੇਖ ਲਵਾਂਗੇ ਆਪਾਂ ਹੁਣ ਕੀ ਕਰਦੀ। ਇਹ ਹੁਣ ਸ਼ੁਰੂਆਤ ਤੇ ਕਿਸੇ ਨਾ ਕਿਸੇ ਨੂੰ ਕਰਨੀ ਪੈਣੀ ਆ। ਜੇ ਨਾ ਕੀਤੀ ਤੇ ਫਿਰ ਆਹੀ ਕੁਛ ਚੱਲੀ ਜਾਣਾ। ਸੰਧਾਲੀਆ ਸਾਹਿਬ, ਮੈਂ ਇੱਕ ਬੇਨਤੀ ਜਿਹੜੀ ਉਹ ਜ਼ਰੂਰ ਕਰਨੀ ਆ, ਤੁਹਾਡੀ ਸਹਿਮਤੀ ਹੋਈ ਜਾਣੀ ਆ ਨਾਲ, ਅੱਜ ਸਹਿਮਤੀ ਲੈਣੀ ਨਹੀਂ, ਕਿ ਇੱਕ ਪਿੰਡ 'ਚ 5-5 6-6 ਗੁਰੂ ਘਰ ਨੇ, ਡੇਰੇ ਵੀ ਬਹੁਤ ਨੇ, ਹੋਰ ਧਾਰਮਿਕ ਸਥਾਨ, ਮੰਦਿਰ, ਮਸਜਿਦਾਂ ਬਹੁਤ ਨੇ। ਪਿੰਡ 'ਚ ਕਿੰਨੇ ਖੇਤ ਹੁੰਦੇ ਆ ਕਿਤੇ। ਮੈਂ ਕਹਿੰਦਾ ਕਿ ਜਦੋਂ ਕਣਕ ਪੱਕਣ ਵਾਲੀ ਹੁੰਦੀ ਹੈ, ਜਦੋਂ ਝੋਨਾ ਵੱਢਣ ਵਾਲਾ, ਝਾੜਨ ਵਾਲਾ ਹੁੰਦਾ, ਮਹੀਨਾ ਪਹਿਲਾਂ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ, ਧਾਰਮਿਕ ਸਥਾਨਾਂ ਦੀਆਂ ਕਮੇਟੀਆਂ 'ਚ ਇੱਕ ਦੌੜ ਲੱਗਣੀ ਚਾਹੀਦੀ ਹੈ ਕਿ ਭਾਈ ਆਹ ਦੇਖੋ ਸਾਡੇ ਕੋਲ ਟਰੈਕਟਰ ਹੈ, ਅਸੀਂ ਤੁਹਾਡੇ ਲਈ ਲਿਆਂਦਾ। ਕੋਈ ਵੱਡੀ ਗੱਲ ਨਹੀਂ ਹੈ ਧਾਰਮਿਕ ਸਥਾਨਾਂ ਦੇ ਵਿੱਚ, ਪਿੰਡ ਦੇ ਵਿੱਚ ਟਰੈਕਟਰ ਖਰੀਦਣਾ। ਕਿ ਜਿੱਦਣ ਕਿਸੇ ਨੇ, ਪਹਿਲੀ ਗੱਲ ਹੈ ਕਾਨੂੰਨੀ ਅਪਰਾਧ ਹੈ ਹੀ ਨਹੀਂ ਕਹਿੰਦੇ ਅੱਗ ਲਾਓ। ਪਹਿਲੀ ਗੱਲ ਇਹ ਹੈ ਕਿ ਕੋਈ ਬੰਦਾ ਇਹ ਕਹਿੰਦੇ, ਪਰ ਕਿਉਂਕਿ ਲੱਗ ਰਹੀ ਆ ਨਾ, ਹਜ਼ਾਰਾਂ ਪਰਚੇ ਹੁੰਦੇ ਆ ਕਿ ਭਾਈ ਆ ਅਸੀਂ ਵਾਹ ਦੇਣਾ ਹੈ। ਜਿੱਦਣ ਹੀ ਕਿਸੇ ਨੇ ਵੱਢੀ ਕਣਕ, ਉਹ ਪਹਿਲਾਂ ਕਹਿ ਦਿਓ ਜੀ ਮੇਰੇ ਅੱਜ ਕੰਬਾਈਨ ਲੱਗਣੀ ਹੈ, ਤੁਸੀਂ ਤਕਾਲਾਂ ਤੱਕ ਦੇਖ ਲਿਓ। ਬਿਲਕੁਲ ਨਾ ਕਹੇ ਕਿ ਅੱਗ ਲਾਉਣੀ, ਅਸੀਂ ਕਹਿੰਦੇ ਬਿਲਕੁਲ ਨਹੀਂ ਲਾਉਣੀ ਚਾਹੀਦੀ। ਤੇ ਫਿਰ ਗੁਰਦੁਆਰੇ ਦੀਆਂ ਕਮੇਟੀਆਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ 'ਚ ਕਈ ਵਾਰੀ ਹੁੰਦਾ ਨਾ ਕਿ ਭਾਈ ਆਪਾਂ ਵਧੀਆ ਕੰਮ ਕਰਨਾ ਹੈ, ਚਾਰੇ ਪਾਸੇ ਬੱਲੇ ਬੱਲੇ ਹੋਊਗੀ, SGPC ਵੀ ਸਨਮਾਨਿਤ ਕਰੂਗੀ ਆ ਕੇ, ਆਮ ਲੋਕਾਂ 'ਚ ਬੱਲੇ ਬੱਲੇ ਹੋਊ ਕਿ ਆਹ ਪਿੰਡ ਇੱਥੇ ਦੇਖੋ ਧਾਰਮਿਕ ਸਥਾਨਾਂ 'ਚ ਵਧੀਆ ਕੰਮ ਹੁੰਦਾ। ਉਹ ਕਹਿੰਦੇ ਬੂਟੇ ਸਾਹਮਣੇ, ਪਾਣੀ ਦੀਆਂ ਟੈਂਕੀਆਂ ਬਣਾਓ, 2 ਬੰਦਿਆਂ ਨੂੰ ਕੰਮ ਦਿਓ, ਸਗੋਂ ਬੂਟਿਆਂ ਨੂੰ ਪਾਣੀ ਵੀ ਪਾਉਣ ਜਿਹੜੇ ਸੜਕ ਦੇ ਨਾਲ ਨਾਲ ਲੱਗੇ ਆ। ਤੇ ਜਿੱਦਾਂ ਹੀ ਕਣਕ ਜਾਂ ਝੋਨਾ ਵੱਢ ਹੁੰਦਾ, 4-4 ਸਿਆੜ। ਨਹੀਂ, ਇੰਨਾ ਕੰਮ ਤਾਂ ਕੀਤਾ ਹੀ ਜਾ ਸਕਦਾ ਨਾ। ਇੱਕ ਆਪਾਂ ਬੇਨਤੀ ਹੋਰ ਕਰਦੇ ਹਾਂ, ਮੇਰਾ ਖਿਆਲ ਆਪਣੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਨੂੰ ਜਾਣ ਵਾਲੇ ਲੋਕ ਤਾਂ ਹੈਗੇ ਆ, ਪਰ ਜੇ ਕੋਈ ਬਾਹਰਲੇ ਦੇਸ਼ਾਂ ਨੂੰ ਵੀ ਜਾਵੇ ਤਾਂ ਅੱਜ ਕੱਲ੍ਹ ਹੋਰ ਕੁਛ ਨਹੀਂ। ਕਈ ਤਾਂ ਲੋਕ ਚਲੋ ਆਪਣੀ ਮਿਹਨਤ ਮਜ਼ਦੂਰੀ ਦਾ ਕਰਕੇ ਜਾਂਦੇ ਆ, ਪਰ ਉਹਦੇ ਬਾਵਜੂਦ ਕਈ ਲੋਕ ਸ਼ੌਕੀਆ ਜਾਂਦੇ ਵੀ ਯਾਰ ਦੁਬਈ ਕਿਹੜਾ ਮਾਰਨਾ, ਦੁਬਈ ਨਹੀਂ ਦੁਬਈ ਕਿਹੜਾ। ਹੁਣ ਦੁਬਈ ਜਾਣਾ, ਤੇ ਦੁਬਈ ਦੇ ਵਿੱਚ ਜਾ ਕੇ ਤੁਸੀਂ ਵੇਖ ਲਓ ਵੀ ਉੱਥੇ ਆਸ-ਪਾਸ ਤੇ ਸਾਰੀ ਰੇਤ ਹੀ ਹੈ। ਜਿੱਥੇ ਅਗਲੇ ਨੇ ਸ਼ਹਿਰ ਵਸਾਇਆ ਉੱਥੇ ਉਹਨਾਂ ਨੂੰ ਜ਼ਿਆਦਾ ਵੀ ਇਹਨੂੰ ਰੁੱਖ ਚਾਹੀਦਾ, ਬੂਟਾ ਚਾਹੀਦਾ। ਹੁਣ ਜੇ ਰੁੱਖ ਬੂਟਾ ਜਿੱਥੇ ਜਿੱਥੇ ਵੀ ਲਾਉਣਾ, ਤੇ ਉਹਦੇ ਨਾਲ ਨਾਲ ਉਹ ਤੁਪਕਾ ਪ੍ਰਣਾਲੀ ਉਹਨਾਂ ਨੂੰ ਲਾਉਣੀ ਪੈਂਦੀ, ਕਿਉਂਕਿ ਉੱਥੇ ਤਾਂ ਤੁਸੀਂ ਮੰਨ ਕੇ ਚੱਲੋ ਵੀ ਜਿਹੜਾ ਰੁੱਖ ਆ, ਜਿਹੜਾ ਬੂਟਾ ਆ, ਉਹਨੂੰ 24 ਘੰਟੇ 7 ਦਿਨ ਜਿੱਦਾਂ ਆਪਾਂ ਗਲੂਕੋਜ਼ ਨਹੀਂ ਲਵਾ ਲੈਂਦੇ ਜੀ, ਵੀ ਇਹ ਮਰੀਜ਼ ਆ ਵੀਰ, ਜੇ ਇਹਦਾ ਗਲੂਕੋਜ਼ ਰੁਕ ਗਿਆ ਤੇ ਇਹਨੇ ਮਰ ਜਾਣਾ ਹੀ। ਜੇ ਉਹ ਲੋਕ ਇਸ ਲੈਵਲ ਤੱਕ ਦਾ ਪ੍ਰਬੰਧ ਕਰਕੇ ਉਹਨਾਂ ਦੀ ਅਹਿਮੀਅਤ ਸਮਝ ਸਕਦੇ ਆ, ਤੇ ਜੇ ਆਪਾਂ ਨੂੰ ਆਪਣੀ ਧਰਤੀ, ਜਿੱਦਾਂ ਮਾਨ ਸਾਹਿਬ ਕਹਿੰਦੇ ਵੀ ਯਾਰ ਇੱਥੇ ਬੰਦਾ ਵੱਢ ਕੇ ਕੱਟ ਦਿਓ, ਉਹ ਉੱਗ ਪੈਂਦਾ, ਇਹੋ ਜਿਹੀ ਧਰਤੀ ਆ ਇਹ, ਤੇ ਫਿਰ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਆਪਾਂ ਨੂੰ ਸੋਚਣਾ ਤੇ ਚਾਹੀਦਾ ਵੀ ਯਾਰ ਜਿਹਨੂੰ ਆਪਾਂ ਬਚਾ ਲਵਾਂਗੇ ਤੇ ਆਪਣਾ ਹੀ ਭਲਾ, ਕਿਹੜਾ ਕਿਸੇ ਦਾ ਭਲਾ। ਇਹ ਤਾਂ ਸੰਧਾਲੀਆ ਸਾਹਿਬ ਸਮਝਦਾਰੀ ਦੀ ਗੱਲ ਹੈ ਨਾ, ਕਿਉਂਕਿ ਹੁਣ ਕਿਰਪਾਨ ਦੀ ਲੜਾਈ ਤਾਂ ਹੈ ਨਹੀਂ, ਲੜਾਈ ਤਾਂ ਸਾਰੀ ਇਹਦੀ ਹੈ
ਕਿ ਅਸੀਂ ਕਿੱਧਰਲੇ ਪਾਸੇ ਨੂੰ ਜਾਣਾ, ਅਸੀਂ ਕਿਵੇਂ ਜਾਣਾ, ਅਸੀਂ ਵਿਆਹ ਤੇ ਵੱਧ ਖਰਚ ਕਰਨਾ, ਥੋੜਾ ਕਰਨਾ, ਬਹੁਤਾ ਕਰਨਾ, ਅਸੀਂ ਕਿਸੇ ਦੇ ਗਲ ਪੈਣਾ, ਜਾਂ ਜੇ ਕੋਈ ਅਥਰਾ ਵੀ ਬੋਲਦਾ ਤਾਂ ਪਰੇ ਦੇ ਹੋ ਕੇ ਲੰਘ ਜਾਓ, ਯਾਰ ਤੂੰ ਬੋਲੀ ਆ, ਤੇਰਾ ਇਹ ਕੰਮ, ਮੇਰਾ ਕੰਮ ਇਹ ਨਹੀਂ। ਅਸੀਂ ਆਪਦੇ ਤੋਂ ਹੇਠਲੀ ਪੱਧਰ, ਵਿੱਤੀ ਤੌਰ ਤੇ ਨਹੀਂ, ਮੈਂ ਮਾਨਸਿਕ ਤੌਰ ਤੇ, ਦਿਮਾਗੀ ਤੌਰ ਤੇ ਕਹਿੰਦਾ ਕਿ ਹਰ ਬੰਦੇ ਦਾ ਆਪੋ ਆਪਣਾ ਸੁਭਾਅ ਆ। ਅਸੀਂ ਹੁਣ ਉਹਦੇ ਵਿੱਚ ਵੱਜਦੇ ਫਿਰਨਾ ਜਾਂ ਕੁਛ ਹੋਰ ਕਰਨਾ, ਇਹ ਸਾਨੂੰ ਪਤਾ। ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿ ਇਸ ਵੇਲੇ ਜਿਹੜੇ ਹਾਲਾਤ ਬਣੇ ਪਏ ਨੇ, ਕਿਹੜੀ ਚੀਜ਼ ਆ ਜਿਹੜੀ ਕਿ ਸੰਭਵ ਨਹੀਂ। ਹੁਣ ਉਹਨਾਂ ਨੇ ਦੇਖ ਲਿਆ ਕਿ ਸਾਡੇ ਇੱਥੇ ਰੇਤਾ, ਉਹਨਾਂ ਨੇ ਇੱਕ ਇਲਾਕਾ ਵਿਕਸਿਤ ਕਰ ਲਿਆ ਦੁਬਈ ਸ਼ਹਿਰ ਜਿਹੜਾ, ਚਲੋ ਠੀਕ ਆ, ਉਹਨਾਂ ਕੋਲ ਪੈਸੇ ਹੋਣਗੇ, ਸਭ ਕੁਝ ਹੋਊਗਾ, ਮਿੱਟੀ ਵੀ ਬਾਹਰੋਂ ਮੰਗਾਉਂਦੇ ਰਹੇ, ਸਮੁੰਦਰ ਦੇ ਵਿੱਚ ਵੀ ਸ਼ਹਿਰ ਵਸਾਤੇ, ਜਾਣੀ ਸ਼ਹਿਰ ਦੇ ਅੰਦਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਉਸ ਰੇਗਿਸਤਾਨ ਦੇ ਵਿੱਚ ਤੁਰੇ ਫਿਰਦੇ ਹੋ। ਹੁਣ ਮਿੱਟੀ ਵੀ ਬਾਹਰੋਂ ਲੈ ਆਂਦੀ, ਸਭ ਕੁਝ ਲੈ ਆਂਦਾ। ਤੁਸੀਂ ਰੁੱਖਾਂ ਦੀ ਗੱਲ ਕੀਤੀ ਆ ਕਿ ਜਿਹੜੇ 4-4 ਇੰਚ ਦੇ ਬੂਟੇ ਆ ਨਾ, ਛੋਟੇ ਛੋਟੇ ਸੜਕ ਦੇ ਵਿਚਾਲੇ ਲੱਗੇ ਹੋ, ਉੱਥੇ ਕੱਲੇ ਦੇ ਨਾਲ ਕਾਲੇ ਰੰਗ ਦੀ ਮੋਸਟਲੀ ਪਾਈਪ ਆ, ਤੇ ਉਹ ਇੰਨੇ ਹੀ ਨੇ ਬੂਟਿਆਂ ਨੂੰ ਵੀ ਲਗਾਤਾਰ ਤੁਪਕੇ 'ਚ ਪਾਣੀ ਜਾਂਦਾ ਰਹਿੰਦਾ, ਕਿਉਂਕਿ ਉੱਥੇ ਨਾ ਪਾਣੀ ਗਿਆ ਤਾਂ ਖਤਮ ਹੋ ਜਾਣਾ। ਉਹਨਾਂ ਕੋਲ ਪਾਣੀ ਹੈ ਨਹੀਂ ਸੀ, ਉਹਨਾਂ ਨੇ ਪ੍ਰਬੰਧ ਕਰ ਲਿਆ। ਉਹਨਾਂ ਕੋਲ ਚੱਜ ਦੀ ਮਿੱਟੀ ਹੈ ਨਹੀਂ ਸੀ, ਉਹਨਾਂ ਨੇ ਪ੍ਰਬੰਧ ਕਰ ਲਿਆ। ਸਾਡੇ ਕੋਲ ਪਾਣੀ ਸੀ, ਅਸੀਂ ਗਵਾ ਲਿਆ। ਸਾਡੇ ਕੋਲ ਚੱਜ ਦੀ ਮਿੱਟੀ ਸੀ, ਅਸੀਂ ਗਵਾ ਲਈ, ਪਰ ਅਸੀਂ ਠੀਕ ਕਰ ਸਕਦੇ ਹਾਂ। ਸਾਡੇ ਕੋਲ ਇਲਾਜ ਹੈਗਾ, ਇਲਾਜ ਇੱਥੇ ਪਿਆ। ਉਹਦੇ 'ਚ ਇੱਕ ਬੇਨਤੀ ਮੈਂ ਕਰਾਂ, ਦੇਖੋ ਇਹਨੂੰ ਨਾ, ਇੱਕ ਤੇ ਹੋ ਗਿਆ ਵੀ ਦੇਸੀ ਤਰੀਕਾ, ਇੱਕ ਹੁੰਦਾ ਵੀ ਸਰਕਾਰਾਂ ਵਾਲੇ ਪਾਸੇ। ਆਪਾਂ ਸਰਕਾਰਾਂ ਤੋਂ ਮੰਗ ਇਹੋ ਜਿਹੀਆਂ ਕਰਨ ਨਾਲੋਂ ਮਿਲਦਾ ਵੀ ਜੇ ਕੋਈ ਚੰਗੀ ਮੰਗ ਕਰਨੀ ਤਾਂ ਉਹ ਕਰਨੀ ਚਾਹੀਦੀ ਇਕਨੋਮੀ ਵਾਈਜ਼। ਹੁਣ ਉਹਨਾਂ ਨੇ ਵੇਖਿਆ ਵੀ ਆਪਾਂ ਯਾਰ ਇੱਕ ਖਿੱਤਾ ਡਿਵੈਲਪ ਕਰੀਏ ਜਿੱਥੇ ਇਨਵੈਸਟਰ ਆਵੇ ਜੀ। ਹੁਣ ਬਹੁਤਾ ਕਰਕੇ ਦੁਬਈ 'ਚ ਹੈ ਕੀ ਆ ਵੀ ਜੇ ਉਹ ਰੀਅਲ ਏਸਟੇਟ ਵਾਲੇ ਪਾਸੇ ਜਾਂਦੇ ਤਾਂ ਉਹਨਾਂ ਨੇ ਵੇਖਿਆ ਵੀ ਯਾਰ ਇਨਵੈਸਟਰ ਸੱਦੋ। ਮੇਰਾ ਨਹੀਂ ਖਿਆਲ ਵੀ ਦੁਨੀਆ ਦੇ ਵਿੱਚ ਕੋਈ ਵੀ ਕੋਈ ਅਮੀਰ ਤਰੀਨ ਬੰਦਾ ਬਚਿਆ ਹੋਊਗਾ ਜਿਹਨੇ ਉੱਥੇ ਜਾ ਕੇ ਕੋਈ ਫਲੈਟ ਜਾਂ ਕੋਈ ਹੋਟਲ ਜਾਂ ਕੋਈ ਬਿਲਡਿੰਗ ਇਹ ਉਹ ਟਾਈਪ ਇਨਵੈਸਟਮੈਂਟ ਨਾ ਕੀਤੀ ਹੋਵੇ। ਇੰਡੀਆ 'ਚੋਂ ਲਾ ਲਓ ਤੁਸੀਂ, ਕਈ ਸਟਾਰ ਨੇ, ਕਈ ਹੈ ਨਾ, ਉਹਨਾਂ ਨੇ ਉੱਥੇ ਜਾ ਕੇ ਆਖਿਆ ਵੀ ਆਪਾਂ ਜਾਇਦਾਦਾਂ ਖਰੀਦਣੀਆਂ। ਉਹਨਾਂ ਨੇ ਇੱਕ ਜਗ੍ਹਾ ਬਣਾਈ ਨਾ ਜਿੱਥੇ ਉਹਨੂੰ ਲੱਗਿਆ ਵੀ ਯਾਰ ਪੈਸਾ ਆਵੇ ਕਿੱਦਾਂ। ਤੇ ਆਪਾਂ ਜੇ ਅੱਜ ਦੀ ਤਰਾਸਦੀ ਵੇਖ ਲਈ, ਤੇ ਅੱਜ ਦੀ ਤਰਾਸਦੀ ਦੇ ਵਿੱਚ ਹਰੇਕ ਪੰਜਾਬ ਚੋਂ ਬੰਦਾ ਕਹਿੰਦਾ ਵੀ ਯਾਰ ਮੈਂ ਇੱਥੋਂ ਆਪਣਾ ਖਹਿੜਾ ਛਡਾਵਾਂ ਕਿੱਦਾਂ। ਪਹਿਲਾਂ ਆਪਾਂ ਇੰਡਸਟਰੀ ਦੀ ਗੱਲ ਕਰਦੇ ਸੀ, ਹੁਣ ਹੌਲੀ ਹੌਲੀ ਬੰਦਾ ਕਹਿੰਦਾ ਵੀ ਯਾਰ ਜਿਹੜੀ ਬਾਕੀ ਦੀ ਕੋਈ ਜਾਇਦਾਦ, ਅਗਲਾ ਕਹਿੰਦਾ ਯਾਰ ਮੈਂ ਵੀ ਛੱਡ ਕੇ ਤੇ ਇੱਥੋਂ ਨਿਕਲ ਜਾਣਾ। ਇਹ ਸਭ ਤੋਂ ਵੱਡੀ ਗੱਲ ਹੈ ਵੀ ਉਸ ਧਰਤੀ ਤੋਂ ਅਗਲੇ ਬੰਦਿਆਂ ਦਾ ਪਲਾਇਨ ਹੋ ਰਿਹਾ, ਉਹ ਵੀ ਆਪਣਾ ਪੈਸਾ, ਆਪਣੀ ਜਾਇਦਾਦ, ਆਪਣਾ ਸਰਮਾਇਆ ਸਾਰਾ ਉੱਥੋਂ ਕੱਢ ਕੇ ਲਿਜਾ ਰਹੇ। ਸਭ ਤੋਂ ਵੱਡਾ ਤਾਂ ਇਹੀ ਸਰਕਲ ਉਲਟਾ ਕਰਨ ਦੀ ਲੋੜ ਆ ਵੀ ਯਾਰ ਆਪਾਂ ਉਸ ਚੀਜ਼ ਨੂੰ ਇੱਦਾਂ ਦੀ ਬਣਾਈਏ ਵੀ ਲੋਕ ਉੱਥੇ ਇਨਵੈਸਟ ਕਰਨ ਆਉਣ, ਉੱਥੋਂ ਆਪਣੀ ਇਨਵੈਸਟਮੈਂਟ ਕੱਢਣ ਨਾ। ਇਹ ਮੇਰੇ ਖਿਆਲ ਨਾਲ ਚੀਜ਼ ਜਿਹੜੀ ਸੋਚਣ ਵਾਲੀ, ਜੇ ਉਸ ਪਾਸੇ ਕੋਈ ਨਾ ਕੋਈ ਪਾਲਿਸੀ ਬਣਾ ਲਈ ਜਾਵੇ ਤੇ ਆਪੇ ਕਈ ਮਸਲੇ ਹੱਲ ਹੋ ਜਾਣਗੇ। ਸੰਧਾਲੀਆ ਸਾਹਿਬ, ਜੇ ਤੁਸੀਂ ਦੁਬਈ ਦੀਆਂ ਖਬਰਾਂ ਦੇਖੋ, ਉੱਥੋਂ ਦੇ ਜਿਹੜੇ ਨਿਊਜ਼ ਪੋਰਟਲ ਨੇ ਆਨਲਾਈਨ ਹੈਗੇ ਆ, ਜਿੱਥੇ ਮਰਜ਼ੀ ਬਹਿ ਕੇ ਦੇਖ ਸਕਦੇ ਹੋ। ਜ਼ਰੂਰੀ ਨਹੀਂ ਕਿ ਅੱਗੇ ਤਾਂ ਹੁੰਦਾ ਕਿ ਕਿਤੇ ਜਾਵਾਂਗੇ ਯਾਰ ਉੱਥੋਂ ਦੀ ਸਥਾਨਕ ਅਖਬਾਰ ਲੈ ਕੇ ਪੜਾਂਗੇ, ਉੱਥੋਂ ਦੀ ਜਿਹੜੀ ਲੋਕਲ, ਉਹਦੇ ਵਿੱਚ ਕ੍ਰਾਈਮ ਦੀ ਖਬਰ ਹੀ ਨਹੀਂ ਆਉਂਦੀ, ਬਹੁਤ ਘੱਟ ਆਊਗੀ ਖਬਰ। ਲੁੱਟ ਖੋਹ ਦੀ ਖਬਰ ਹੀ ਨਹੀਂ ਆਉਂਦੀ। ਲੋਕ ਸੋਨਾ ਪਾ ਕੇ ਤੁਰੇ ਫਿਰਦੇ ਆ, ਲੋਕ ਗਹਿਣੇ ਪਾ ਕੇ ਤੁਰੇ ਫਿਰਦੇ ਆ, ਮਹਿੰਗੇ ਮਹਿੰਗੇ ਪਰਸ ਹੁੰਦੇ ਆ ਬੀਬੀਆਂ ਦੇ ਕੋਲੇ, ਤੁਹਾਨੂੰ ਕਦੇ ਪਰਸ ਖੋਹ ਕੇ ਭੱਜਦੇ ਦੀ ਖਬਰ ਹੀ ਨਹੀਂ ਹੋਊਗੀ। ਇਸ ਗੱਲ ਦੀ ਤੁਹਾਨੂੰ ਹੋਊਗੀ ਨਹੀਂ ਕਿ ਕੋਈ ਬੰਦਾ ਕਿਸੇ ਦੀਆਂ ਬਾਲੀਆਂ ਲਾ ਕੇ ਭੱਜ ਗਿਆ। ਅੱਧੀ ਰਾਤ ਨੂੰ ਲੋਕ, ਬੀਬੀਆਂ ਕੱਲੀਆਂ ਤੁਰੀਆਂ ਫਿਰਦੀਆਂ, ਕੋਈ ਰੌਲਾ ਹੀ ਨਹੀਂ ਕਿਸੇ ਕਿਸਮ ਦਾ। ਜਾਣੀ ਤੁਸੀਂ ਇਨਵੈਸਟਮੈਂਟ ਦੀ ਗੱਲ ਕੀਤੀ ਨਾ, ਉਹ ਸੇਫਟੀ ਦੇ ਨਾਲ ਬਹੁਤ, ਸੁਰੱਖਿਆ ਦੇ ਨਾਲ ਬਹੁਤ ਜ਼ਿਆਦਾ ਗੂੜਾ ਸੰਬੰਧ ਹੈ। ਕੋਈ ਬੰਦਾ ਇਨਵੈਸਟਮੈਂਟ ਕਰੂਗਾ, ਉਹਨੂੰ ਲੱਗੂਗਾ ਕਿ ਭਾਈ ਇੱਥੇ ਸੁਰੱਖਿਆ ਹੈ, ਬਾਹਰੋਂ ਵੀ ਬੰਦੇ ਕੰਮ ਕਰਨ ਆਉਣੇ, ਅੰਦਰੋਂ ਵੀ ਆਉਣੇ ਆ। ਬੰਦਾ ਪੈਸੇ ਉੱਥੇ ਲਾਉਂਦਾ ਜਿੱਥੇ ਉਹਨੂੰ ਲੱਗਦਾ ਹੋਵੇ ਘੱਟੋ ਘੱਟ ਆ ਨਹੀਂ ਜਾਣਗੇ। ਤੇ ਆਪਣੇ ਇੱਥੇ ਤਾਂ ਕੰਮ ਹੀ ਹੋ ਰਿਹਾ ਪਿਆ। ਇਸ ਕਰਕੇ ਜੇ ਤਾਂ ਉੱਦਾਂ ਦਾ ਕੰਮ ਕਿਤੇ ਨਾ ਕਿਤੇ ਚਲਾਉਣਾ, ਮੈਂ ਨਹੀਂ ਕਹਿੰਦਾ ਕਿ ਉਨੀਆਂ ਸਖਤ ਸਜ਼ਾਵਾਂ ਦਿਓ, ਉਹ ਨਹੀਂ ਗੱਲ ਹੈਗੀ, ਪਰ ਕਿਤੇ ਨਾ ਕਿਤੇ ਉਹਨਾਂ ਨੇ ਢਾਂਚਾ ਆਪਣਾ ਵਧੀਆ ਬਣਾ ਲਿਆ। ਸਿਕਿਉਰਿਟੀ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀ ਕਿਸੇ ਦੇ ਕੋਲ ਕਿ ਭਾਈ 25 40 ਬੰਦੇ ਲੈ ਕੇ ਉੱਥੇ ਲੀਡਰ ਤੁਰੇ ਫਿਰਨ ਨਾ। ਉਹ ਵੱਡੇ ਸ਼ੇਖਾਂ ਦੇ ਜਿਹੜੇ ਉੱਥੋਂ ਦੇ ਕਿੰਗ ਨੇ, ਉਹਨਾਂ ਦੇ ਘਰ ਦਿਖਾਉਂਦੇ ਆ ਜੀ ਆਹ ਮਿਨਿਸਟਰ ਆ, ਉਹ ਮਿਨਿਸਟਰ ਆ, ਕੋਈ ਸਿਕਿਉਰਿਟੀ ਵਾਲਾ ਖੜਾ ਹੀ ਨਹੀਂ ਹੁੰਦਾ ਉਹ ਕਿਤੇ ਅੰਦਰ ਪਤਾ ਨਹੀਂ, ਪਰ ਇਦਾਂ ਕੋਈ ਨਜ਼ਰ ਨਹੀਂ। ਆਪਣੇ ਤਾਂ ਬੈਰੀਕੇਡ ਕਿਲੋਮੀਟਰ ਪਹਿਲੇ ਲਾਉਣੇ ਸ਼ੁਰੂ ਕਰ ਦਿੰਦੇ ਆ। ਮੁਸ਼ਕਿਲ ਇਹ ਹੈ ਨਾ ਵਾਟ ਸਾਹਿਬ ਵੀ ਆਪਣੇ ਵਾਲਿਆਂ ਨੇ ਆਖਿਆ ਵੀ ਪਹਿਲਾਂ ਸਿਕਿਉਰਟੀਆਂ ਤੇ, ਫਿਰ ਹਥਿਆਰਾਂ ਤੇ, ਫਿਰ ਜੇਲ੍ਹਾਂ ਤੇ, ਫਿਰ ਉਦੋਂ ਬਾਅਦ ਅਦਾਲਤੀ ਢਾਂਚੇ ਤੇ, ਇਹ ਉਹ ਤੇ ਪੈਸਾ ਲਾਉਣਾ। ਅਗਲਿਆਂ ਪੈਸਾ ਲਾਇਆ ਦਾਤਰ ਤੇ ਜੀ, ਉਹ ਕਹਿੰਦੇ ਵੀ ਤਿੱਖਾ ਕਰ ਲਓ ਬਸ ਆਪੇ ਹਟ ਜਾਣੇ ਹੈ ਨਾ, ਵੀ ਮਤਲਬ ਕੋਈ ਲੋੜ ਨਹੀਂ ਹੈਗੀ ਬਾਕੀ ਸਾਰਾ ਕੁਝ ਕਰਨ ਦੀ, ਦਾਤਰ ਥੋੜਾ ਤਿੱਖਾ ਕਰੋ, ਇੱਕ ਢੰਗ ਦਿਓ। ਹਾਂ, ਇੱਕ ਢੰਗ ਦਿਓ, ਉਦੋਂ ਬਾਅਦ ਜੇ ਉਸ ਹਿਸਾਬ ਨਾਲ ਰੱਖ ਲਓ ਸਜ਼ਾ ਵੀ ਕਿੰਨਾ ਕੁ ਪੋਰਸ਼ਨ ਕੱਟਣਾ, ਤੇ ਆਪਣੇ ਆਪ ਹੀ ਕੰਮ ਸੈੱਟ ਹੋ ਜਾਂਦਾ। ਇਹ ਹੋ ਸਕਦਾ ਵੀ ਜਦੋਂ ਇੱਥੇ ਇੱਕ ਚਰਚਾ ਚੱਲਣ ਪੈਂਦੀ ਹਿਊਮਨ ਰਾਈਟਸ ਦੀ ਜੀ। ਹੁਣ ਜੇ ਤੇ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਨੀ ਤੇ ਫਿਰ ਉਹਦੀ ਵੀ ਤਰਕਸੰਗਤ ਹੋਣੀ ਚਾਹੀਦੀ ਹੈ ਵੀ ਕਿਤੇ ਉਹਦੇ ਨਾਲ ਤਾਂ ਨਹੀਂ ਧੱਕਾ ਹੋ ਰਿਹਾ। ਹਾਂ, ਜੇ ਆਪਾਂ ਕ੍ਰਾਈਮ ਨੂੰ ਰੋਕਣ ਵਾਲੇ ਦੇ ਲਈ ਕੋਈ ਰਾਹ ਕੱਢਿਆ ਜਾ ਰਿਹਾ ਤਾਂ ਉੱਥੇ ਵੀ ਆਖਣਾ ਵੀ ਨਹੀਂ ਇਹਦੇ ਵਿੱਚ ਵੀ ਹਿਊਮਨ ਰਾਈਟਸ ਦੀ ਗੱਲ ਤੁਸੀਂ ਕਰ ਲਓ। ਤੇ ਆਪਣਾ ਇਹ ਤਾਂ ਜ਼ਰੂਰ ਵੇਖਣਾ ਕੋਈ ਵੀ ਇਸ ਵਕਤ ਹਾਲਾਤ ਕੀ ਆ। ਇੱਕ ਹੁੰਦਾ ਨਾ ਵੀ ਯਾਰ ਖੇਤ 'ਚ ਬੀਜ ਤੇ ਲਿਆ ਕੁਛ ਤੇ ਵਾੜ ਕਿੱਦਾਂ ਦੀ ਕਰੀਏ। ਅਗਲਾ ਕਹਿੰਦਾ ਵਾੜ ਇੱਥੇ ਕੰਡਿਆਲੀ ਤਾਰ ਲਾ ਦਿਓ, ਉਹਦੇ 'ਚ ਕਰੰਟ ਛੱਡ ਦਿਓ ਜੀ। ਉਹ ਕਹਿੰਦਾ ਵੀ ਯਾਰ ਨਹੀਂ ਜੇ ਕਰੰਟ ਛੱਡਿਆ ਕੰਡਿਆਲੀ ਤਾਰ ਨਾਲ ਕੋਈ ਲੱਗ ਕੇ ਮਰ ਜੂ, ਯਾਰ ਕਿਸੇ ਦਾ ਨੁਕਸਾਨ ਹੋ ਜੂ। ਇਹ ਕੋਈ ਸੋਚਦਾ ਨਹੀਂ ਵੀ ਵੀਰ ਮੇਰਾ ਲੱਗ ਕੇ ਮਰੂ ਉਹ ਜਿਹੜਾ ਆਊ
ਲਾ ਤਾਂ ਇਸੇ ਹੀ ਰਹੇ ਆ ਨਾ ਵੀ ਇੱਧਰ ਨੂੰ ਨਾ ਆਵੇ ਕੋਈ, ਤੇ ਅਗਲਾ ਨਾ ਆਵੇ ਨਾ ਮਰੂ। ਸੰਧਾ ਵਾਲੇ ਸਾਹਿਬ, ਤੁਸੀਂ ਮਨੁੱਖੀ ਅਧਿਕਾਰ ਦਾ ਜ਼ਿਕਰ ਕੀਤਾ, ਹਿਊਮਨ ਰਾਈਟਸ ਦਾ, ਤੇ ਮੈਨੂੰ ਚੇਤਾ ਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਬਹੁਤ ਵਾਰੀ ਐਸਜੀਪੀਸੀ ਕਮੇਟੀਆਂ ਬਣਾਉਂਦੀ ਆ, ਕਮੇਟੀਆਂ ਬਹੁਤੀਆਂ ਸਰਗਰਮ ਨਹੀਂ ਰਹਿੰਦੀਆਂ ਜਾਂ ਵੇਲੇ ਸਿਰ ਨਤੀਜਾ ਨਹੀਂ ਆਉਂਦਾ, ਬੜੀ ਵਾਰੀ ਚਰਚਾ ਹੋਈ। ਪਰ ਐਤਕੀ ਕਮ ਰਫ਼ਤਾਰ ਨਾਲ ਚੱਲ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪਿਛਲੇ ਦਿਨੀ ਨਿਰਦੇਸ਼ ਦਿੱਤੇ ਸੀ ਐਸਜੀਪੀਸੀ ਨੂੰ, ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੂੰ, ਕਿ ਭਾਈ ਬੰਦੀ ਸਿੰਘਾਂ ਦੀ ਗੱਲ ਹੈ, ਮਨੁੱਖੀ ਅਧਿਕਾਰਾਂ ਦਾ ਮਸਲਾ ਹੈ, ਜਿੰਨੇ ਸਾਲਾਂ ਦੀ ਸਜ਼ਾ ਸੀ ਉਹਦੇ ਤੋਂ ਵੱਧ ਉਹ ਕੱਟ ਚੁੱਕਿਆ ਤੇ ਦਹਾਕਾ ਉੱਪਰ ਚਲੇਗੀ ਸਜ਼ਾ। ਛੱਡਦੇ ਕਿਉਂ ਨਹੀਂ? ਉਹਨਾਂ ਦੇ ਲਈ ਕੋਈ ਸਮੂਹਿਕ ਸਾਂਝੇ ਤੌਰ ਤੇ ਯਤਨ ਕਰੋ, ਕੱਲੇ ਨਾ ਯਤਨ ਕਰੋ, ਗੱਲ ਨਹੀਂ ਜੇ ਬਣਦੀ। ਐਸਜੀਪੀਸੀ ਨੇ ਇਕੱਤਰਤਾ ਰੱਖ ਲਈ। ਆਪਾਂ ਪਹਿਲੀ ਵਾਰੀ ਦੇਖਿਆ ਸੀ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਬੈਠੇ, ਸਿਮਰਨਜੀਤ ਸਿੰਘ ਮਾਨ ਬੈਠੇ, ਜੀਕੇ ਸਾਹਿਬ, ਸਰਨਾ ਸਾਹਿਬ, ਬੜੇ ਬੰਦੇ, ਦਾਦੂਵਾਲ ਸਾਹਿਬ ਬੈਠੇ, ਇੱਕੋ ਫਰੇਮ ਦੇ ਵਿੱਚ ਫੋਟੋ ਆਈਆਂ ਉਹਨਾਂ ਦੀਆਂ। ਇੱਕ ਭਾਸ਼ਣ ਦੇ ਰਿਹਾ ਤੇ ਦੂਜੇ ਕਹਿ ਰਿਹਾ ਠੀਕ ਗੱਲ ਹੈ ਜੀ, ਠੀਕ ਗੱਲ ਹੈ। ਨਹੀਂ ਤਾਂ ਆਪਸ ਵਿੱਚ ਝਗੜੇ ਬੜੇ ਨੇ, ਸਿਆਸੀ ਵਿਚਾਰਧਾਰਕ 20 ਤਰ੍ਹਾਂ ਦੇ ਝਗੜੇ ਨੇ, ਇੱਕ ਦੂਜੇ ਦੇ ਸਿਰੇ ਦੇ ਇਲਜ਼ਾਮ। ਉਹਦੇ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਕਮੇਟੀ ਚੁਣਦੇ ਹੋ, ਜਿਹੜੀ ਕਮੇਟੀ ਸਰਕਾਰੀ ਦਰਬਾਰੇ ਕਾਨੂੰਨ ਸਾਜ਼ਾਂ ਦੇ ਨਾਲ, ਕਾਨੂੰਨ ਦੀ ਲੜਾਈ ਲੜਨ ਵਾਲਿਆਂ ਦੇ ਨਾਲ ਜਾ ਕੇ ਗੱਲ ਕਰੇ ਕਿ ਨਾ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਛੁਡਾਇਆ ਕਿੱਦਾਂ ਜਾਣਾ ਹੈ। 9 ਮੈਂਬਰੀ ਹੁਣ ਕਮੇਟੀ ਬਣਾਤੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਲੇਟ ਹੋਊ। 19 ਤਰੀਕ ਨੂੰ ਉਹਦੀ ਬੈਠਕ ਵੀ ਰੱਖ ਲਈ ਕਿ ਭਈ ਆਪਾਂ ਕੰਮ ਕਿੱਦਾਂ ਚਲਾਉਣਾ। ਤੇ 9 ਮੈਂਬਰੀ ਕਮੇਟੀ 'ਚ ਕੌਣ ਨੇ? ਸਿਮਰਨਜੀਤ ਸਿੰਘ ਮਾਨ ਹੋਰੀ, ਸੁਖਬੀਰ ਸਿੰਘ ਬਾਦਲ ਸਾਹਿਬ, ਹਰਮੀਤ ਸਿੰਘ ਕਾਲਕਾ, ਜਿਹੜੇ ਕਿ ਹੁਣੇ ਹੀ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਦਿੱਲੀ ਸਟੇਟ ਬਣਾਇਆ ਉਹਨਾਂ ਨੇ, ਤੇ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਨੇ, ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਤੀਨਿਧ ਵੀ ਉਹਦੇ ਵਿੱਚ ਸ਼ਾਮਲ ਕੀਤੇ ਗਏ ਆ। ਤੇ ਨਾਲ ਹੀ ਧਾਮੀ ਸਾਹਿਬ ਨੇ ਕਹਿਤਾ ਕਿ ਹੋਰ ਬੰਦੇ ਵੀ ਅਸੀਂ ਸ਼ਾਮਲ ਕਰ ਸਕਦੇ ਹਾਂ, ਗੁੰਜਾਇਸ਼ ਅਸੀਂ ਰੱਖੀ ਹੋਈ ਹੈ ਜੀ। ਪਰ ਹਾਲ ਦੀ ਘੜੀ ਇਹ 9 ਮੈਂਬਰ ਹੋਣਗੇ, ਜਿਹੜੇ ਕਿ ਇਹ 9 ਮੈਂਬਰ ਹੁਣ 19 ਤਰੀਕ ਨੂੰ ਬੈਠਕ ਕਰਕੇ ਕਿ ਆਪਾਂ ਕੰਮ ਕਿੱਥੋਂ ਸ਼ੁਰੂ ਕਰਨਾ, ਕਿੱਧਰਲੇ ਪਾਸੇ ਨੂੰ ਲੈ ਕੇ ਜਾਣਾ, ਕਿਹਦੇ ਨਾਲ ਮਿਲਣਾ ਗਿਲਣਾ, ਕਿੱਥੇ ਜਾ ਕੇ ਕਾਨੂੰਨੀ ਤੌਰ ਤੇ ਚਾਰਾਜੋਈ ਕਰਨੀ ਹੈ। ਬਹੁਤ ਚੰਗਾ ਹੋਵੇ ਸੰਧਾਲੀਆ ਸਾਹਿਬ ਕਿ ਕੱਲਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਨਹੀਂ, ਪੰਜਾਬ ਦੇ ਬੜੇ ਮਸਲੇ ਨੇ, ਸਿੱਖ ਭਾਈਚਾਰੇ ਦੇ ਬੇਹੱਦ ਮਸਲੇ ਨੇ, ਜਿਨ੍ਹਾਂ ਮਸਲਿਆਂ ਦੇ ਉੱਤੇ ਜੇ ਕਿਤੇ ਵੇਲੇ ਸਿਰ ਇਕੱਠੇ ਹੋ ਕੇ ਤੁਰ ਪੈਂਦੇ ਉਹ ਮਸਲੇ ਖਤਮ ਹੋ ਜਾਣੇ ਸੀ, ਉਹ ਸਮੱਸਿਆਵਾਂ ਸੁਲਝ ਜਾਣੀਆਂ ਸੀ। ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਤੁਸੀਂ ਸਾਰੇ ਹੀ ਲੀਡਰ ਹੋ, ਤੁਸੀਂ ਸਾਰੇ ਹੀ ਨੇਤਾ ਹੋ, ਕਿਸੇ ਦੇ ਮਗਰ ਥੋੜੇ ਵੋਟਰ ਨੇ, ਕਿਸੇ ਦੇ ਮਗਰ ਬਹੁਤੇ ਵੋਟਰ ਨੇ, ਪਰ ਐਤਕੀ ਇਕੱਠੇ ਚੱਲਿਓ ਤੇ ਉੱਥੇ ਇਹਨਾਂ ਲੀਡਰਾਂ ਦੇ ਵਿੱਚੋਂ ਲੀਡਰ ਕੌਣ ਹੈ ਉਹਦੀ ਲੜਾਈ ਨਾ ਹੋਵੇ, ਉਹ ਬਾਹਰ ਕਿੱਦਾਂ ਆਉਣਗੇ, ਲੜਾਈ ਉਹਦੀ ਹੋਵੇ। ਮੇਰੇ ਖਿਆਲ ਨਾਲ ਇਹ ਸ਼ੁਰੂਆਤ ਤੇ ਚਲੋ ਇਸ ਪਾਸਿਓਂ ਹੋਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਿੱਦਾਂ ਹੋਣੀ, ਪਰ ਮੈਨੂੰ ਲੱਗਦਾ ਵੀ ਇਹਦੇ 'ਚ ਇੱਕ ਸੋਹਣਾ ਸੁਨੇਹਾ ਜਾਪਦਾ ਉਹ ਇਹ ਹੈ ਕਿ ਵੀ ਰਾਜਨੀਤਿਕ ਤੌਰ ਤੇ ਜਾਂ ਵਿਚਾਰਧਾਰਕ ਤੌਰ ਤੇ ਹੋ ਸਕਦਾ ਵੀ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਮੁਖੀ ਨੇ ਇੱਕ ਤਰ੍ਹਾਂ ਨਾਲ ਉਸ ਕਮੇਟੀ ਦੇ ਵਿੱਚ, ਉਹਨਾਂ ਦੀ ਲੜਾਈ ਹੋ ਸਕਦੀ ਬਾਹਰ ਰਹੀ ਹੋਵੇ, ਪਰ ਜਦੋਂ ਇਕੱਠੇ ਤੁਰਨਗੇ ਇੱਕ ਮਸਲੇ ਤੇ ਚੱਲਣਗੇ ਤੇ ਹੋ ਸਕਦਾ ਵੀ ਕੋਈ ਸਮਾਂ ਪਾ ਕੇ ਉਹਨਾਂ ਦੀਆਂ ਬਹੁਤ ਸਾਰੇ ਜਿਹੜੇ ਪੁਰਾਣੇ ਮਸਲੇ ਰਹੇ ਨੇ ਉਹਨਾਂ ਦੇ ਉੱਪਰ ਵੀ ਸਹਿਮਤੀ ਹੋ ਜਾਵੇ ਵੀ ਹਾਂਜੀ ਗੱਲ ਤੇ ਉਹ ਠੀਕ ਸੀ ਜੀ, ਅਸੀਂ ਵੀ ਉਦੋਂ ਇਸ ਤਰ੍ਹਾਂ ਚਾਹੁੰਦੇ ਸੀ, ਤੁਸੀਂ ਥੋੜ੍ਹਾ ਜਿਹਾ ਇੱਦਾਂ ਕਰ ਲਿਆ, ਚਲੋ ਆਪਾਂ ਹੁਣ ਇੱਦਾਂ ਨੇ ਇੱਦਾਂ ਕਰਕੇ ਨਿਬੇੜ ਲੈਂਦੇ ਹਾਂ। ਤੇ ਹੋ ਸਕਦਾ ਕਿ ਜਿਹੜੀ ਬੜੀ ਦੇਰ ਤੋਂ ਲਟਕਦੇ ਆ ਰਹੇ ਮਸਲੇ ਨੇ ਉਹ ਮਸਲੇ ਵੀ ਹੱਲ ਹੋਣੇ ਸ਼ੁਰੂ ਹੋ ਜਾਣ। ਤੇ ਮੇਰੇ ਖਿਆਲ ਨਾਲ ਜੋ ਹੱਲ ਹੋਣੇ ਸ਼ੁਰੂ ਹੋ ਜਾਣਗੇ ਤੇ ਖਾਸ ਕਰਕੇ ਵਿਦੇਸ਼ਾਂ 'ਚ ਬੈਠੀ ਸੰਗਤ ਨੂੰ ਕਈ ਵਾਰ ਹੁੰਦਾ ਵੀ ਯਾਰ ਕਿਉਂ ਨਾ ਆਪਾਂ ਏਕੇ ਦੀ ਗੱਲ ਕਰੀਏ, ਵੀ ਕਿਉਂਕਿ ਜੇ ਇਕਮੁੱਠਤਾ ਹੋਊਗੀ ਤੇ ਸਾਨੂੰ ਬਾਹਰ ਬੈਠਿਆਂ ਨੂੰ ਬੜਾ ਸੁੱਖ ਹੋ ਜਾਂਦਾ ਵੀ ਹਾਂ ਯਾਰ ਇੱਕੋ ਥਾਂ ਹੈ, ਉੱਥੇ ਆਪਣੇ ਜਾ ਕੇ ਸੁਣਵਾਈ ਹੋ ਜਾਣੀ, ਮਸਲਾ ਆਪਣਾ ਰੱਖਣਾ ਮਗਰੋਂ ਤੇ ਅਗਲੇ ਨੇ ਹੱਲ ਪਹਿਲਾਂ ਕਰ ਦੇਣਾ। ਉਹਦੇ ਲਈ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਨਾਲ ਮੁੱਢ ਵੱਜ ਗਿਆ। ਬਾਕੀ ਆਉਣ ਵਾਲੇ ਦਿਨਾਂ 'ਚ ਮਹੀਨਿਆਂ 'ਚ ਦੇਖਦੇ ਕੀ ਬਣਦਾ। ਨਹੀਂ, ਨਜ਼ਰ ਤਾਂ ਰੱਖਣੀ ਪਊਗੀ, ਆਮ ਸੰਗਤ ਵੀ ਨਜ਼ਰ ਰੱਖੇ ਕਿ ਭਾਈ ਚੰਗੇ ਤਰੀਕੇ ਦੇ ਨਾਲ, ਕਿਉਂਕਿ ਸਿਆਸੀ ਤੌਰ ਦੇ ਉੱਤੇ ਆਪਸ ਦੇ ਵਿੱਚ ਗੁੱਥਮ ਗੁੱਥਾ ਨਾ ਹੋਣ, ਅਸੀਂ ਉਮੀਦ ਕਰਦੇ ਹਾਂ। ਕਿਉਂਕਿ ਜਿਹੜਾ ਬੰਦਾ ਕਾਨੂੰਨੀ ਤੌਰ ਤੇ ਹੱਕਦਾਰ ਹੈ ਨਾ, ਉਹਦੀ ਰਿਹਾਈ, ਉਹਨੂੰ ਪੇਰੋਲ ਜਿਹੜਾ ਉਹ ਮਿਲਣਾ ਚਾਹੀਦਾ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਥੋੜੀ ਜਿਹੀ ਕਾਂਗਰਸ ਤੇ ਚਿੰਤਨ ਸ਼ਿਵਰ ਦੀ ਗੱਲ ਕਰ ਲਈਏ। ਚਿੰਤਨ ਪਤਾ ਨਹੀਂ ਕਿੰਨਾ ਕੁ ਕੀਤਾ, ਕਿੰਨਾ ਕੁ ਨਹੀਂ ਕੀਤਾ। ਸੰਧਾਲੀਆ ਸਾਹਿਬ ਹੁਣ ਕਹਿੰਦੇ ਜੀ ਇੱਕ ਟੱਬਰ ਦੇ ਵਿੱਚੋਂ ਟਿਕਟ ਇੱਕ ਦੇਣੀ ਹੈ। ਮੇਰੇ ਮਨ 'ਚ ਖਿਆਲ ਆਉਂਦੇ ਤੁਸੀਂ ਤੇ ਇੱਕ ਬੰਦੇ ਨੂੰ 2-2 ਦੇ ਵੈਸੇ ਗੱਲ ਹੀ ਆ। ਨਹੀਂ ਦੇਖੋ, ਇਹ ਜਿਹੜੀ ਗੱਲ ਇਹ ਕੋਈ ਨਵੀਂ ਨਹੀਂ, ਮਤਲਬ ਇਹ ਇੱਦਾਂ ਹੈ ਨਾ ਵੀ ਜਿੱਦਾਂ ਉਹ ਕਹਿੰਦੇ ਵੀ ਦੁਬਾਰਾ ਚੈੱਕਅਪ ਲਈ ਲਿਆਓ ਬਾਪੂ ਨੂੰ। ਬਾਪੂ ਹੀ ਹੋਣਗੇ ਜੇ ਦਵਾਈ ਬਦਲ ਕੇ ਦੇਖਦੇ ਕਾਂਗਰਸ ਪਾਰਟੀ ਦੀ ਗੱਲ ਕਰੀਏ। ਕਾਂਗਰਸ ਪਾਰਟੀ ਦੀ ਉਮਰ ਇਸ ਵਕਤ ਦੇਖੋ ਵੀ ਮਤਲਬ 130-35 ਸਾਲ ਹੋ ਗਈ। ਹੁਣ ਉਸ ਹਿਸਾਬ ਨਾਲ ਕਹਿੰਦੇ ਵੀ ਦਵਾਈ ਇੱਕ ਤਰ੍ਹਾਂ ਦਵਾਉਣੀ, ਚੈੱਕਅਪ ਕਰਾਓ। ਉਹ ਹੁਣ ਚੈੱਕਅਪ ਕਰਨ ਤੋਂ ਬਾਅਦ ਕੁੱਲ ਮਿਲਾ ਕੇ ਰਿਪੋਰਟ ਉਸੇ ਤਰ੍ਹਾਂ ਦੀ ਆਈ ਜਿਹੜੀ ਪਹਿਲਾਂ ਤਰ੍ਹਾਂ ਦੀ ਆਉਂਦੀ ਹੁੰਦੀ ਵੀ ਮਹਾਰਾਜ ਏਕੇ ਦੀ ਲੋੜ ਹੈ, ਏਕਤਾ ਦੀ ਲੋੜ ਹੈ, ਸਾਨੂੰ ਕੁਛ ਥਾਵਾਂ ਦੇ ਉੱਪਰ ਜਿਹੜੇ ਵਰਕਰ ਨੇ ਉਹਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਇੱਕ ਬੰਦਾ ਉਹਦੇ ਕੋਲ ਕਈ ਅਹੁਦੇ ਹੁੰਦੇ, ਇੱਦਾਂ ਨਾ ਹੋਵੇ ਇੱਕ ਬੰਦੇ ਕੋਲ ਇੱਕੋ ਹੀ ਅਹੁਦਾ ਹੋਵੇ। ਜੇ ਪਰਿਵਾਰ ਹੈ ਤਾਂ ਉਸ ਪਰਿਵਾਰ ਦੇ ਵਿੱਚ ਟਿਕਟ ਵੀ ਇੱਕ ਹੀ ਹੋਵੇ, ਵੀ ਇਹ ਨਾ ਹੋਵੇ ਪਹਿਲਾਂ ਬਾਪੂ ਜੀ ਨੇ, ਫਿਰ ਉਸ ਤੋਂ ਬਾਅਦ ਬੇਟਾ ਹੈ, ਫਿਰ ਜਾਂ ਪਰਿਵਾਰ ਦਾ ਕੋਈ ਹੋਰ ਜੀ ਹੈ,
ਉਹ 5-4 ਟਿਕਟਾਂ ਜਾਂ 10-15 ਉਹਦੇ ਇੱਕੋ ਟੱਬਰ ਦੇ ਕੋਲ ਹੀ ਹੁੰਦੀ, ਉਹ ਕੰਮ ਨਾ ਹੋਵੇ। ਵੀ ਜੇ ਮੈਂ ਗਲਤ ਨਹੀਂ ਤੇ ਮੈਨੂੰ ਲੱਗਦਾ ਇਹ ਦਵਾਈ ਤੇ ਪਹਿਲਾਂ ਵੀ ਡਾਕਟਰ ਲਿਖ ਕੇ ਦਿੰਦਾ ਰਿਹਾ, ਤੇ ਜੇ ਚਿੰਤਨ ਸ਼ਿਵਰ ਦੇ ਵਿੱਚੋਂ ਦਵਾਈ ਹੁਣ ਫਿਰ ਉਹੀ ਨਿਕਲੀ ਹੈ, ਇਹਨੇ ਅਸਰ ਕਰਨਾ ਕਿ ਨਹੀਂ ਕਰਨਾ, ਇਹਦੀ ਕਿੰਨੀ ਕੁ ਗਰੰਟੀ ਹੈ? ਦੇਖੋ ਤੁਸੀਂ ਕਈ ਹਸਪਤਾਲਾਂ ਦੇ ਵਿੱਚ ਨਾ ਜਿਹੜੇ ਅਟੈਂਡੈਂਟ ਹੁੰਦੇ ਦਵਾਈ ਆਪ ਖਵਾਉਂਦੇ ਆ ਸਾਹਮਣੇ ਖੜ ਕੇ, ਕਿਉਂਕਿ ਦਵਾਈ ਦਾ ਹੋਣਾ, ਦਵਾਈ ਦਾ ਖਰੀਦਿਆ ਜਾਣਾ, ਦਵਾਈ ਦਾ ਜਿਹੜੇ ਮੰਜੇ ਦੇ ਉੱਤੇ ਮਰੀਜ਼ ਪਿਆ ਹੁੰਦਾ ਉਹਦੇ ਮੰਜੇ ਤੇ ਸਰਾਣੇ ਥੱਲੇ ਰੱਖਿਆ ਜਾਣਾ ਇੱਕ ਵੱਖਰੀ ਗੱਲ, ਦਵਾਈ ਨੂੰ ਖਾਣਾ ਵੇਲੇ ਸਿਰ ਇੱਕ ਵੱਖਰੀ। ਬਹੁਤ ਵਾਰੀ ਹੁੰਦੇ ਖਾਣੇ ਆ ਸੜ ਦੇਣੀ ਦਵਾਈ, ਕਈ ਕੁਛ ਚੱਲਦਾ ਰਹਿੰਦਾ। ਹੁਣ ਇਹ ਜੇ ਦਵਾਈ ਖਾ ਲੈਣਗੇ ਤਾਂ ਚੰਗੇ ਰਹਿਣਗੇ, ਪਰ ਮੈਂ ਹੈਰਾਨ ਹਾਂ, ਚੰਗਾ ਫੈਸਲਾ ਕਿ ਟੱਬਰ ਦੇ ਇੱਕ ਜੀ ਨੂੰ ਟਿਕਟ ਦੇਣੀ ਹੈ, ਇਹ ਵੀ ਚੰਗਾ ਫੈਸਲਾ ਕਿ 3 ਜਾਂ 5 ਸਾਲ ਦੇ ਬਾਅਦ ਕਹਿੰਦੇ ਜੀ ਅਹੁਦਾ, ਮੰਨ ਲਓ ਕੋਈ ਬੰਦਾ ਜਨਰਲ ਸੈਕਟਰੀ ਹੈ ਤਾਂ 3 ਜਾਂ 5 ਸਾਲ ਜਨਰਲ ਸੈਕਟਰੀ ਰਹੂਗਾ, ਫਿਰ 3 ਸਾਲ ਉਹਨੂੰ ਆਰਾਮ ਨਾਲ ਕੰਮ ਕਰਨਾ ਪਊਗਾ, ਫਿਰ 3 ਸਾਲ ਉਹਦੇ ਕੋਲ ਅਹੁਦਾ ਨਹੀਂ ਹੋ ਸਕਦਾ। ਬੜੀ ਵਧੀਆ ਗੱਲ ਹੈ, ਰੋਟੇਸ਼ਨ ਸਿਸਟਮ ਚਾਹੀਦਾ, ਜ਼ਰੂਰੀ ਥੋੜੀ ਹੈ ਕਿਤੇ ਬੈ ਕਰਾ ਲਈ ਆ ਕਾਂਗਰਸ ਇਹਨਾਂ ਨੇ ਕਿ ਭਾਈ ਅਸੀਂ ਹੀ ਰਹਿਣਾ ਸਾਰੀ ਉਮਰ। ਫਿਰ ਉਹਦੇ ਤੋਂ ਬਾਅਦ ਵੀ ਕਿਹਾ ਜੀ 50% ਟਿਕਟਾਂ 50 ਸਾਲ ਤੋਂ ਘੱਟ ਉਮਰ ਦਿਆਂ ਨੂੰ ਦੇਵਾਂਗੇ, ਚੰਗੀ ਗੱਲ ਹੈ, ਕੁਝ ਨੌਜਵਾਨ ਅਗਲੇ ਪਾਸੇ ਨੂੰ ਆ ਜਾਣ। ਇੱਕ ਕਿ ਅਸੀਂ ਜੀ ਵਰਕਰਾਂ ਨਾਲੋਂ ਟੁੱਟ ਗਏ, ਲੋਕਾਂ ਨਾਲ ਟੁੱਟ ਗਏ। ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਗਲਤ ਸੋਚਦੀ ਹੈ ਕਿ ਵੋਟਰਾਂ ਨਾਲ ਟੁੱਟ ਗਿਆ। ਵੋਟਰਾਂ ਨੂੰ ਟੁੱਟੇ ਤੁਸੀਂ ਅਸਲ ਦੇ ਵਿੱਚ ਜ਼ਮੀਨ ਦੇ ਨਾਲ ਟੁੱਟ ਗਏ। ਵੋਟਰ ਦੇ ਕੋਲ ਚਲੋਗੇ, ਚਾਹ ਪੀ ਆਇਆ ਕਰੋਗੇ, ਉਹਨਾਂ ਨੂੰ ਸੱਦ ਲਿਆ ਕਰੋਗੇ, ਵੋਟਰ ਨਾਲ ਜੁੜ ਗਏ ਨਾ। ਉਹ ਭਾਈ ਵੋਟਰ ਕੀ ਭਾਲਦਾ, ਮਸਲੇ ਕੀ ਨੇ ਉਹ ਦੇਖੋ। ਵੋਟਰ ਦੇ ਬੱਚੇ ਨੂੰ ਐਜੂਕੇਸ਼ਨ ਮਿਲ ਰਹੀ ਹੈ, ਐਜੂਕੇਸ਼ਨ ਦਾ ਮਸਲਾ ਤੁਸੀਂ ਕੋਈ ਹੋਰ ਮਸਲਾ ਭੜਕਾਈ ਫਿਰਦੇ ਹੋ। ਸਿਹਤ ਸਹੂਲਤਾਂ ਮਿਲਦੀਆਂ ਕਿ ਨਹੀਂ ਮਿਲਦੀਆਂ ਉਹ ਮਸਲਾ ਹੈ। ਵੋਟਰ ਕੋ ਜਾਓ, ਉਹਨੂੰ ਸਮਝੋ ਪਹਿਲਾਂ ਉਹਦੇ ਕੋਲੋਂ ਕਿ ਭਾਈ ਉਹਨੂੰ ਚਾਹੀਦਾ ਕੀ ਹੈ, ਫੇਰ ਨੀਤੀ ਘੜੋ, ਉਹਨੂੰ ਹੱਲ ਦੱਸੋ ਉਹਦਾ ਕਿ ਭਾਈ ਸਾਡੇ ਕੋਲ ਆਹ ਢੰਗ ਤਰੀਕਾ, ਇੰਨਾ ਬਜਟ ਹੈ, ਜੇ ਸਾਡੀ ਸਰਕਾਰ ਬਣਾਓਗੇ ਅਸੀਂ ਇਸ ਤਰੀਕੇ ਦੇ ਨਾਲ ਮਸਲਾ ਹੱਲ ਕਰਾਂਗੇ। ਇਹ ਨਹੀਂ ਗਰੀਬੀ ਹਟਾਓ, ਸ਼ਾਈਨਿੰਗ ਇੰਡੀਆ, ਇਦਾਂ ਨਹੀਂ ਕੰਮ ਚੱਲਣਾ। ਕੰਮ ਤਾਂ ਇਦਾਂ ਚੱਲਣਾ ਕਿ ਲੋਕਾਂ ਨੂੰ ਲੱਗੇ ਯਾਰ ਠੀਕ ਹੈ ਇਹ ਲੀਡਰ ਨੇ, ਇਹਨਾਂ ਨੇ ਮੈਨੂੰ ਆ ਕੇ ਕਿਹਾ ਇਹ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਆਹ ਕਰ ਦੇਣਗੇ, ਉਹਦੇ ਲਈ ਇੰਨੇ ਪੈਸੇ ਲੱਗਣੇ ਤੇ ਇੰਨੇ ਪੈਸਿਆਂ ਦਾ ਪ੍ਰਬੰਧ ਇਹਨਾਂ ਨੇ ਇੱਥੋਂ ਕਰਨਾ। ਤਾਂ ਜੇ ਇਕੱਲਾ ਆਪਾਂ ਰੈਲੀ, ਰੋਡ ਸ਼ੋਅ, ਬੂਥ ਮੈਨੇਜਮੈਂਟ, ਆ ਜਿਹੜੀ ਇੱਕ ਪੰਜਾਬ ਦੇ ਵਿੱਚ ਕਿੱਡੀ ਵੱਡੀ ਸਮੱਸਿਆ ਖੜੀ ਕਰ ਲਈ ਕਾਂਗਰਸ ਪਾਰਟੀ ਨੇ ਕਿ ਇਸ ਭਾਈਚਾਰੇ ਦੀਆਂ ਇੰਨੀਆਂ ਵੋਟਾਂ, ਇਸ ਭਾਈਚਾਰੇ ਦੀਆਂ ਵੋਟਾਂ, ਇਹਦੀਆਂ ਇੱਕ ਬੰਦਾ ਇਹ ਚਲਾ ਦਿਓ, ਕਹਿ ਚਲਾ ਦਿਓ, ਕਹਿ ਚਲਾ ਦਿਓ, ਇਹਦੀਆਂ ਵੋਟਾਂ ਲੈ ਲਈ, ਇਹਨੂੰ 3 ਟਿਕਟਾਂ ਦੇ ਦਿਓ, ਇਹਨੂੰ 2 ਦੇ ਦਿਓ, ਇਹਨੂੰ 7 ਦੇ ਦਿਓ, ਮੁੜ ਕੇ ਸਾਰੇ ਇਹ ਲੋਕਾਂ ਨੂੰ ਚੋਪੜ ਕੇ ਰੱਖਤੇ। ਦੇਖੋ ਗੱਲ ਇਹ ਆ, ਸਿਆਣੇ ਕਹਿੰਦੇ ਹੁੰਦੇ ਵੀ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਐਨ ਮੈਨੂੰ ਲੱਗਦਾ ਵੀ 100 ਹੱਥ ਛੱਡ ਕੇ ਪਤਾ ਨਹੀਂ ਕਈ ਹਜ਼ਾਰ ਰੱਸਾ ਹੋਣਾ ਕਾਂਗਰਸ ਪਾਰਟੀ ਦਾ। ਇਹਦੀ ਸਿਰੇ ਦੇ ਲਈ ਗੰਢ ਹੈਗੀ ਜਿਹੜੀ ਹੁਣ ਪੈ ਗਈ ਹੈ, ਇਹਨਾਂ ਖੁਦ ਪਾਈ ਇਸੇ ਦਵਾਈ ਨਾਲ, ਹੁਣ ਖੁੱਲਦੀ ਨਹੀਂ। ਉਹ ਕਹਿੰਦੇ ਵੀ ਇੱਕ ਪਰਿਵਾਰ ਹੈ, ਇੱਕ ਪਰਿਵਾਰ 'ਚ ਇੱਕੋ ਟਿਕਟ ਦੇਣੀ ਹੈ ਜੀ। ਹੁਣ ਸਭ ਤੋਂ ਉੱਪਰ ਸਿਰੇ ਵਾਲਾ ਪਰਿਵਾਰ ਜਿਹਨੂੰ ਮੈਂ ਗੰਢ ਦੀ ਗੱਲ ਕਰਦਾ, ਉਹ 'ਚ 3 ਜੀ ਨੇ, ਲੈ ਵੀ 24 ਦੇ ਵਿੱਚ ਉਹਨਾਂ ਤਿੰਨਾਂ 'ਚੋਂ ਇੱਕ ਨੂੰ ਟਿਕਟ ਦੇਣਗੇ ਇਹ। ਦੇਖੋ ਬੀਬੀ ਪ੍ਰਿਯੰਕਾ ਗਾਂਧੀ ਤਾਂ ਚੋਣ ਲੜਦੇ ਨਹੀਂ, ਰਾਹੁਲ ਗਾਂਧੀ ਹੋਰੀ ਆਪ ਦੀ ਸੀਟ ਇੱਧਰ ਵਾਲੀ ਹਾਰ ਗਿਆ ਸੀ, ਕੇਰਲਾ ਤੋਂ ਜਿੱਤੇ, ਅਗਲੀ ਵਾਰੀ ਮਾਤਾ ਸ਼੍ਰੀ ਦੀ ਸੀਟ ਤੋਂ ਚੋਣ ਲੜ ਲੈਣਗੇ। ਆਪਾਂ ਮੂਲਧਨ 100 ਕਰ ਦੇਣਾ। ਮੈਂ ਤਾਂ ਇਹ ਬੇਨਤੀ, ਤੁਸੀਂ ਕਿਹਾ ਪ੍ਰਿਯੰਕਾ ਗਾਂਧੀ ਨਹੀਂ ਲੜਦੇ ਜੀ, ਨਹੀਂ ਲੜਦੇ ਤੇ ਭਾਜੀ ਨੇ 2 ਲੜਦੀਆਂ, ਗੱਲ ਤੇ 3 ਟਿਕਟਾਂ ਦੀ ਨਾ ਯਾਨੀ ਆਪਾਂ ਪੂਰੀਆਂ ਰੱਖਣੀਆਂ। ਮੈਂ ਤਾਂ ਹੀ ਕਿਹਾ ਵੀ ਜੇ ਉੱਥੇ ਵੀ ਅਜੇ ਉਹ ਗਿਣਦੇ ਨੇ ਵੀ ਨਹੀਂ ਸਾਡਾ ਪਰਿਵਾਰ ਅੱਡੋ ਅੱਡ ਹੈ ਬਈ, ਕੱਲਾ ਜੀ ਆਪਣੇ ਆਪ 'ਚ ਪਰਿਵਾਰ ਦੇ ਵਿੱਚ ਟਿਕਟ ਚਾਹੀਦੀ ਆ। ਨਹੀਂ ਇੱਕ ਹੋਰ ਵੀ ਹੋ ਸਕਦਾ, ਉਹਨਾਂ ਨੇ ਕਹਿਣਾ ਅਸੀਂ ਨਹੀਂ ਲੜਨੀ ਚੋਣ, ਅਸੀਂ ਤਿੰਨਾਂ ਨੇ ਨਹੀਂ ਲੜਨੀ। ਉੱਥੇ ਵੀ ਕੋਰ ਕਮੇਟੀ ਆ ਗਈ, ਉਹਨਾਂ ਨੇ ਕਹਿਣਾ ਕਿੱਦਾਂ ਲੜਨੀ ਤੁਸੀਂ, ਅਸੀਂ ਤੁਹਾਨੂੰ ਹੁਕਮ ਦਿੰਨੇ ਆ ਪਾਰਟੀ ਦਾ ਸੰਵਿਧਾਨ ਦੇਖ ਲਓ, ਤੁਹਾਡੇ ਕੋਲ ਪਾਵਰ ਥੋੜੀ ਹੈ, ਆਹ ਕਾਰਜਕਾਰਨੀ ਦੇ ਕੋਲ ਪਾਵਰ ਹੈ, ਕਾਰਜਕਾਰਨੀ ਤੁਹਾਨੂੰ ਹੁਕਮ ਕਰਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਲੈਕਸ਼ਨ ਲੜਨੀ ਪਊਗੀ, ਲੜਨੀ ਪਊਗੀ, ਲੜਨੀ ਪਊਗੀ। ਹਾਂਜੀ ਉਹ ਤਾਂ ਫਿਰ ਕਹਿਣਾ ਹੀ ਨਾ, ਅਗਲਿਆਂ ਨੇ ਫਿਰ 3-3 4 ਆਪ ਹੀ ਲੈਣੀਆਂ ਹੁੰਦੀਆਂ। ਚਲੀਏ ਇੱਕੋ ਹੀ ਮਿੰਟ, ਕੱਲ ਨੂੰ ਮਿਲਾਂਗੇ। ਨਹੀਂ ਕਿਉਂ, ਕੀ ਗੱਲ ਕੋਈ ਜਾਣਦਾ ਪੰਸੇਰੀ ਚੇਤਾ ਕਰਾਉਣਾ? ਅਰੇ ਨਹੀਂ ਉਹ ਤੇ ਮੈਂ ਤਾਂ ਗਿਆ ਵੀ ਉਹਦਾ ਮੈਸੇਜ ਜ਼ਰੂਰ ਕਰ ਦਿਓ ਜੀ, ਫਿਰ ਨਾ ਕਿਉਂ ਵੀ ਉਹ ਅਸੀਂ ਮਨ ਤੋਂ ਸ਼ੁਰੂ ਹੋਏ ਜਾਂਦੇ ਪੰਸੇਰੀ ਤੇ ਆ ਗਏ। ਚਲੋ ਠੀਕ ਹੈ ਜੀ, ਚਲਿਏ ਜੀ, ਮਿਹਰਬਾਨੀ, ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।